वाहेगुरु जी का खालसा वाहेगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 219। ਸ਼ਹੀਦੀ ਭਾਈ ਤਾਰਾ ਸਿੰਘ ਜੀਵਾ। ਪਿੰਡ ਨੌਸ਼ਹਿਰਾ ਢਾਲਾ ਜੋ ਹਿੰਦੁਸਤਾਨ ਦੀ ਪੱਛਮੀ ਸਰਹੱਦ ਅਤੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈ, ਵਿੱਚ ਕੁਝ ਸਿੱਖ ਵਾਹੀ ਕਰਦੇ ਸਨ। ਉੱਥੋਂ ਦਾ ਚੌਧਰੀ ਸਾਹਿਬ ਰਾਏ ਬੜਾ ਆਪ ਹੁਦਰਾ ਅਤੇ ਹੰਕਾਰਿਆ ਹੋਇਆ ਬੰਦਾ ਸੀ। ਸਿੱਖਾਂ ਨਾਲ ਇਸ ਨੂੰ ਬੜੀ ਨਫ਼ਰਤ ਅਤੇ ਕਿਹੜ ਸੀ। ਇਹ ਆਪਣੀਆਂ ਘੋੜੀਆਂ ਖੇਤਾਂ ਵਿੱਚ ਖੁੱਲੀਆਂ ਛੱਡ ਦਿੰਦਾ, ਜੋ ਖਾਣ ਨਾਲੋਂ ਮਿੱਧ ਕੇ ਫਸਲ ਦਾ ਜ਼ਿਆਦਾ ਨੁਕਸਾਨ ਕਰਦੀਆਂ। ਜੱਟ ਨੂੰ ਫਸਲ ਔਲਾਦ ਵਾਂਗ ਪਿਆਰੀ ਹੁੰਦੀ ਹੈ। ਜੱਟ ਹੋਰ ਸਾਰੇ ਨੁਕਸਾਨ ਜਰ ਸਕਦਾ, ਪਰ ਫਸਲ ਦਾ ਉਜਾੜਾ ਅਤੇ ਉਸਦੀ ਜ਼ਮੀਨ ਨਾਲ ਕੋਈ ਛੇੜਖਾਨੀ ਝੱਲਣੀ ਉਸ ਲਈ ਅਸੰਭਵ ਹੈ। ਚੌਧਰੀ ਸਾਹਿਬ ਰਾਏ ਸਰਾਸਰ ਹਿੱਕ ਦਾ ਧੱਕਾ ਕਰ ਰਿਹਾ ਸੀ। ਪੜਾਣੀਏ ਆਲੀ ਸਿੰਘ ਅਤੇ ਗੁਰਬਖਸ਼ ਸਿੰਘ ਜੋ ਖੇਤੀ ਕਰਦੇ ਸਨ ਨੇ ਚੌਧਰੀ ਪਾਸ ਆ ਕੇ ਫਸਲ ਦੇ ਉਜਾੜੇ ਦਾ ਦੁਖੜਾ ਫਰੋਲਿਆ ਤਾਂ ਚੌਧਰੀ ਅੱਗੋਂ ਚਮਕ ਪਿਆ। ਕਿਹਾ ਕਿ ਮੈਂ ਤੁਹਾਨੂੰ ਸਰਕਾਰ ਦੇ ਦੁਖੀਆਂ ਨੂੰ ਜਰੀ ਬੈਠਾ ਹਾਂ, ਤੁਸੀਂ ਮੇਰੀਆਂ ਘੋੜੀਆਂ ਚਰਦੀਆਂ ਨਹੀਂ ਜਰ ਸਕਦੇ। ਮੇਰੇ ਅਹਿਸਾਨ ਦਾ ਇਹ ਬਦਲਾ। ਤੁਹਾਨੂੰ ਆਖਿਆ ਜੋ ਕੁਝ ਨਹੀਂ, ਤੁਸੀਂ ਮਸਤ ਗਏ ਹੋ, ਮੇਰੇ ਬਚਾਏ ਜਿਉਂਦੇ ਫਿਰਦੇ ਹੋ। ਹੁਣ ਤੁਹਾਡੀ ਰਿਪੋਰਟ ਦੇ ਦਿਆਂ ਤਾਂ ਸਵੇਰ ਨੂੰ ਟੱਬਰਾਂ ਸਮੇਤ ਲਾਹੌਰ ਲੈ ਜਾ ਕੇ ਕੋਲੂ ਵਿੱਚ ਪੀੜ ਦਿਆਂਗੇ। ਕੀ ਸਮਝਦੇ ਹੋ ਆਪਣੇ ਆਪ ਨੂੰ? ਸਿੰਘਾਂ ਬੜੀ ਨਰਮੀ ਨਾਲ ਕਿਹਾ ਕਿ ਚੌਧਰੀ ਸਾਹਿਬ, ਤੁਹਾਡੇ ਅਹਿਸਾਨ ਨੂੰ ਮੰਨਦੇ ਹਾਂ, ਤੁਹਾਡਾ ਸਤਿਕਾਰ ਕਰਦੇ ਹਾਂ। ਅਸੀਂ ਕਦੀ ਵੀ ਤੁਹਾਡਾ ਕੋਈ ਨੁਕਸਾਨ ਨਹੀਂ ਕੀਤਾ। 10 ਨੌਹਾਂ ਦੀ ਕਿਰਤ ਕਰਦੇ ਹਾਂ, ਤੁਹਾਡੇ ਕਹੇ ਨੂੰ ਸਿਰ ਮੱਥੇ ਤੇ ਰੱਖਦੇ ਹਾਂ। ਅਸਾਂ ਤਾਂ ਇਹੋ ਮਿੰਨਤ ਕੀਤੀ ਹੈ ਕਿ ਘੋੜੀਆਂ ਫਸਲਾਂ ਦਾ ਬੜਾ ਨੁਕਸਾਨ ਕਰਦੀਆਂ ਹਨ। ਜੇ ਇਹਨਾਂ ਨੂੰ ਬੰਨ੍ਹ ਕੇ ਰੱਖੋ, ਬੇਸ਼ੱਕ ਪੱਠੇ ਸਾਡੇ ਹੀ ਵਢਾ ਕੇ ਪਵਾ ਲਵੋ ਤਾਂ ਕੋਈ ਹਰਜ ਨਹੀਂ, ਫਸਲਾਂ ਬਚ ਜਾਣਗੀਆਂ। ਤੁਹਾਡੀ ਬੜੀ ਮਿਹਰਬਾਨੀ ਹੋਵੇਗੀ। ਬੰਨ੍ਹ ਕੇ ਰੱਖੋ ਦਿਆਂ ਸ਼ਬਦਾਂ ਨੇ ਤਾਂ ਚੌਧਰੀ ਨੂੰ ਸੱਤੀ ਕੱਪੜੀ ਅੱਗ ਲਾ ਦਿੱਤੀ। ਚੌਧਰੀ ਰੋਹ ਨਾਲ ਬੋਲਿਆ, ਚਲੇ ਜਾਓ ਇੱਥੋਂ ਤੇ ਆਪਣੀਆਂ ਜਾਨਾਂ ਦੀ ਖੈਰ ਮਨਾਓ। ਘੋੜੀਆਂ ਤਾਂ ਇੰਜ ਹੀ ਚਰਨਗੀਆਂ, ਬੰਨਣ ਲਈ ਮੇਰੇ ਪਾਸ ਰੱਸੇ ਨਹੀਂ। ਜੇ ਜ਼ਰੂਰ ਹੀ ਬਣਾਉਣੀਆਂ ਹਨ ਤਾਂ ਕੇਸ ਦਾੜੀਆਂ ਮੁੰਨ ਕੇ ਦੇ ਜਾਓ, ਮੈਂ ਇਹਨਾਂ ਦੇ ਰੱਸੇ ਵਟਾ ਕੇ ਪਵਾ ਦਿਆਂਗਾ। ਚੌਧਰੀ ਦੇ ਇਹ ਕਬੋਲ ਸਿੰਘਾਂ ਦੇ ਸੀਨੇ ਚੀਰ ਗਏ। ਇਸ ਤੋਂ ਵੱਡੀ ਹੋਰ ਕੀ ਨਰਾਦਰੀ ਹੋ ਸਕਦੀ ਸੀ। ਥਾਂ ਤੇ ਹੀ ਬਦਲਾ ਲੈ ਲੈਣ ਦੇ ਸਮਰੱਥਾ ਨਹੀਂ ਸੀ। ਝੀਸੀਆਂ ਵੱਟ ਕੇ ਘਰਾਂ ਨੂੰ ਉੱਠ ਗਏ। ਘੋੜੀਆਂ ਦੇ ਉਜਾੜੇ ਦੇ ਨਾਲ ਚੌਧਰੀ ਨੇ ਜੋ ਹੋਰ ਵਿੜੀ ਚੜਾ ਦਿੱਤੀ ਸੀ, ਉਹ ਉਹਨਾਂ ਨੂੰ ਮੁੜ ਮੁੜ ਸੱਲ ਪਾ ਰਹੀ ਸੀ। ਅਣਖ ਖਾਤਰ ਬੰਦਾ ਸਿਰ ਦੀ ਵੀ ਬਾਜੀ ਲਾ ਦਿੰਦਾ ਹੈ। ਹੁਣ ਤਾਂ ਸਿਰੋਂ ਪਾਣੀ ਲੰਘ ਗਿਆ ਸੀ। ਦੋਵੇਂ ਭਰਾ ਸਿੱਧੇ ਪਿੰਡ ਭੂਸੇ ਨੂੰ ਵਗ ਤੁਰੇ। ਇਹ ਨੌਸ਼ਹਿਰਿਓਂ 3 ਕੋਹਾਂ ਦੀ ਵਿੱਥ ਤੇ ਹੈ। ਬਘੇਲ ਸਿੰਘ ਅਤੇ ਅਮਰ ਸਿੰਘ 2 ਸਕੇ ਭਰਾ ਅਤੇ ਰਾਠ ਸਿੰਘ ਸਨ। ਜਾਂ ਫਤਿਹ ਬੁਲਾਈ ਅਤੇ ਸਾਰਾ ਹਾਲ ਦੱਸਿਆ। ਕੇਸਾਂ ਦਾੜਿਆਂ ਬਾਬਤ ਚੌਧਰੀ ਦੇ ਕਬੂਲਾਂ ਨੇ ਇਹਨਾਂ ਨੂੰ ਹੋਰ ਵੀ ਤਮਕ ਚੜਾ ਦਿੱਤੀ। ਬਘੇਲ ਸਿੰਘ ਨੇ ਕਿਹਾ ਕਿ ਚੌਧਰੀ ਨੇ ਬੜਾ ਵਾਅਦਾ ਕੀਤਾ ਹੈ। ਕੇਸਾਂ ਦੇ ਰੱਸਿਆਂ ਵਾਲੀ ਗੱਲ ਤਾਂ ਸਾਥੋਂ ਵੀ ਨਹੀਂ ਜਰੀ ਜਾਂਦੀ। ਘੋੜੀਆਂ ਨੂੰ ਤਾਂ ਐਸੇ ਰੱਸੇ ਪਾਵਾਂਗੇ ਕਿ ਯਾਦ ਪਿਆ ਕਰੂ। ਇੱਕ ਗੱਲ ਵਿਚਾਰ ਲਵੋ, ਘੋੜੀਆਂ ਤਾਂ ਅਸੀਂ ਪਲ ਵਿੱਚ ਖਪਾ ਦਿਆਂਗੇ। ਚੌਧਰੀ ਸਰਕਾਰ ਨਾਲ ਢੋ ਕਰਕੇ ਹੈਂਕੜ ਵਿਖਾਉਂਦਾ ਹੈ, ਮਗਰੋਂ ਤੁਹਾਡੇ ਤੇ ਬੜਾ ਕੱਸ ਪਊਗਾ। ਜੀਆਂ ਜਨਤਾ ਨੂੰ ਵੀ ਜਿੱਚ ਕਰੂਗਾ। ਗੁਰਬਖਸ਼ ਸਿੰਘ ਹੋਰਾਂ ਕਿਹਾ, ਕੁਝ ਵੀ ਹੋਵੇ ਸਿਰ ਪਈ ਝੱਲਾਂਗੇ, ਪਰ ਗੀਦੀ ਬਣ ਕੇ ਨਹੀਂ ਜੀਵਿਆ ਜਾਂਦਾ। ਸਿੰਘਾਂ ਕਿਹਾ ਕਿ ਤੁਸੀਂ ਘਰ ਦੇ ਜੀ ਕੁਝ ਚਿਰ ਲਈ ਆਸੇ ਪਾਸੇ ਕਰ ਦਿਓ ਅਤੇ ਘੋੜੀਆਂ ਨੂੰ ਰੱਸੇ ਪੈ ਗਏ ਸਮਝੋ। ਦੋਹਾਂ ਭਰਾਵਾਂ ਟੱਬਰ ਟੋਰ ਦੂਰ ਨੇੜੇ ਰਿਸ਼ਤੇਦਾਰਾਂ ਪਾਸ ਘਲਾ ਦਿੱਤੇ ਅਤੇ ਆਪ ਵੀ ਪਿੰਡੋਂ ਖਿਸਕ ਗਏ। ਅਗਲੇਰੇ ਦਿਨ ਬਘੇਲ ਸਿੰਘ ਹੋਰਾਂ ਘੋੜੀਆਂ ਕੱਢ ਕੇ ਲਖਮੀਰ ਸਿੰਘ ਸੰਧੂ ਕਰੀਆਲੀਏ ਨੂੰ ਜਾ ਫੜਾਈਆਂ। ਉਸ ਨੇ ਦਰਿਆ ਸਤਲੁਜ ਟਪਾ ਮਾਲਵੇ ਜਾ ਵਾੜੀਆਂ ਅਤੇ ਸਰਦਾਰ ਆਲਾ ਸਿੰਘ ਪਟਿਆਲੀਏ ਪਾਸ ਜਾ ਵੇਚੀਆਂ। ਵਟਕ ਲਿਆ ਢਿੱਲੋਂ ਭਰਾਵਾਂ ਨੂੰ ਫੜਾਈ ਅਤੇ ਉਹਨਾਂ ਨੇ ਭਾਈ ਤਾਰਾ ਸਿੰਘ ਵਾਂ ਦੇ ਲੰਗਰ ਵਿੱਚ ਪਾ ਦਿੱਤੀ। ਗੁਰਬਖਸ਼ ਸਿੰਘ ਆਲੀ ਸਿੰਘ ਪਟਾਣੀਏ ਭਰਾ ਬਘੇਲ ਸਿੰਘ ਅਤੇ ਅਮਰ ਸਿੰਘ ਇਹ ਚਾਰੇ ਭਾਈ ਤਾਰਾ ਸਿੰਘ ਵਾਂ ਦੇ ਵਾੜੇ ਆ ਗਏ।
ਉਹਨਾਂ ਨੂੰ ਪਤਾ ਸੀ ਕਿ ਚੌਧਰੀ ਨੇ ਪੁਲਿਸ ਲੈ ਕੇ ਪਿੱਛਾ ਕਰਨਾ ਹੈ ਅਤੇ ਭਾਈ ਤਾਰਾ ਸਿੰਘ ਦੇ ਵਾੜੇ ਨਾਲੋਂ ਹੋਰ ਕੋਈ ਵੱਡੀ ਠਾਹਰ ਨਹੀਂ। ਵਾਂ ਪਿੰਡ ਅੱਜ ਦੇ ਹਿੰਦੁਸਤਾਨ ਦੀ ਪੱਛਮੀ ਸਰਹੱਦ ਲਾਗੇ ਖਾਲੜਾ ਥਾਣਾ ਅਤੇ ਜ਼ਿਲ੍ਹਾ ਅੰਮ੍ਰਿਤਸਰ ਦਾ ਇੱਕ ਤਕੜਾ ਪਿੰਡ ਹੈ। ਵੰਡ ਤੋਂ ਪਹਿਲਾਂ ਲਾਹੌਰ ਵਿੱਚ ਸੀ। ਭਾਈ ਤਾਰਾ ਸਿੰਘ, ਜੋ ਇਸ ਪਿੰਡ ਦੇ ਵਾਸੀ ਸਨ, ਨੇ ਪਿੰਡੋਂ ਬਾਹਰ ਆਪਣੇ ਖੇਤਾਂ ਵਿੱਚ ਕੱਚਾ ਬੁਰਜ ਉਸਾਰ ਕੇ ਕੋਠੇ ਪਾਏ ਹੋਏ ਸਨ ਅਤੇ ਨਾਲ ਇੱਕ ਤਕੜਾ ਵਾੜਾ ਵਲਿਆ ਹੋਇਆ ਸੀ। ਭਾਈ ਤਾਰਾ ਸਿੰਘ ਜੀ ਅੰਮ੍ਰਿਤਧਾਰੀ ਵਾਹਿਗੁਰੂ ਦਾ ਭਜਨ ਕਰਨ ਵਾਲੇ ਬੜੇ ਸਿੱਦਕੀ ਸਿੰਘ ਸਨ। ਖੇਤੀਬਾੜੀ ਕਰਕੇ ਜੋ ਅੰਨ ਦਾਣਾ ਪੈਦਾ ਕਰਦੇ, ਉਸ ਨਾਲ ਲੰਗਰ ਚਲਾਉਂਦੇ ਅਤੇ ਆਏ ਗਏ ਦੀ ਸੇਵਾ ਕਰਦੇ। ਦੂਰ ਤੱਕ ਇਹਨਾਂ ਦੀ ਸੋਭਾ ਸੀ। ਮੁਗਲ ਸਰਕਾਰ ਦੇ ਵਿਰੁੱਧ ਲੜਨ ਵਾਲੇ ਹਥਿਆਰਬੰਦ ਸਿੰਘਾਂ ਲਈ ਇਹਨਾਂ ਦਾ ਵਾੜਾ ਬੜੀ ਵੱਡੀ ਠਾਹਰ ਸੀ। ਵਾੜੇ ਦੇ ਵਿਚਕਾਰ ਇੱਕ ਚੋਖਾ ਡੂੰਘਾ ਕੁੰਡ ਪੱਟਿਆ ਹੋਇਆ ਸੀ, ਜਿਸ ਵਿੱਚ ਬੜੀਆਂ ਮੋਟੀਆਂ ਲੱਕੜਾਂ ਦੇ ਮੋਚੇ ਸੁੱਟ ਕੇ ਅੱਗ ਲਾਈ ਹੁੰਦੀ ਸੀ, ਜੋ ਸਿਆਲ ਵਿੱਚ 8 ਪਹਿਰ ਧੁਖਦੀ ਮੱਗਦੀ ਰਹਿੰਦੀ। ਖਾੜਕੂ ਸਿੰਘ ਰਾਤ ਬਰਾਤੇ ਆਉਂਦੇ, ਲਾਗੇ ਪਏ ਰੁੱਖਾਂ ਦੇ ਮੁੱਢਾਂ ਦੇ ਖੁੰਘਾਂ ਨਾਲ ਘੋੜੀਆਂ ਦੀਆਂ ਲਗਾਮਾਂ ਅਡਾਉਂਦੇ, ਲੰਗਰੋਂ ਪ੍ਰਸ਼ਾਦਾ ਛਕਦੇ ਅਤੇ ਜੇ ਕੁਝ ਕੋਲ ਹੁੰਦਾ ਤਾਂ ਲੰਗਰ ਦੀ ਭੇਟਾ ਕਰ ਦਿੰਦੇ। ਪਹਿਰ 2 ਪਹਿਰ ਕੁੰਡ ਦੁਆਲੇ ਨਿੱਘ ਵਿੱਚ ਆਰਾਮ ਕਰਦੇ। ਢੌਂਕਾ ਲਾਂ, ਥਕੇਵਾਂ ਅਕੜੇਵਾਂ ਭੰਨ ਮੁੜ ਅਰਾਕਿਆਂ ਦੇ ਤੰਗ ਕੱਸਦੇ ਅਤੇ ਪਹਿਰ ਦੇ ਤੜਕੇ ਹਨੇਰੇ ਕਿਸੇ ਨਵੇਂ ਸ਼ਿਕਾਰ ਦੀ ਟੋਹ ਵਿੱਚ ਝੰਡੇ ਬੁਲੰਦ ਕਰ ਜਾਂਦੇ। ਆਮ ਲੋੜਵੰਦਾਂ, ਥੁੜਿਆਂ ਅਤੇ ਟੁੱਟਿਆਂ ਲੋਕਾਂ ਅਤੇ ਰਾਠ ਸਿੰਘਾਂ ਲਈ ਭਾਈ ਤਾਰਾ ਸਿੰਘ ਦਾ ਵਾੜਾ ਇੱਕ ਵੱਡਾ ਆਸਰਾ ਸੀ। ਇੱਕ ਪੱਖੋਂ ਇਹ ਕੋਈ ਸਧਾਰਨ ਵਾੜਾ ਨਹੀਂ ਸੀ, ਬੜਾ ਵੱਡਾ ਕਿਲ੍ਹਾ ਸੀ ਅਤੇ ਇਸ ਦਾ ਕਿਲ੍ਹੇਦਾਰ ਸੀ ਭਾਈ ਤਾਰਾ ਸਿੰਘ। ਇਸ ਕਿਲ੍ਹੇ ਦੀ ਕੋਈ ਫਸੀਲ ਕੰਧ, ਬੁਰਜ ਜਾਂ ਖਾਈ ਆਦਿ ਨਹੀਂ ਸੀ। ਭਾਈ ਜੀ ਦੀ ਬਲਵਾਨ ਅਤੇ ਮਹਾਨ ਆਤਮਾ, ਜਿਸ ਨੂੰ ਕਿਸੇ ਸੜੀ ਸਰਕਾਰ ਦਾ ਡਰ ਭਾਉ ਨਹੀਂ ਸੀ, ਜੋ ਲੋੜਵੰਦਾਂ ਅਤੇ ਦੁਖੀਆਂ ਦੀ ਬਾਹ ਫੜਨ ਲਈ ਸਦਾ ਤਤਪਰ ਰਹਿੰਦੀ ਸੀ, ਇੱਕ ਸ਼ਕਤੀਸ਼ਾਲੀ ਕਿਲ੍ਹੇ ਦਾ ਰੂਪ ਧਾਰਨ ਕਰੀ ਬੈਠੀ ਸੀ। ਚਾਰੇ ਸਿੰਘ ਕਿਲ੍ਹੇ ਵਿੱਚ ਪਹੁੰਚ ਗਏ ਸਨ। ਚੌਧਰੀ ਸਾਹਿਬ ਰਾਏ ਸਿੰਘਾਂ ਮਗਰ ਵਾੜੇ ਵਿੱਚ। ਮੁਗਲ ਸਰਕਾਰ ਦੀ ਧਿਰ ਚੌਧਰੀ ਦੀਆਂ ਘੋੜੀਆਂ ਕੋਈ ਲੈ ਜਾਵੇ, ਹਨੇਰ ਸਾਈਂ ਦਾ 4 ਚੁਫੇਰੇ ਥਕਲਾ ਮੱਚ ਗਿਆ, ਪਰ ਛੇਤੀ ਸੂ ਨਿਕਲ ਆਈ। ਚੌਧਰੀ ਆਪਣੇ ਹਥਿਆਰਬੰਦ ਭਾਲੂ ਨਾਲ ਲੈ ਕੇ ਪਿੰਡ ਵਾੜੇ ਵਿੱਚ ਆ ਪੁੱਜਾ। ਆਉਂਦਿਆਂ ਹੀ ਬੜੀ ਹੈਂਕੜ ਨਾਲ ਭਾਈ ਸਾਹਿਬ ਨੂੰ ਤਾੜਿਆ। ਤੇਰੇ ਡੇਰੇ ਵਿੱਚ ਸਾਡੇ ਚੋਰ ਹਨ, ਭਲਾ ਇਸੇ ਵਿੱਚ ਹੈ ਕਿ ਇਹਨਾਂ ਨੂੰ ਸਾਡੇ ਹਵਾਲੇ ਕਰ ਦਿਓ, ਨਹੀਂ ਤਾਂ ਤੈਨੂੰ ਸਾਡੇ ਹੱਥਾਂ ਦਾ ਪਤਾ ਹੈ। ਚੋਰਾਂ ਵਾਲੀ ਦੁਰਦਸ਼ਾ ਤੇਰੀ ਕਰਾਂਗੇ ਅਤੇ ਜੋ ਪਰਪੰਚ ਰਚ ਕੇ ਇਹ ਵਾੜਾ ਬਣਾਇਆ ਹੋਇਆ ਹੈ, ਜੋ ਅਸਲ ਵਿੱਚ ਲੁਟੇਰਿਆਂ ਧਾੜਵੀਆਂ ਦਾ ਅੱਡਾ ਹੈ, ਪਲ ਵਿੱਚ ਸਾੜ ਫੂਕ ਕੇ ਸਵਾਹ ਕਰ ਦਿਆਂਗੇ। ਤੇਰੀਆਂ ਮੁਸ਼ਕਾਂ ਬੰਨ੍ਹ ਕੇ ਲਾਹੌਰ ਸੁੱਟਾਂਗੇ। ਛੇਤੀ ਕੱਢ ਬਾਹਰ ਸਾਡੇ ਚੋਰ ਅਤੇ ਕਰ ਹਵਾਲੇ। ਭਾਈ ਸਾਹਿਬ ਨੇ ਬੜੇ ਧੀਰਜ ਨਾਲ ਉੱਤਰ ਦਿੱਤਾ ਕਿ ਸਾਡੇ ਪਾਸ ਸਭ ਗੁਰੂ ਕੇ ਲਾਲ ਹੀ ਹਨ, ਇੱਥੇ ਚੋਰਾਂ ਲੁਟੇਰਿਆਂ ਦਾ ਕੀ ਕੰਮ। ਚੋਰ ਅਤੇ ਸੀਨਾ ਜ਼ੋਰ ਤੁਸੀਂ ਹੋ, ਜੋ ਗਰੀਬ ਕਿਰਤੀਆਂ ਦੀਆਂ ਫਸਲਾਂ ਉਜਾੜਦੇ ਹੋ। ਚੌਧਰੀ ਨੂੰ ਅੱਗੋਂ ਇਹੋ ਜਿਹੇ ਉੱਤਰ ਦੀ ਸੁਪਨੇ ਵਿੱਚ ਵੀ ਆਸ ਨਹੀਂ ਸੀ। ਉਹ ਤਾਂ ਸਮਝਦਾ ਸੀ ਕਿ ਉਸਦੇ ਜਾਹੋ ਜਲਾਲ ਨੂੰ ਵੇਖ ਕੇ ਭਾਈ ਤਾਰਾ ਸਿੰਘ ਗਲ ਵਿੱਚ ਪੱਲਾ ਪਾ ਕੇ ਭੁੱਲਾਂ ਬਖਸ਼ਾਵੇਗਾ ਅਤੇ ਚਾਰੇ ਬੰਦੇ ਉਸਦੇ ਹਵਾਲੇ ਕਰ ਦੇਵੇਗਾ। ਪਰ ਅੱਗੋਂ ਇਹ ਕੀ ਬਣਿਆ। ਆਪਣੇ ਬੰਦਿਆਂ ਸਾਹਮਣੇ ਇੱਕ ਮਾਮੂਲੀ ਸਿੱਖ ਪਾਸੋਂ ਐਸੀ ਹੇਠੀ ਕਾਹਦਾ ਰੋਬ ਦਾਬ ਹੋਇਆ। ਇੱਥੇ ਕੁਝ ਨਾ ਕੀਤਾ ਅਤੇ ਜਣਾ ਖਣਾ ਅੱਗੋਂ ਆਕੜੂ ਆਪਣੀ ਚੌਧਰਾਇਤ ਦਾ ਦਬਦਬਾ ਅਸਮਾਨ ਤੇ ਚੜਾਉਣ ਲਈ ਕੜਕ ਕੇ ਬੋਲਿਆ, ਤੁਸਾਂ ਲੋਕਾਂ ਨੇ ਸਿੱਧੇ ਤਰੀਕੇ ਨਾਲ ਗੱਲ ਨਹੀਂ ਸਮਝਣੀ, ਜੁੱਤੀਆਂ ਖਾ ਕੇ ਸਿੱਧਿਆਂ ਹੋਣਾ ਏ। ਭਾਈ ਤਾਰਾ ਸਿੰਘ ਨੇ ਕਿਹਾ, ਚੌਧਰੀ ਜ਼ਬਾਨ ਨੂੰ ਲਗਾਮ ਦੇ, ਘਰ ਆਏ ਦਾ ਲਿਹਾਜ਼ ਮਾਰਦਾ ਹੈ, ਨਹੀਂ ਤਾਂ ਤੇਰੀ ਜ਼ਬਾਨ ਜੜੋਂ ਖਿੱਚ ਦਿੰਦੇ। ਤੇਰਾ ਭਲਾ ਇਸੇ ਵਿੱਚ ਹੈ ਕਿ ਆਪਣੇ ਲਾਮ ਲਸ਼ਕਰ ਲੈ ਕੇ ਜਿੱਧਰੋਂ ਆਇਆ ਹੈ ਵਾਪਸ ਮੁੜ ਜਾ। ਹੁਣ ਜੇ ਅੱਗੇ ਜ਼ਬਾਨ ਨੂੰ ਕੋਈ ਕਬੂਲ ਕੱਢਿਆ ਤਾਂ ਸਾਨੂੰ ਇਲਾਜ ਕਰਨਾ ਵੀ ਆਉਂਦਾ ਹੈ। ਸ਼ੇਰਾਂ ਦੇ ਘੁਰਿਆਂ ਵਿੱਚ ਆ ਕੇ ਜਿਹੜਾ ਗਿੱਦੜ ਹਵਾਕੂ, ਉਹ ਜਿਉਂਦਾ ਬਚ ਕੇ ਕਿਵੇਂ ਮੁੜ ਜਾਊ। ਜਾਂ ਆਪਣੀ ਜਾਨ ਸਲਾਮਤ ਲੈ ਜਾ। ਅਸੀਂ ਤੇਰੇ ਵਰਗੇ ਨੀਚ ਅਤੇ ਗੀਦੀ ਦਾ ਖੂਨ ਆਪਣੇ ਸਿਰ ਨਹੀਂ ਲੈਣਾ ਚਾਹੁੰਦੇ। ਸਾਰੀ ਚੰਡਾਲ ਚੌਂਕੜੀ ਲੈ ਕੇ ਰਾਹੇ ਪੈ ਜਾ। ਚੌਧਰੀ ਨੇ ਫਿਰ ਦੂਜੀ ਵਾਰ ਜਦ ਜੁੱਤੀਆਂ ਸ਼ਬਦ ਜ਼ੁਬਾਨ ਤੇ ਲਿਆਂਦਾ ਹੀ ਸੀ ਕਿ ਇੱਕ ਸਿੰਘ ਨੇ ਉਲੱਦ ਕੇ ਗਾਟੇ ਪਰਨੇ ਮਾਰਿਆ। ਉਸ ਦੇ ਫੰਡੇ ਜਿਹੇ ਪੁੱਟ ਕੇ
ਭੁੰਜੇ ਖਿਲਾਰ ਦਿੱਤੇ। ਦੂਜਿਆਂ ਹੋਰ ਸਿੰਘਾਂ ਨੇ ਛਿੱਤਰਾਂ ਨਾਲ ਉਸਦਾ ਸਿਰ ਅਤੇ ਮੂੰਹ ਮੁੰਜ ਵਾਂਗ ਕੁੱਟ ਸੁੱਟਿਆ। ਨਾਲ ਹੀ ਹਿਮਾਇਤੀ ਹਥਿਆਰਬੰਦ ਅਤੇ ਪੁਲਿਸ ਨੇ ਖਿਸਕਣਾ ਲੱਗਿਆਂ ਪਲ ਨਹੀਂ ਲਾਇਆ, ਸਗੋਂ ਚੌਧਰੀ ਕੁਟੀਂਦਾ ਛੱਡ ਕੇ ਲੀਕਾਂ ਤੋੜ ਗਏ। ਆਖਿਰ ਚੌਧਰੀ ਹਾੜੇ ਕੱਢ ਕੇ ਗੁਰੂ ਦਾ ਵਾਸਤਾ ਪਾ ਕੇ ਛੁੱਟਿਆ। ਮੂੰਹ ਸਿਰ ਸੁੱਜ ਕੇ ਸਜਰੇ ਆਵਿਓਂ ਉਤਰੇ ਦੌਰੇ ਵਰਗਾ ਹੋ ਗਿਆ। ਭਾਈ ਤਾਰਾ ਸਿੰਘ ਨੇ ਕਿਹਾ, ਚੌਧਰੀ, ਤੇਰੀ ਧੌਣ ਚੋਂ ਸਰਕਾਰੀ ਤਾਕਤ ਦੀ ਸ਼ਹਿ ਦਾ ਕਿੱਲਾ ਕੱਢ ਦਿੱਤਾ ਹੈ। ਤੇਰੀ ਇੱਕ ਸਰਕਾਰ ਲਾਹੌਰ ਅਤੇ ਦੂਜੀ ਵੱਡੀ ਸਰਕਾਰ ਦਿੱਲੀ ਹੈ। ਜਿਸ ਨੂੰ ਤੇਰਾ ਜੀ ਕਰੇ ਸਾਡੇ ਵੱਲੋਂ ਬੇਸ਼ੱਕ ਦੋਹਾਂ ਨੂੰ ਹੀ ਚੜ੍ਹਾ ਲਿਆ ਸਾਡੇ ਤੇ। ਜੇ ਤੂੰ ਵਾਕਿਆ ਹੀ ਆਪਣੇ ਪਿਓ ਦਾ ਪੁੱਤ ਹੈ ਤਾਂ ਆਪਣੀਆਂ ਘੋੜੀਆਂ ਲੱਭ ਕੇ ਮੁੜਾ ਕੇ ਵਿਖਾਵੀਂ। ਜਿੱਥੇ ਤੇਰਾ ਜ਼ੋਰ ਚੱਲਦਾ ਲਾ ਲੈ, ਅਸੀਂ ਗੁਰੂ ਦੀ ਕਿਰਪਾ ਨਾਲ ਇੱਥੇ ਹੀ ਗੱਜਾਂਗੇ। ਜਾ ਹੁਣ ਜਿੱਧਰ ਤੇਰਾ ਜੀ ਕਰਦਾ, ਨਿਕਲ ਜਾ ਇੱਥੋਂ। ਚੌਧਰੀ ਨੇ ਬੜੀ ਨੀਵੀਂ ਆਵਾਜ਼ ਅਤੇ ਡਾਢੀ ਨਿਮਰਤਾ ਨਾਲ ਕਿਹਾ, ਮੇਰੀ ਭੁੱਲ ਬਖਸ਼ੋ, ਮੈਂ ਕਿਤੇ ਨਹੀਂ ਜਾਣਾ। ਮੇਰੇ ਮੂੰਹੋਂ ਕਬੋਲ ਨਿਕਲੇ ਜਿਸ ਦਾ ਖਮਿਆਜਾ ਮੈਂ ਭੁਗਤ ਲਿਆ ਹੈ। ਮੈਂ ਤੁਹਾਡੇ ਸਿਰ ਆਉਣ ਜੋਗਾ ਨਹੀਂ। ਮੇਰਾ ਤੁਹਾਡੇ ਨਾਲ ਕੀ ਮੁਕਾਬਲਾ ਹੈ। ਮੇਰੀ ਭੁੱਲ ਬਖਸ਼ੋ। ਇਹ ਕਹਿੰਦਾ ਹੋਇਆ ਚਾਟੇ ਦੇ ਗੱਫੇ ਦਾ ਭੰਨਿਆ ਹੋਇਆ ਚੌਧਰੀ ਵਾੜਿਓਂ ਬਾਹਰ ਨਿਕਲ ਗਿਆ। ਵਾਂ ਪਿੰਡ ਕੋਕੂ ਵਿੱਥ ਤੇ ਉਸਦੇ ਸਾਥੀ ਭਾਲੂ ਖੜੇ ਉਡੀਕਦੇ ਸਨ ਅਤੇ ਵਿਚਾਰਾਂ ਪਏ ਕਰਦੇ ਸਨ ਕਿ ਵੇਖੀਏ ਚੌਧਰੀ ਜਿਉਂਦਾ ਬਚ ਕੇ ਆਉਂਦਾ ਵੀ ਹੈ ਕਿ ਨਹੀਂ। ਕੁਝ ਚਿਰ ਬਾਅਦ ਚੌਧਰੀ ਮੂੰਹ ਸਿਰ ਵਲੇਟੀ ਅਤੇ ਹੂੰਗਦਾ ਹੋਇਆ ਆ ਗਿਆ। ਪੁਲਿਸ ਅਤੇ ਸਾਥੀਆਂ ਨੇ ਪੁੱਛਿਆ, ਚੌਧਰੀ ਸਾਹਿਬ, ਹੁਣ ਕੀ ਕਰਨਾ ਹੈ, ਕਿੱਧਰ ਨੂੰ ਚੱਲਣਾ ਹੈ। ਉੱਥੇ ਤਾਂ ਚੌਧਰੀ ਕਹਿ ਆਇਆ ਸੀ ਕਿ ਉਹ ਕਿਧਰੇ ਨਹੀਂ ਜਾਂਦਾ, ਪਰ ਉਸਦੀ ਹਾਲਤ ਬੜੀ ਮੰਦੀ ਹੋਈ ਸੀ ਅਤੇ ਬੇਇੱਜ਼ਤੀ ਦਾ ਬਦਲਾ ਲੈਣ ਦੀ ਕਸਕ ਨੇ ਸਾਰਿਆਂ ਨੂੰ ਪੱਟੀ ਦੇ ਫੌਜਦਾਰ ਵੱਲ ਤੋਰ ਦਿੱਤਾ। ਸਭ ਹੋਈ ਭੋਈ ਦੱਸੀ। ਜਾਫਰ ਬੇਗ ਅਤੇ ਉਸਦਾ ਭਤੀਜਾ 80 ਕੁ ਸਵਾਰਾਂ ਅਤੇ ਪਿਆਦਿਆਂ ਦੀ ਨਫਰੀ ਚੜ੍ਹਾ ਲਿਆਇਆ। ਤੜਕਸਾਰ ਵਾਂ ਆਣ ਲੱਥੇ। ਉਹਨਾਂ ਦਾ ਇਰਾਦਾ ਸਿੰਘਾਂ ਨੂੰ ਸੁੱਤਿਆਂ ਹੀ ਦੱਬ ਲੈਣ ਦਾ ਸੀ। ਮੂੰਹ ਹਨੇਰੇ ਸਰਦਾਰ ਬਘੇਲ ਸਿੰਘ ਜੰਗਲ ਮੈਦਾਨ ਲਈ ਬਾਹਰ ਨਿਕਲਿਆ। ਓਪਰੀਆਂ ਮਨੁੱਖੀ ਆਵਾਜ਼ਾਂ ਦੀ ਵਿੜਕ ਲੈ ਕੇ ਲਲਕਾਰਿਆ ਕਿ ਕੌਣ ਹੋ ਤੁਸੀਂ ਇਸ ਵੇਲੇ ਇੱਥੇ। ਚੌਧਰੀ ਨੇ ਆਵਾਜ਼ ਪਛਾਣ ਕੇ ਫੌਜਦਾਰ ਨੂੰ ਕਿਹਾ ਕਿ ਸਾਰੇ ਪੁਆੜੇ ਦੀ ਜੜ ਇਹੋ ਜੇ ਬਘੇਲ ਸਿੰਘ। ਸਵਾਰਾਂ ਹੁਕਮ ਪਾ ਕੇ ਸਿੰਘ ਨੂੰ ਘੇਰਨਾ ਚਾਹਿਆ। ਉਹ ਇਹੋ ਜਿਹੇ ਮੌਕਿਆਂ ਨੂੰ ਭਾਲ ਕੇ ਲੱਭਣ ਵਾਲਾ ਇਸ ਧਾੜ ਨੂੰ ਕੀ ਸਮਝਦਾ ਸੀ। ਨਹੀਂ ਚਾਹਿਆ ਕਿ ਵਾੜੇ ਵੱਲ ਪਿਛਾਂਹ ਹਟੇ ਜਾਂ ਸਿੰਘਾਂ ਨੂੰ ਆਵਾਜ਼ਾਂ ਦੇਵੇ। ਜਦ ਗੋਲੀ ਦੱਗੀ ਪਤਾ ਲੱਗ ਹੀ ਜਾਣਾ ਹੈ। ਮੂਹਰੇ ਵਧੇ ਆਉਂਦੇ ਸਵਾਰ ਦੇ ਮੱਥੇ ਵਿੱਚ ਚਲਾਵਾਂ ਜਲ ਦਾ ਭਰਿਆ ਗੜਵਾ ਮਾਰਿਆ ਜੋ ਉਸਦੇ ਹੱਥ ਵਿੱਚ ਸੀ। ਬਘੇਲ ਸਿੰਘ 4-5 ਬੰਦਿਆਂ ਦੀ ਤਾਕਤ ਰੱਖਦਾ ਸੀ। ਐਸੇ ਬਲਵਾਨ ਬੰਦੇ ਦਾ ਚਲਾਇਆ ਗੜਵਾ ਥੈ ਮੱਥੇ ਵਿੱਚ ਵੱਜਾ ਅਤੇ ਸਵਾਰ ਘੋੜਿਓਂ ਉਲਟ ਕੇ ਭੁੰਜੇ ਆਣ ਡਿੱਗਾ। ਦੂਸਰੇ ਸਵਾਰ ਵੱਲ ਵੱਧ ਕੇ ਉਸਨੂੰ ਆਪਣੇ ਨੇਜੇ ਨਾਲ ਅਡੁੰਬ ਕੇ ਥੱਲੇ ਮਾਰਿਆ। ਸੰਘਣੇ ਰੁੱਖ ਤੇ ਉੱਤੋਂ ਹਨੇਰਾ। ਸਿੰਘ ਨੇ ਸ਼ੋਲੇ ਹੱਥ ਮਾਰ ਕੇ ਕਈ ਕਾਠੀਆਂ ਖਾਲੀ ਕਰ ਦਿੱਤੀਆਂ। ਘਾਇਲਾਂ ਦੀਆਂ ਚੀਕਾਂ ਅਤੇ ਸਵਾਰਾਂ ਦੇ ਲਲਕਾਰੇ, ਜਵਾਨੋ ਅੱਗੇ ਵਧੋ, ਘੇਰੋ, ਨਿਕਲ ਨਾ ਜਾਵੇ। ਬੜਾ ਰੌਲਾ ਮੱਚਿਆ। ਬਘੇਲ ਸਿੰਘ ਜੋ ਥਾਂ ਦਾ ਭੇਤੀ ਸੀ ਨੇ ਹਨੇਰੇ ਵਿੱਚ ਰੁੱਖਾਂ ਦੀ ਓਟ ਲੈ ਲਈ ਅਤੇ ਕਈ ਸਵਾਰ ਚੀਰ ਪਾੜ ਸੁੱਟੇ। ਇੰਨੇ ਨੂੰ ਪੈਦਲ ਬੰਦੂਕਚੀ ਪਹੁੰਚ ਗਏ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਆਵਾਜ਼ਾਂ ਅਤੇ ਹੁਣ ਵਾਲੇ ਖੜਕੇ ਨੂੰ ਸੁਣ ਕੇ ਵਾੜੇ ਵਾਲੇ ਸਿੰਘਾਂ ਵੀ ਜੈਕਾਰੇ ਛੱਡਦੇ ਹੋਏ ਨੱਸ ਆਏ। ਫੌਜ ਪਲ ਵੀ ਨਾ ਅੜੀ। ਜਿੱਧਰੋਂ ਆਏ ਸੀ ਉਧਰ ਹੀ ਤਿੱਤਰ ਬਿੱਤਰ ਹੋ ਗਈ। ਹਰਫਲੇ ਹੋਏ ਅਤੇ ਪਿਛਾਂਹ ਨੂੰ ਭੱਜੇ ਜਾਂਦੇ ਇੱਕ ਬੁਜ਼ਦਿਲ ਦੀ ਗੋਲੀ ਬਘੇਲ ਸਿੰਘ ਦੇ ਆਣ ਵੱਜੀ। ਫੱਟ ਬੜਾ ਕਾਰੀ ਸੀ, ਸੋ ਸਿੰਘ ਸ਼ਹੀਦੀ ਜਾਮਾ ਪੀ ਗਿਆ। ਜਾਫਰ ਬੇਗ ਅਤੇ ਉਸਦੇ ਭਗੌੜੇ ਸੈਨਿਕਾਂ ਨੇ ਮਾੜੀ ਕੰਬੋਕੀ ਜੋ 2 ਕੁ ਕੋਹ ਦੇ ਫਾਸਲੇ ਤੇ ਹੈ ਜਾ ਦਮ ਲਿਆ। ਇੱਥੋਂ ਨੰਬਰਦਾਰਾਂ ਨੂੰ ਗੱਡੇ ਦੇ ਕੇ ਵਾਂ ਘਲਾਇਆ ਕਿ ਸਾਡੇ ਮਰਨ ਵਾਲਿਆਂ ਦੀਆਂ ਲਾਸ਼ਾਂ ਲਿਆ ਦਿਓ। ਨੰਬਰਦਾਰਾਂ ਭਾਈ ਸਾਹਿਬ ਨੂੰ ਜਾ ਬੇਨਤੀ ਕੀਤੀ ਕਿ ਫੌਜਦਾਰ ਮਿੰਨਤਾਂ ਕਰਦਾ ਹੈ ਕਿ ਲਾਸ਼ਾਂ ਅਤੇ ਫੱਟੜ ਸਾਨੂੰ ਦੇ ਦਿੱਤੇ ਜਾਣ। ਲਾਸ਼ਾਂ ਅਤੇ ਜ਼ਖਮੀ ਹੋਏ ਸੈਨਿਕ ਚੁੱਕ ਕੇ ਲੈ ਜਾਣ ਦੀ ਆਗਿਆ ਪਾ ਕੇ ਨੰਬਰਦਾਰ ਨੇ ਇਹਨਾਂ ਨੂੰ ਲੱਦ ਕੇ ਮਾੜੀ ਕੰਬੋਕੀ ਲੈ ਆਂਦਾ। ਇੱਥੇ ਫੌਜਦਾਰ ਨੂੰ ਪਤਾ ਲੱਗਾ ਕਿ ਉਸਦਾ ਭਤੀਜਾ ਹਿੰਮਤ ਬੇਗ ਵੀ ਮਰਨ ਵਾਲਿਆਂ ਵਿੱਚ ਹੈ। ਫੌਜਦਾਰ ਨੇ ਬੜਾ ਸੋਗ ਮਨਾਇਆ।
ਲਾਸ਼ਾਂ ਹਾਥੀ ਤੇ ਲੱਦ ਕੇ ਲਾਹੌਰ ਲੈ ਜਾ ਕੇ ਜ਼ਕਰੀਆ ਖਾਂ, ਜੋ ਥੋੜਾ ਅਰਸਾ ਪਹਿਲਾਂ ਹੀ ਨਾਜ਼ਿਮ ਬਣਿਆ ਸੀ, ਦੇ ਮੂਹਰੇ ਲਿਆ ਰੱਖੀਆਂ ਅਤੇ ਸਾਰੀਆਂ ਗੱਲਾਂ ਬੜੀਆਂ ਵਧਾ ਚੜਾ ਕੇ ਦਸੀਆਂ। ਕਿਹਾ ਕਿ ਭਾਈ ਤਾਰਾ ਸਿੰਘ ਦੀ ਤਾਕਤ ਦੀ ਕੋਈ ਹਾਥ ਨਹੀਂ, ਛੇਤੀ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਵੇਲਾ ਹੱਥ ਨਹੀਂ ਆਉਣਾ। ਜ਼ਕਰੀਆ ਖਾਂ ਤਾਂ ਆਇਆ ਹੀ ਸਿੱਖਾਂ ਦੀ ਅਲਖ ਮਿਟਾਉਣ ਲਈ ਸੀ। ਝੱਟ ਤਿਆਰੀ ਦਾ ਹੁਕਮ ਦਿੱਤਾ। 4 ਤੋਪਾਂ, 24 ਛੋਟੀਆਂ ਤੋਪਾਂ, 3000 ਸਵਾਰ ਅਤੇ ਪੈਦਲਾਂ ਨੂੰ ਭਾਈ ਤਾਰਾ ਸਿੰਘ ਉੱਤੇ ਚੜ੍ਹਾਈ ਕਰਨ ਦਾ ਹੁਕਮ ਹੋ ਗਿਆ। ਲਾਹੌਰ ਵਿਖੇ ਜਦ ਤਿਆਰੀ ਹੋ ਰਹੀ ਸੀ ਤਾਂ ਇੱਕ ਹਜੂਰਾ ਸਿੰਘ ਨਾਵੇਂ ਮਿਲਵਰਤਨੀਏ ਸਿੱਖ ਨੇ ਵਾਂ ਪੁੱਜ ਕੇ ਸਾਰੀ ਗੱਲ ਭਾਈ ਤਾਰਾ ਸਿੰਘ ਨੂੰ ਆਣ ਦੱਸੀ ਅਤੇ ਬੇਨਤੀ ਕੀਤੀ ਕਿ ਲਾਹੌਰ ਦੀ ਸੰਗਤ ਦੀ ਰਾਏ ਤੇ ਬੇਨਤੀ ਹੈ ਕਿ ਵਾੜਿਓ ਤੁਸੀਂ 2-4 ਦਿਨ ਲਈ ਲਾਂਭ ਚਾਂਬ ਹੋ ਜਾਵੋ। ਫੌਜ ਆਵੇਗੀ ਅਤੇ ਝੱਖ ਮਾਰ ਕੇ ਵਾਪਸ ਮੁੜ ਜਾਵੇਗੀ। ਤੁਸੀਂ ਮੁੜ ਵਾੜੇ ਆ ਡੇਰਾ ਕਰਨਾ, ਬਚਾ ਕਰ ਲੈਣ ਵਿੱਚ ਕੋਈ ਹਰਜ ਨਹੀਂ। ਸਿੰਘ ਇਸ ਹਮਦਰਦੀ ਦੇ ਸਤਿਕਾਰ ਵਜੋਂ ਸਤਲੁਜੋਂ ਪਾਰ ਹੋਣ ਲਈ ਤੁਰ ਪਏ। ਉਸ ਵੇਲੇ 52 ਕੁ ਸਿੰਘ ਨਾਲ ਸਨ। ਸਤਲੁਜ ਉਸ ਵੇਲੇ ਬਹਾਦਰ ਨਗਰ ਦੇ ਬਿਲਕੁਲ ਨਾਲ ਵਗਦਾ ਸੀ ਅਤੇ ਇੱਥੇ ਪੱਤਣ ਪੈਂਦਾ ਸੀ। ਬੇੜੀ ਚੜ੍ਹਨ ਤੋਂ ਪਹਿਲਾਂ ਭਾਈ ਸਾਹਿਬ ਨੇ ਕਿਹਾ, ਵਾੜਾ ਮਾਲਕ ਦੇ ਹੁਕਮ ਤੋਂ ਬਿਨਾਂ ਹੀ ਛੱਡ ਕੇ ਆਪ ਮੁਹਾਰੇ ਹੀ ਆ ਗਏ ਹਾਂ। ਹੁਣ ਹੀ ਭੁੱਲ ਬਖਸ਼ਾ ਲਈਏ, ਹੁਕਮ ਲਈਏ ਕਿ ਉਸ ਦੀ ਕੀ ਰਜਾ ਹੈ। ਉਹਨਾਂ ਨੇ ਗਾਤਰੇ ਹਮੇਸ਼ਾ 10 ਗ੍ਰੰਥੀ ਹੁੰਦੀ ਸੀ, ਖੋਲ ਕੇ ਹੁਕਮਨਾਮਾ ਲਿਆ, ਜਿਸ ਦਾ ਭਾਵ ਅਰਥ ਇਹ ਸੀ ਕਿ ਜੋ ਕੁਝ ਹੋ ਰਿਹਾ ਹੈ ਅਤੇ ਅੱਗੇ ਹੋਵੇਗਾ ਸਭ ਕੁਝ ਮਾਲਕ ਦੇ ਭਾਣੇ ਵਿੱਚ ਹੈ। ਜੇ ਕੋਈ ਚਾਹੇ ਕਿ ਮੌਤ ਤੋਂ ਬਚਾ ਲਈ ਕਿਸੇ ਕੂਟ ਨਸ ਕੇ ਬਚ ਜਾਵੇ, ਇਹ ਨਹੀਂ ਹੋ ਸਕਦਾ। ਭਾਈ ਤਾਰਾ ਸਿੰਘ ਨੇ ਕਿਹਾ, ਜੋ ਹੁਕਮਨਾਮਾ ਬਖਸ਼ਿਸ਼ ਹੋਇਆ ਬਿਲਕੁਲ ਸਾਫ਼ ਸਪਸ਼ਟ ਹੈ ਕਿ ਅਸੀਂ ਅੱਗੇ ਨਹੀਂ ਜਾ ਸਕਦੇ। ਅਸੀਂ ਤਾਂ ਇੱਥੇ ਵਾਪਸ ਮੁੜਦੇ ਹਾਂ। ਜਿਸ ਦਾ ਜੀ ਕਰਦਾ ਹੈ ਅੱਗੇ ਚਲਿਆ ਜਾਵੇ, ਜਿਸ ਨੇ ਸਾਡੇ ਨਾਲ ਸ਼ਹਾਦਤ ਪ੍ਰਾਪਤ ਕਰਨੀ ਹੈ ਖੁਸ਼ੀ ਨਾਲ ਆਵੇ। ਉਸ ਨਾਲ 19 ਸਿੰਘ ਵਾਪਸ ਵਾਂ ਮੁੜ ਆਏ, ਬਾਕੀ ਸਤਲੁਜੋਂ ਪਾਰ ਲੰਘ ਗਏ। ਇੱਥੇ ਆ ਕੇ ਉਹ ਮੁਗਲ ਫੌਜ ਦੀ ਉਡੀਕ ਵਿੱਚ ਬੈਠ ਗਏ। ਆਸ-ਪਾਸ ਦਿਆਂ ਲੋਕਾਂ ਨੂੰ ਦਿਸਦਾ ਸੀ ਕਿ ਭਾਣਾ ਬੀਤ ਕੇ ਰਹਿਣਾ ਹੈ। ਸਾਰੇ ਆ ਕਹਿਣ ਕਿ ਸਿੰਘੋ ਕੁਝ ਦਿਨ ਲਈ ਟਿਕਾਣਾ ਹੋਰ ਕਿਤੇ ਕਰ ਲਵੋ, ਪਰ ਉਹ ਸ਼ਹਾਦਤ ਲਈ ਦ੍ਰਿੜ ਸਨ। ਲਾਹੌਰੋਂ ਚੜ੍ਹ ਕੇ ਆਉਣ ਵਾਲੀ ਫੌਜ ਦਾ ਕਮਾਂਡਰ ਮੋਮਨ ਖਾਨ ਸੀ। ਜਦ ਇਹ ਫੌਜ ਪਿੰਡ ਜਾਮਣ ਲਾਗੇ ਪੁੱਜੀ ਤਾਂ ਅੱਗੋਂ ਖਵਿੰਡ ਦੇ ਨੰਬਰਦਾਰ ਨੇ ਇਸ ਨੂੰ ਕੁਰਾਹੇ ਪਾ ਕੇ ਪਿੰਡ ਡੱਲ ਵੱਲ ਤੋਰ ਦਿੱਤਾ ਅਤੇ ਆਪਣੇ ਭਰਾ ਨੂੰ ਅਗਲਵਾਂਢੀ ਵਾਂ ਭੇਜ ਕੇ ਵਾੜੇ ਵਾਲਿਆਂ ਸਿੰਘਾਂ ਨੂੰ ਖਬਰ ਦੇ ਦਿੱਤੀ ਕਿ ਫੌਜ ਪੁੱਜ ਚੁੱਕੀ ਹੈ ਅਤੇ ਤੁਸੀਂ ਆਸਾ ਪਾਸਾ ਕਰ ਲਵੋ। ਫਿਰ ਇੱਕ ਫੌਜ ਦਾ ਪਠਾਨ ਸਿਪਾਹੀ ਵੀ ਅੱਖ ਬਚਾ ਕੇ ਵਾਂ ਭਾਈ ਤਾਰਾ ਸਿੰਘ ਪਾਸ ਪੁੱਜਾ ਅਤੇ ਕਿਹਾ, ਸਿੰਘੋ ਸਰਦਾਰੋ, ਤੁਸੀਂ ਕੁਝ ਸਮੇਂ ਲਈ ਇਕਲਵਾਜੇ ਚਲੇ ਜਾਵੋ। ਫੌਜ ਨੇ ਇੱਥੇ ਬਹੁਤ ਚਿਰ ਠਹਿਰਨਾ ਨਹੀਂ, ਤੁਸੀਂ ਫਿਰ ਆ ਜਾਣਾ। ਦਿੱਲੀ ਹਮਦਰਦੀ ਕਰਕੇ ਮੈਂ ਤੁਹਾਡੇ ਪਾਸ ਆਇਆ ਹਾਂ। ਭਾਈ ਤਾਰਾ ਸਿੰਘ ਨੇ ਉਸ ਬੁੱਢੇ ਅਤੇ ਨੇਕ ਦਿਲ ਪਠਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼ਹਾਦਤ ਦਾ ਮੌਕਾ ਹੱਥੋਂ ਗਵਾਉਣਾ ਅਸੀਂ ਉਚਿਤ ਨਹੀਂ ਸਮਝਦੇ। ਹਾਂ, ਤੁਸੀਂ ਖਾਤਰ ਜਮਾ ਰੱਖੋ, ਲੜਾਈ ਵਿੱਚ ਅਸੀਂ ਤੁਹਾਡੇ ਵਰਗੇ ਸਾਊ ਅਤੇ ਨੇਕ ਦਿਲ ਬਜ਼ੁਰਗ ਤੇ ਵਾਰ ਨਹੀਂ ਕਰਾਂਗੇ। ਤੁਸੀਂ ਹੁਣ ਛੇਤੀ ਸੂਰਜ ਦਾ ਚਾਨਣ ਹੋਣ ਤੋਂ ਪਹਿਲਾਂ ਵਾਪਸ ਆਪਣੀ ਫੌਜ ਵਿੱਚ ਚਲੇ ਜਾਵੋ। ਐਸਾ ਨਾ ਹੋਵੇ ਕਿ ਸਾਡੇ ਨਾਲ ਇਸ ਹਮਦਰਦੀ ਕਾਰਨ ਤੁਸੀਂ ਕਿਸੇ ਮੁਸੀਬਤ ਵਿੱਚ ਫਸ ਜਾਵੋ। ਤੁਹਾਨੂੰ ਕੋਈ ਤਕਲੀਫ ਆਈ ਤਾਂ ਸਾਨੂੰ ਬਹੁਤ ਦੁੱਖ ਹੋਵੇਗਾ। ਲਾਚਾਰ ਇਹ ਨੇਕ ਪਠਾਨ ਸਿਪਾਹੀ ਵਾਪਸ ਫੌਜ ਵਿੱਚ ਜਾ ਮਿਲਿਆ। ਸਾਰਿਆਂ ਸਿੰਘਾਂ ਨੂੰ ਭਾਈ ਸਾਹਿਬ ਨੇ ਹੱਥੀਂ ਕੇਸੀ ਇਸ਼ਨਾਨ ਕਰਵਾ ਕੇ ਸ਼ਹੀਦੀ ਬਾਣੀ ਪਹਿਨਾਏ, ਅਰਦਾਸ ਕਰਕੇ ਜਕਾਰੇ ਛੱਡੇ ਅਤੇ ਧੌਂਸੇ ਉੱਤੇ ਚੋਟ ਲਾ ਦਿੱਤੀ। ਫੌਜ ਜੋ ਪਿੰਡ ਡੱਲ ਘੇਰੀ ਬੈਠੀ ਸੀ, ਆਵਾਜ਼ ਸੁਣ ਕੇ ਉਸੇ ਵੇਲੇ ਮਾਰੂ ਮਾਰ ਕਰਦੀ ਪਿੰਡ ਵਾਹ ਆਣ ਪੁੱਜੀ ਅਤੇ ਆਉਂਦਿਆਂ ਲੜਾਈ ਸ਼ੁਰੂ ਹੋ ਗਈ। ਫੌਜ ਨੇ ਹਿੱਛ ਹੱਲੇ ਕੀਤੇ, ਪਰ ਸਿੰਘਾਂ ਨੇ ਥੋੜ੍ਹੀ ਗਿਣਤੀ ਵਿੱਚ ਹੁੰਦਿਆਂ ਹੋਇਆਂ ਵੀ ਸਾਰੇ ਹੱਲੇ ਪੁੱਠੇ ਪੈਰੀਂ ਪਿਛਾਂਹ ਧੱਕ ਦਿੱਤੇ। ਤਕੀ ਬੇਗ ਭਾਈ ਤਾਰਾ ਸਿੰਘ ਹੱਥੋਂ ਬਰਸ਼ਾ ਮੂੰਹ ਵਿੱਚ ਖਾ ਕੇ ਪਿਛਾਂਹ ਮੁੜਿਆ। ਇਸ ਨੂੰ ਆਪਣੇ ਜਰਾ ਬਖਤਰ ਤੇ ਮਾਣ ਸੀ, ਕਿਉਂਕਿ ਸਿਰ ਤੋਂ ਪੈਰਾਂ ਤੀਕ ਲੋਹੇ ਵਿੱਚ ਮੜਿਆ ਹੋਇਆ ਸਮਝਦਾ ਸੀ ਕਿ ਦੁਸ਼ਮਣ ਉਸ ਦਾ ਕੁਝ ਨਹੀਂ ਵਿਗਾੜ ਸਕਦੇ। ਪਰ ਇਸ ਨੂੰ ਅਜਲ ਘੇਰ ਕੇ ਭਾਈ ਤਾਰਾ ਸਿੰਘ ਦੇ ਸਾਹਮਣੇ ਲੈ ਆਈ। ਤਕੀ ਬੇਗ ਦਾ ਮੂੰਹ ਨੰਗਾ ਸੀ, ਜੋ ਭਾਈ ਤਾਰਾ ਸਿੰਘ ਦੀ ਨਿਗਾਹ ਪੈ ਗਿਆ। ਅੱਗੇ ਵਧ ਕੇ ਨੇਜਾ ਤੋਲ ਕੇ ਐਸਾ ਭਰਪੂਰ ਹੱਥ ਮਾਰਿਆ ਕਿ ਨੇਜੇ ਦੀ ਅਣੀ
ਮੂੰਹ ਥਾਣੀ ਗਿੱਚ ਵਿੱਚ ਜਾ ਨਿਕਲੀ। ਖੂਨ ਦਾ ਫੁਹਾਰਾ ਛੁੱਟ ਪਿਆ। ਲਹੂ ਲੁਹਾਨ ਮੂੰਹ ਲੈ ਕੇ ਜਦ ਪਿਛਾਂਹ ਹਟਿਆ ਤਾਂ ਮੋਮਨ ਖਾਨ ਨੇ ਜਦ ਤੱਕਿਆ ਤਾਂ ਮਖੌਲ ਨਾਲ ਕਿਹਾ ਕਿ ਖਾਨ ਸਾਹਿਬ ਪਾਨ ਖਾ ਰਹੇ ਹੋ। ਇਹ ਜ਼ਖਮ ਤੇ ਲੂਣ ਪਾਉਣ ਵਾਲੀ ਗੱਲ ਸੀ। ਉਸ ਅੱਗੋਂ ਸੜੇ ਹੋਏ ਨੇ ਕਿਹਾ, ਹਾਂ ਪਾਨ ਹੀ ਖਾ ਰਿਹਾ ਹਾਂ। ਤੁਹਾਡਾ ਵੀ ਜੀ ਕਰਦਾ ਤਾਂ ਅੱਗੇ ਹੋ ਕੇ ਲੈ ਲਓ। ਤਾਰਾ ਸਿੰਘ ਪਾਨ ਬੀੜੇ ਵੰਡਦਾ ਪਿਆ ਜੇ। ਇਸੇ ਜ਼ਖਮ ਨਾਲ ਤਕੀ ਬੇਗ ਮਰਿਆ। ਦੋਹੀਂ ਪਾਸੀਂ ਘਾਣ ਲੱਥ ਗਏ। ਇਹ ਅਸਾਵੀਂ ਲੜਾਈ ਸਾਰਾ ਦਿਨ ਸੂਰਜ ਛਿਪਣ ਤੱਕ ਜਾਰੀ ਰਹੀ। ਲਾਹੌਰੀ ਫੌਜ ਤੌਬਾ ਤੌਬਾ ਬੋਲ ਉੱਠੀ। ਉਹਨਾਂ ਨੂੰ ਮਾਣ ਸੀ ਕਿ ਜਾਂਦਿਆਂ ਹੀ ਨੱਪ ਲਵਾਂਗੇ, ਪਰ ਜਦੋਂ ਸਾਹਮਣਿਓਂ ਠੁੱਕਣ ਲੱਗ ਪਈਆਂ ਤਾਂ 14 ਤਬਕ ਰੌਸ਼ਨ ਹੋ ਗਏ। ਵਾੜੇ ਦੇ ਦੁਆਲੇ ਜੰਡ, ਰੇਰੂ, ਕਰੀਰ ਅਤੇ ਬਹੁਤ ਮੱਲਾ ਸੀ, ਜਿਨ੍ਹਾਂ ਨੇ ਸਿੰਘਾਂ ਦੀ ਬਹੁਤ ਸਹਾਇਤਾ ਕੀਤੀ। ਪਾਣੀ ਵਾਲੀ ਢਾਬ ਦੇ ਲਾਗੇ ਸਿੰਘਾਂ ਨੇ ਸੈਨਾ ਨੂੰ ਢੁਕਣ ਨਾ ਦਿੱਤਾ। ਲੜਾਈ ਦਾ ਰੌਲਾ ਸੁਣ ਕੇ ਪਿੰਡ ਕਰਬਾਠਾਂ ਦੇ 2 ਭਰਾ ਜੋ ਗੱਡਾ ਲੈ ਕੇ ਖੇਤਾਂ ਵਿੱਚ ਪਾਉਣ ਲਈ ਕਲਰ ਇਕੱਠਾ ਕਰਨ ਆਏ ਸਨ, ਪਤਾ ਲੱਗਣ ਤੇ ਕਿ ਫੌਜ ਨੇ ਸਿੰਘਾਂ ਤੇ ਹਮਲਾ ਕਰ ਦਿੱਤਾ ਹੈ, ਸਭ ਕੁਝ ਛੱਡ ਕੇ ਸਿੰਘਾਂ ਵਿੱਚ ਆਣ ਮਿਲੇ ਅਤੇ ਇੱਥੇ ਹੀ ਨਾਲ ਹੀ ਸ਼ਹੀਦ ਹੋ ਗਏ। ਇੱਧਰ ਭਾਈ ਤਾਰਾ ਸਿੰਘ ਨਾਲ ਇੱਕ ਸਿੰਘ ਅਤੇ ਦੂਜੇ ਪਾਸੇ ਤੋਪਖਾਨਾ ਅਤੇ ਸਿਪਾਹੀਆਂ ਦਾ ਟਿੱਡੀ ਦਲ। ਸੋ ਇਸ ਕਿਸਮ ਦੀ ਅਸਾਵੀਂ ਲੜਾਈ ਕਿੰਨਾ ਕੁ ਚਿਰ ਚੱਲਦੀ। ਇੱਕ ਇੱਕ ਕਰਕੇ ਅਤੇ ਕਈਆਂ ਨੂੰ ਥਾਂ ਰੱਖ ਕੇ ਸਿੰਘ ਸ਼ਹੀਦ ਹੁੰਦੇ ਗਏ। ਸਭ ਤੋਂ ਅਖੀਰ ਵਿੱਚ ਸ਼ਹੀਦ ਹੋਣ ਵਾਲਾ ਭਾਈ ਤਾਰਾ ਸਿੰਘ ਸੀ। ਸਾਰਾ ਸਰੀਰ ਜ਼ਖਮਾਂ ਨਾਲ ਚੂਰ ਹੋਇਆ ਪਿਆ ਸੀ, ਪਰ ਅਜੇ ਵੀ ਨੇਜਾ ਹੱਥ ਵਿੱਚ ਲਈ ਲਾਗੇ ਢੁਕਣ ਵਾਲਿਆਂ ਨੂੰ ਧੁਰ ਦੇ ਪਰਵਾਨੇ ਦੇਈ ਜਾ ਰਿਹਾ ਸੀ। ਹਾਥੀ ਅੱਗੇ ਕਰਕੇ ਵੱਡੀ ਗਿਣਤੀ ਨੇ ਸੱਜਿਓਂ ਖੱਬਿਓਂ ਇਸ ਇੱਕ ਆਦਮੀ ਤੇ ਹੱਲਾ ਬੋਲਿਆ। ਦੀਵਾ ਬੁਝਣ ਤੋਂ ਪਹਿਲਾਂ ਉਸ ਦੀ ਲਾਟ ਉਤਾਂਹ ਨੂੰ ਉੱਭਰਦੀ ਹੈ ਅਤੇ ਫਿਰ ਉਹ ਇੱਕਦਮ ਸਮਾਪਤ ਹੋ ਜਾਂਦੀ ਹੈ। ਅੰਤ ਸਮਾਂ ਨੇੜੇ ਢੁੱਕ ਚੁੱਕਾ ਸੀ। ਭਾਈ ਤਾਰਾ ਸਿੰਘ ਹੁਣ ਇਸ ਵੇਲੇ ਖੂਨ ਨੁੱਚੜ ਚੁੱਕਣ ਦੇ ਬਾਵਜੂਦ ਵੈਰੀਆਂ ਨਾਲ ਮਲਕਲ ਮੌਤ ਬਣਿਆ ਹੋਇਆ ਸੀ। ਠਰਮੇ ਨਾਲ ਵਾਰ ਝੱਲ ਰਿਹਾ ਤੇ ਫੱਟ ਖਾ ਰਿਹਾ ਸੀ। ਦਸ਼ਮੇਸ਼ ਜੀ ਦੇ ਮਹਾਵਾਕ ਜਬ ਆਵ ਕੀ ਔਦੌਣ ਨਿਧਾਨ ਬਣੇ ਅਤ ਹੀ ਰਨ ਮੇ ਤਬ ਜੂਝ ਮਰੋ ਅਨੁਸਾਰ ਸਿੰਘ ਪੁਰਜਾ ਪੁਰਜਾ ਹੋ ਕੇ ਡਿੱਗਾ। ਸੂਰਮੇ ਮੰਜੀਆਂ ਤੇ ਅੱਡੀਆਂ ਰਗੜ ਰਗੜ ਕੇ ਨਹੀਂ ਮਰਿਆ ਕਰਦੇ। ਜੰਗ ਦੇ ਮੈਦਾਨ ਵਿੱਚ ਉਹਨਾਂ ਦੀ ਆਖਰੀ ਸੇਜ ਹੋਇਆ ਕਰਦੀ ਹੈ। ਵਾੜਿਓਂ ਬਾਹਰ ਲਹੂ ਮਿੱਝ ਨਾਲ ਲੱਥਪੱਥ ਹੋਈ ਅੰਤਲੀ ਸੇਜ ਉੱਤੇ ਵੈਰੀ ਦੀਆਂ ਲਾਸ਼ਾਂ ਨਾਲ ਪੈ ਗਿਆ। ਨੇਜਾ ਅਜੇ ਵੀ ਉਸਦੇ ਹੱਥ ਵਿੱਚ ਸੀ। ਜਾਪਦਾ ਸੀ ਭੁੱਕ ਕੇ ਉੱਠਿਆ ਕੀ ਉੱਠਿਆ। ਕਈ ਪਲ ਦੁਸ਼ਮਣਾਂ ਲਾਗੇ ਨਹੀਂ ਟੁਕਿਆ। ਫੱਗਣ ਦੇ ਡੁੱਬਦੇ ਸੂਰਜ ਦੀ ਲਾਲੀ ਲਾਲੋ ਲਾਲ ਹੋਏ ਮੈਦਾਨ ਨੂੰ ਆਪਣੀ ਸ਼ਰਧਾਂਜਲੀ ਭੇਟ ਕਰ ਰਹੀ ਸੀ। ਇਹ ਘਟਨਾ ਫੱਗਣ 1726 ਈਸਵੀ ਦੀ ਹੈ। ਨੋਟ: ਐਡੇ ਵੱਡੇ ਟਿੱਡੀ ਦਲ ਨਾਲ ਸਾਰਾ ਦਿਨ ਲੜਨਾ ਅਤੇ ਉਸਨੂੰ ਵਾੜੇ ਲਾਗੇ ਨਾ ਢੁਕਣ ਦੇਣਾ। ਇਸ ਗੱਲ ਨੂੰ ਕਈ ਸ਼ੱਕ ਦੀ ਨਿਗਾਹ ਨਾਲ ਵੇਖਣਗੇ। ਕੋਈ ਇਸਨੂੰ ਅਤਕਥ ਨਹੀਂ ਕਹਿਣਗੇ। ਲੜਾਈਆਂ ਗਿਣਤੀਆਂ ਅਤੇ ਨਿਰੇ ਹਥਿਆਰਾਂ ਨਾਲ ਨਹੀਂ ਲੜੀਆਂ ਜਾਂਦੀਆਂ। ਇਸ ਲਈ ਚੜ੍ਹਦੀ ਕਲਾ, ਹੌਸਲਾ, ਦਲੇਰੀ, ਨਿਡਰਤਾ, ਲੜਾਈ ਦੇ ਉਦੇਸ਼ ਨਾਲ ਪਿਆਰ ਅਤੇ ਯੋਗ ਆਗੂ ਦੀ ਅਗਵਾਈ ਜੋ ਮੂਹਰਲੀਆਂ ਸਫ਼ਾਂ ਵਿੱਚ ਹੋ ਕੇ ਲੜੇ ਦੀ ਲੋੜ ਹੁੰਦੀ ਹੈ। ਲੜਾਈ ਨੂੰ ਕਿੰਨਾ ਸਮਾਂ ਲੱਗੇਗਾ ਇਸ ਦੀ ਕੋਈ ਪਾਬੰਦੀ ਨਹੀਂ ਹੁੰਦੀ। ਭਾਈ ਤਾਰਾ ਸਿੰਘ ਅਤੇ ਇਸ ਦੇ ਸਾਥੀ ਸਿੰਘਾਂ ਵਿੱਚ ਉੱਪਰਲੇ ਸਾਰੇ ਗੁਣ ਵੱਧ ਚੜ੍ਹ ਕੇ ਸਨ। ਇਸ ਤੋਂ 22 ਅਤੇ 23 ਸਾਲ ਪਹਿਲਾਂ ਚਮਕੌਰ ਅਤੇ ਮੁਕਤਸਰ ਦੀਆਂ ਲੜਾਈਆਂ ਵਿੱਚ ਇਹਨਾਂ ਜੋਰਾਂ ਦੇ ਬੜੇ ਵੱਡੇ ਪੈਮਾਨੇ ਤੇ ਪ੍ਰਦਰਸ਼ਨਕਾਰੀ ਹੋਈ ਸੀ। 21 ਸੂਰਮਿਆਂ ਦਾ ਐਡੀ ਵੱਡੀ ਫੌਜ ਨੂੰ ਪੂਰਾ ਦਿਨ ਡੱਕ ਛੱਡਣਾ ਅਤੇ ਆਪਣੇ ਨਾਲੋਂ ਕਈ ਗੁਣਾ ਵੱਧ ਨੂੰ ਮਾਰ ਕੇ ਮਰਨਾ ਕੋਈ ਅਚੰਭਾ ਜਾਂ ਅਤਕਥਨੀ ਨਹੀਂ। ਅੱਜ ਦੇ ਦੌਰ ਵਿੱਚ ਵੀ ਇਹੋ ਕੁਝ ਵੇਖਣ ਵਿੱਚ ਆ ਰਿਹਾ ਹੈ। 2 ਕੁ ਸਾਲ ਪਹਿਲਾਂ ਹੋਏ ਲਾਲੂ ਘੁੰਮਣ ਤਰਨ ਤਾਰਨ ਸਿੱਖ ਖੜਕੂਆਂ ਨਾਲ ਪੁਲਿਸ ਮੁਕਾਬਲਾ ਹੋਇਆ, ਜੋ ਇੱਕ ਦਿਨ ਅਤੇ ਰਾਤ ਚੱਲਦਾ ਰਿਹਾ। ਡਿਆਲਾਂ ਵਿਖੇ ਪਿਛਲੇ ਸਾਲ ਮੁਕਾਬਲਾ ਹੋਇਆ। ਸਾਰਾ 6-7 ਕਨਾਲਾਂ ਕਮਾਦ ਪੁਲਿਸ CRPF ਦਾ ਕੋਈ ਹਿਸਾਬ ਨਾ। ਅੰਦਰ ਪੋਟਿਆਂ ਤੇ ਗਿਣੇ ਜਾਣ ਵਾਲੇ ਟਾਕਰਾ 60 ਘੰਟਿਆਂ ਤੋਂ ਵੀ ਉੱਤੇ ਚੱਲਿਆ। ਰਟੌਲਾਂ ਵਿਖੇ ਪਿਛਲੇ ਸਾਲ ਕੀ ਕੁਝ ਬਣਿਆ, ਸਮੇਂ ਅਤੇ ਨਤੀਜੇ ਦੇ ਵਿਸਥਾਰ ਦੀ ਲੋੜ ਨਹੀਂ। 8 ਜੂਨ 1992 ਨੂੰ ਪਿੰਡ ਬਹਿਲਾਂ ਜੋ ਰਟੌਲਾਂ ਦੇ ਹੀ ਲਾਗੇ ਹੈ, ਕਿਹੋ ਜਿਹਾ ਮੁਕਾਬਲਾ ਅਤੇ
ਕਿੰਨੇ ਘੰਟੇ ਚੱਲਿਆ ਅਤੇ ਉਸ ਵਿੱਚ ਹਿੱਸਾ ਕਿਹੜੀਆਂ ਫੋਰਸਾਂ ਨੇ ਲਿਆ ਅਤੇ ਅੰਦਰ ਅਸਲ ਲੜਾਕੇ ਕਿੰਨੇ ਸਨ। ਕਿਸੇ ਤੋਂ ਸੱਚ ਛਿਪਿਆ ਨਹੀਂ। ਅੱਜ ਤੋਂ ਕੁਝ ਸਾਲਾਂ ਨੂੰ ਜਾ ਕੇ ਇਹ ਮੁਕਾਬਲੇ ਵੀ ਸ਼ਾਇਦ ਅਤਕਥਨੀ ਬਣ ਜਾਣ। ਹਕੀਕਤ ਇਹ ਹੈ ਕਿ ਵਾਂ ਵਾਲਾ ਸਾਕਾ ਬਿਲਕੁਲ ਕੋਈ ਗਲਤ ਬਿਆਨੀ ਜਾਂ ਅਤਕਥਨੀ ਨਹੀਂ। ਜਿੱਥੇ ਜਿੱਥੇ ਉਤਲੀ ਸਪਿਰਿਟ ਨਾਲ ਕੋਈ ਲੜੇਗਾ, ਨਤੀਜੇ ਐਸੇ ਹੀ ਨਿਕਲਣਗੇ ਜਿਨ੍ਹਾਂ ਨੂੰ ਅਕਲ ਛੇਤੀ ਛੇਤੀ ਮੰਨਣੋਂ ਅਸਮਰੱਥ ਹੋਵੇਗੀ। ਫੌਜ ਨੇ ਰਾਤ ਇੱਥੇ ਪੜਾਅ ਕੀਤਾ। ਭਾਈ ਤਾਰਾ ਸਿੰਘ ਨਾਲ ਸ਼ਹੀਦ ਹੋਏ ਸਿੰਘਾਂ ਦੇ ਸਿਰ ਵੱਢ ਕੇ ਬੋਰੀਆਂ ਵਿੱਚ ਪਾ ਲਏ। ਸਵੇਰੇ ਮੁਰਦੇ ਦਬਾ ਕੇ ਮੋਮਨ ਖਾਂ ਲਾਹੌਰ ਅੱਪੜਿਆ। ਸ਼ਹੀਦ ਹੋਏ ਸਿੰਘਾਂ ਦੇ ਸਿਰ ਜ਼ਕਰੀਆ ਖਾਨ ਦੇ ਪੇਸ਼ ਕੀਤੇ ਗਏ। ਲੜਾਈ ਵਿੱਚ ਹੋਏ ਜਾਨੀ ਨੁਕਸਾਨ ਦੀ ਜਦ ਤਫਸੀਲ ਦੱਸੀ ਤਾਂ ਜ਼ਕਰੀਆ ਖਾਨ ਦੀ ਸਾਰੀ ਖੁਸ਼ੀ ਉੱਡ ਗਈ। ਸਿਰਫ ਇੰਨਾ ਮੂੰਹੋਂ ਨਿਕਲਿਆ, ਯਾ ਖੁਦਾ, ਇਹ ਲੋਕ ਕਾਹਦੇ ਬਣੇ ਹੋਏ ਹਨ। ਪੰਜਾਬ ਦਾ ਗਵਰਨਰ ਬਣਨ ਤੋਂ ਬਾਅਦ ਜ਼ਕਰੀਆ ਖਾਨ ਵੱਲੋਂ ਸਿੱਖਾਂ ਨੂੰ ਇਹ ਪਹਿਲਾ ਵੱਡਾ ਤੋਹਫਾ ਸੀ। ਭਾਈ ਤਾਰਾ ਸਿੰਘ ਵਾਂ ਦੀ ਸ਼ਹੀਦੀ ਦਾ ਸਿੰਘਾਂ ਵੱਲੋਂ ਪ੍ਰਤੀਕਰਮ। ਲਾਹੌਰੀ ਫੌਜਾਂ ਦੇ ਭਾਈ ਤਾਰਾ ਸਿੰਘ ਵਾਂ ਉੱਤੇ ਹਮਲੇ। ਸਾਰਾ ਦਿਨ ਘਸਮਾਣ ਦੀ ਲੜਾਈ। 21 ਸਿੰਘਾਂ ਨਾਲ ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਅਤੇ ਉਸਦੇ ਵਾੜੇ ਨੂੰ ਤਬਾਹ ਕਰਨ ਦੀ ਖਬਰ ਪੰਜਾਬ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਦੂਰ ਨੇੜੇ ਜਿੱਥੇ ਜਿੱਥੇ ਸਿੱਖ ਆਪਣਿਆਂ ਘੋਰਨਿਆਂ ਵਿੱਚ ਬੈਠੇ ਸਨ, ਉਹਨਾਂ ਨੇ ਜਦ ਇਸ ਸਾਕੇ ਦੀ ਖਬਰ ਸੁਣੀ ਤਾਂ ਬਹੁਤ ਰੋਹ ਚੜ੍ਹਿਆ। ਭਾਈ ਤਾਰਾ ਸਿੰਘ ਦਾ ਸਿੱਖਾਂ ਵਿੱਚ ਬੜਾ ਮਾਣ ਸਤਿਕਾਰ ਸੀ। ਸਿੰਘ ਉਹਨਾਂ ਨੂੰ ਪੂਜਨੀਕ ਹਸਤੀ ਸਮਝਦੇ ਸਨ। ਜ਼ਕਰੀਆ ਖਾਨ ਫੌਜ ਨੂੰ ਉਹਨਾਂ ਤੇ ਚੜ੍ਹਾ ਕੇ ਅਜਿਹਾ ਨੀਚ ਕਾਰਾ ਕਰੇ, ਸਿੰਘ ਕਿਵੇਂ ਜਰ ਸਕਦੇ ਸਨ। ਖਾਲਸਾ ਪੰਥ ਭੜਕ ਉੱਠਿਆ ਅਤੇ ਹਜ਼ਾਰਾਂ ਸਿੰਘ ਗੁਰਮਤਾ ਕਰਨ ਲਈ ਅੰਮ੍ਰਿਤਸਰ ਆਣ ਇਕੱਠੇ ਹੋਏ। ਸਾਰਿਆਂ ਮਿਲ ਕੇ ਇਹ ਫੈਸਲਾ ਕੀਤਾ ਕਿ ਮੁਗਲ ਰਾਜ ਲਈ ਕਿਆਮਤ ਖੜੀ ਕਰ ਦਿੱਤੀ ਜਾਵੇ। ਜ਼ਕਰੀਆ ਖਾਨ ਦੇ ਹਿਮਾਇਤੀ ਜ਼ਮੀਂਦਾਰ, ਸਰਕਾਰ ਦੇ ਖੈਰ ਖਾਂ, ਮੁਖਬਰਾਂ, ਚੁਗਲਾਂ, ਮੁਲਾਣਿਆਂ ਅਤੇ ਕਾਜ਼ੀਆਂ ਦੀ ਤਬਾਹੀ ਕੀਤੀ ਜਾਵੇ। ਦੇਸ਼ ਵਿੱਚ ਲੁੱਟ-ਮਾਰ ਜ਼ੋਰਾਂ ਤੇ ਕੀਤੀ ਜਾਵੇ ਅਤੇ ਕਿਸੇ ਵੀ ਸਰਕਾਰ ਪੱਖੀ ਨੂੰ ਬਖਸ਼ਿਆ ਨਾ ਜਾਵੇ। ਲਾਹੌਰ ਅਤੇ ਦਿੱਲੀ ਵੱਲ ਨੂੰ ਜਾਂਦੇ ਸ਼ਾਹੀ ਖਜ਼ਾਨਿਆਂ ਤੇ ਹੱਥ ਸਾਫ਼ ਕੀਤਾ ਜਾਵੇ। ਸ਼ਾਹੀ ਸਾਜੋ ਸਮਾਨ, ਖਾਸ ਕਰ ਘੋੜਿਆਂ ਦੇ ਸੌਦਾਗਰਾਂ ਦੇ ਕਾਫਲੇ ਕਸ਼ਮੀਰ, ਕਾਬਲ ਅਤੇ ਕੰਧਾਰ ਵੱਲੋਂ ਆਉਂਦੇ ਅਤੇ ਇੱਧਰ ਜਾਂਦੇ ਕਾਫਲੇ ਸੁੱਕੇ ਨਾ ਛੱਡੇ ਜਾਣ। 200 ਤੋਂ ਲੈ ਕੇ 300 ਤੱਕ ਦੇ ਅੱਡੋ ਅੱਡ ਜਥੇ ਬਣਾ ਕੇ ਸਿੰਘ ਚੁਫੇਰੇ ਇਲਾਕਿਆਂ ਵਿੱਚ ਖਿੱਲਰ ਗਏ। ਛੋਟੇ ਜਥਿਆਂ ਨੇ ਪਿੰਡਾਂ ਅਤੇ ਕਸਬਿਆਂ ਵਿੱਚ ਹੇਠਲੀ ਉੱਤੇ ਲਿਆ ਦਿੱਤੀ। ਮੁਲਾਣੇ ਪਿੰਡ ਅਤੇ ਕਸਬੇ ਛੱਡ ਨਜ਼ਦੀਕ ਦੇ ਸ਼ਹਿਰਾਂ ਵਿੱਚ ਜਾ ਵੜੇ। ਜੋ ਕਾਬੂ ਆਏ ਮੌਤ ਦੇ ਘਾਟ ਉਤਾਰ ਦਿੱਤੇ। ਸਾਰੇ ਦੇਸ਼ ਵਿੱਚ ਰਾਮ ਰੌਲਾ ਮਚ ਗਿਆ। ਉਧਰੋਂ ਜ਼ਕਰੀਆ ਖਾਨ ਵੱਲੋਂ 40 ਗਸ਼ਤੀ ਫੌਜ ਥਾਂ ਥਾਂ ਸਿੰਘਾਂ ਦੀ ਭਾਲ ਵਿੱਚ ਫਿਰ ਰਹੀ ਸੀ। ਕਿਤੇ ਸਿੰਘ ਅੱਗੇ ਅੱਗੇ, ਕਿਤੇ ਫੌਜ ਅੱਗੇ ਅੱਗੇ। ਸ਼ਾਹੀ ਖਜ਼ਾਨੇ ਦੀ ਲੁੱਟ। ਸਿੰਘਾਂ ਨੂੰ ਸੂਹ ਮਿਲੀ ਕਿ ਮੁਲਤਾਨ ਤੋਂ ਸ਼ਾਹੀ ਖਜ਼ਾਨਾ ਦਿੱਲੀ ਨੂੰ ਜਾ ਰਿਹਾ ਹੈ। ਫੌਰਨ ਅੱਗੇ ਵੱਧ ਕੇ ਖੁੱਡੀਆਂ ਜ਼ਿਲ੍ਹਾ ਲਾਹੌਰ ਲਾਗੇ ਘੇਰ ਲਿਆ। ਰਾਖੀ ਲਈ ਜੋ ਸ਼ਾਹੀ ਦਸਤਾ ਨਾਲ ਸੀ, ਉਸ ਚੋਂ ਬਹੁਤਾ ਮਾਰਿਆ ਗਿਆ, ਬਾਕੀ ਭੱਜ ਨਿਕਲਿਆ। ਘੋੜੇ ਅਤੇ ਹਥਿਆਰ ਤੋਂ ਬਿਨਾਂ 4 ਕੁ ਲੱਖ ਦੇ ਕਰੀਬ ਖਜ਼ਾਨਾ ਸਿੰਘਾਂ ਦੇ ਹੱਥ ਲੱਗਾ। ਇਸ ਵਿੱਚੋਂ ਕੁਝ ਕੁ ਗੁਰੂ ਕੇ ਲੰਗਰ ਵਾਸਤੇ ਅੰਮ੍ਰਿਤਸਰ ਭਾਈ ਮਣੀ ਸਿੰਘ ਪਾਸ ਪਹੁੰਚਾ ਦਿੱਤਾ ਅਤੇ ਬਾਕੀ ਸਿੰਘਾਂ ਵਿੱਚ ਵੰਡ ਦਿੱਤਾ। ਚਵਿੰਡੇ ਦੀ ਤਹਿਸੀਲ ਦਾ ਸ਼ਾਹੀ ਮਾਮਲਾ ਇਕੱਠਾ ਹੋ ਕੇ ਲਾਹੌਰ ਨੂੰ ਜਾ ਰਿਹਾ ਸੀ। ਸਿੰਘਾਂ ਸਾਰਾ ਖਜ਼ਾਨਾ ਖੋਹ ਕੇ ਲੋੜਵੰਦਾਂ ਵਿੱਚ ਵੰਡ ਦਿੱਤਾ। ਰਾਖਿਆਂ ਨੇ ਅੱਗੋਂ ਰੋਕਥਾਮ ਨਹੀਂ ਕੀਤੀ, ਸੋ ਉਹਨਾਂ ਤੋਂ ਹਥਿਆਰ ਘੋੜੇ ਲੈ ਕੇ ਉਹਨਾਂ ਨੂੰ ਛੱਡ ਦਿੱਤਾ। ਗਸ਼ਤੀ ਫੌਜ ਨੂੰ ਜਦ ਚਵਿੰਡੇ ਦੀ ਘਟਨਾ ਦਾ ਪਤਾ ਲੱਗਾ ਤਾਂ ਉਹ ਉਸ ਪਾਸੇ ਗਈ। ਇੱਧਰ ਉੱਧਰ ਬੰਨੇ ਸਰਦਾਰ ਦਰਬਾਰਾ ਸਿੰਘ, ਸਰਦਾਰ ਫਤਿਹ ਸਿੰਘ, ਸਰਦਾਰ ਖੜਕ ਸਿੰਘ ਆਦਿ ਜਥੇਦਾਰਾਂ ਨੇ ਚੂਣੀਆਂ ਪਰਗਣਾ ਕਸੂਰ ਦਾ ਜਮਾਸ਼ੁਦਾ ਮਾਮਲਾ ਜੋ ਲਾਹੌਰ ਨੂੰ ਜਾ ਰਿਹਾ ਸੀ, ਪਿੰਡ ਕਾਨੇ ਕਾਛੇ ਪਾਸ ਜਾ ਘੇਰਿਆ। ਇਹ ਰਾਤ ਦੇ ਸਮੇਂ ਦਾ ਸਭ ਖੂਨ ਸੀ। ਬਹੁਤ ਸਾਰੇ ਸ਼ਾਹੀ ਰਾਖੇ ਮਾਰੇ ਗਏ, ਕੁਝ ਜ਼ਖਮੀ ਹੋਏ, ਬਾਕੀ ਜਿੱਧਰ ਨੂੰ ਰਾਹ ਲੱਭਾ ਜਾਨ ਬਚਾਉਣ ਲਈ ਨੱਸ ਗਏ। ਖਜ਼ਾਨਾ, ਹਥਿਆਰ ਅਤੇ ਘੋੜੇ ਕਬਜ਼ੇ ਕਰਕੇ ਸਿੰਘ ਸੰਦਲਬਾਰ ਦੇ ਜੰਗਲਾਂ ਵਿੱਚ ਜਾ ਵੜੇ। ਇਸੇ ਸਮੇਂ ਖਬਰ ਮਿਲੀ ਕਿ ਮੁਰਤਜ਼ਾ ਖਾਂ ਕੰਧਾਰੀ ਮਸ਼ਹੂਰ ਸੌਦਾਗਰ ਘੋੜੇ ਲੈ ਕੇ ਦਿੱਲੀ ਨੂੰ ਜਾ ਰਿਹਾ ਸੀ। ਇਹ ਜੰਡਿਆਲੇ ਨਜ਼ਦੀਕ ਪੁੱਜਾ ਹੀ ਸੀ ਕਿ ਸਿੰਘਾਂ ਨੇ ਇਸ ਕਾਫਲੇ ਨੂੰ ਘੇਰ ਲਿਆ। ਸੌਦਾਗਰ ਆਪ ਤਾਂ ਘਾਹ ਦੀਆਂ ਪੰਡਾਂ ਵਿੱਚ ਲੁਕ ਕੇ ਬਚਿਆ ਅਤੇ ਸਾਥੀ ਜੋ ਅੜੇ ਮਾਰੇ ਗਏ, ਬਾਕੀਆਂ ਨੱਠ ਗਏ।
ਸਿੰਘ ਘੋੜੇ ਅਤੇ ਮਾਲ ਅਸਬਾਬ ਲੈ ਕੇ ਬੰਡਾਲੇ ਦੀ ਭੀੜ ਵਿੱਚ ਜਾ ਵੜੇ। ਸਵੇਰੇ ਜੰਡਿਆਲੇ ਦੇ ਮਹੰਤ ਅਕਲਦਾਸ ਨੇ ਸੁਦਾਗਰ ਨੂੰ ਘਾਹ ਚੋਂ ਕੱਢ ਕੇ ਲਾਹੌਰ ਪਹੁੰਚਾਇਆ। ਇਸੇ ਸਾਲ ਜਾਫਰ ਖਾਂ 10 ਹਜ਼ਾਰੀ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਦਾ ਸਾਲਾ ਆਪਣੇ ਟੱਬਰ ਕਬੀਲੇ ਸਮੇਤ ਕਾਬਲ ਵੱਲੋਂ ਦਿੱਲੀ ਨੂੰ ਜਾ ਰਿਹਾ ਸੀ। ਬਾਘ ਸਿੰਘ ਹੱਲੋਵਾਲੀਏ ਨੂੰ ਇਸ ਦੀ ਟੋਹ ਮਿਲ ਗਈ। ਉਸਨੇ ਇਸ ਦਾ ਸ਼ਿਕਾਰ ਗੋਇੰਦਵਾਲ ਦੇ ਪੱਤਨ ਤੇ ਜਾ ਖੇਡਿਆ। ਹਿੰਦੂ ਸੁਦਾਗਰ ਦਾ ਲੁੱਟਿਆ ਮਾਲ ਵਾਪਿਸ ਕਰਨਾ। ਸਿੱਖ ਮੁਲਕ ਵਿੱਚ ਮਿੱਥ ਕੇ ਲੁੱਟਮਾਰ ਕਰਦੇ ਸਨ, ਪਰ ਇਹ ਆਮ ਲੁੱਟਮਾਰ ਵਰਗੀ ਨਹੀਂ ਸੀ ਜਿਸ ਵਿੱਚ ਹਰ ਕੋਈ ਲੁੱਟ ਦੀ ਲਪੇਟ ਵਿੱਚ ਆ ਜਾਂਦਾ ਹੈ। ਉਦੋਂ ਸਿੱਖ ਸ਼ਾਹੀ ਫੌਜ, ਸਰਕਾਰੀ ਖਜ਼ਾਨੇ, ਰਸਦ ਪੱਠੇ ਅਤੇ ਸਰਕਾਰੀ ਜਗੀਰੇ ਸਰਕਾਰੀ ਹਮਾਇਤੀ ਜ਼ਮੀਂਦਾਰਾਂ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਸਨ ਛੇੜਦੇ। ਹਾਂ, ਜਦ ਕੋਈ ਕਾਜੀ ਮੁਲਾਣੇ ਅੜਿੱਕੇ ਆ ਜਾਣ, ਉਹਨਾਂ ਨੂੰ ਇਨਸਾਨ ਦਾ ਪੁੱਤ ਬਣਾਉਣ ਲਈ ਜ਼ਿੰਦਗੀ ਵਿੱਚ ਕੰਮ ਆਉਣ ਵਾਲੇ ਸਬਕ ਜ਼ਰੂਰ ਪੜ੍ਹਾ ਦਿੰਦੇ ਸਨ। ਇਸ ਰਾਮ ਰੌਲੇ ਵਿੱਚ ਜੇ ਕੋਈ ਬੇਦੋਸ਼ਾ ਲੁੱਟਿਆ ਜਾਂਦਾ ਤਾਂ ਪਤਾ ਲੱਗਣ ਤੇ ਉਸਦਾ ਮਾਲ ਵਾਪਸ ਮੋੜ ਦਿੱਤਾ ਜਾਂਦਾ, ਜਿਵੇਂ ਕਿ ਸ਼੍ਰੀ ਹਰਗੋਬਿੰਦਪੁਰ ਪਾਸ ਪ੍ਰਤਾਪ ਚੰਦ ਖੱਤਰੀ ਸਿਆਲ ਕੋਟੀਏ ਸੁਦਾਗਰ ਦਾ ਲੁੱਟਿਆ ਮਾਲ ਵਾਪਿਸ ਕਰ ਦਿੱਤਾ ਸੀ। ਇਹ ਕਸ਼ਮੀਰ ਤੋਂ ਲਾਹੌਰ ਵੱਲ ਦੀ ਹੋ ਕੇ ਦਿੱਲੀ ਨੂੰ ਜਾ ਰਿਹਾ ਸੀ। ਊਠਾਂ ਉੱਤੇ ਖੁਸ਼ਕ ਮੇਵੇ ਅਤੇ ਪਸ਼ਮੀਨੇ ਦੇ ਥਾਨ ਲੱਦੇ ਹੋਏ ਸਨ। ਸਾਰਾ ਕਾਫਲਾ ਮਾਂਜ ਸੁੱਟਿਆ, ਪਰ ਜਦ ਪਤਾ ਲੱਗਾ ਕਿ ਸਰਕਾਰੀ ਕਾਫਲਾ ਨਹੀਂ ਸਗੋਂ ਇੱਕ ਹਿੰਦੂ ਦਾ ਹੈ ਤਾਂ ਸਾਰਾ ਮਾਲ ਇਕੱਠਾ ਕਰਕੇ ਉਸਨੂੰ ਮੋੜ ਦਿੱਤਾ। ਇਹੋ ਜਿਹੀਆਂ ਕਈ ਘਟਨਾਵਾਂ ਵਾਪਰੀਆਂ। ਯਾਦ ਰਹੇ ਕਿ ਉਹ ਕੜਾਕੇ ਦੀ ਠੰਡ ਦੇ ਸਿਆਲੀ ਦਿਨ ਸਨ। ਇੱਕ ਭੂਰੀ ਪਾਸ ਅਤੇ 8-8, 16-16 ਪੈਰਾਂ ਦੇ ਕੜਾਕੇ ਕੱਟਣ ਵਾਲੇ ਸਭ ਕੁਝ ਸਰੀਰ ਤੇ ਝੱਲ ਲੈਂਦੇ ਸਨ, ਪਰ ਆਪਣੇ ਉੱਚੇ ਅਤੇ ਸੁੱਚੇ ਆਚਰਣ ਨੂੰ ਆਂਚ ਨਾ ਆਉਣ ਦਿੰਦੇ। ਅੱਤ ਦੀ ਠੰਡ ਵਿੱਚ ਐਸਾ ਮਾਲ ਹੱਥ ਆਇਆ ਕੌਣ ਛੱਡਦਾ ਏ, ਪਰ ਵਾਹ ਰੇ ਸਿੱਖ ਕਿਰਦਾਰ, ਸਬਰ ਸੰਤੋਖ ਦੀਆਂ ਉਹ ਮਿਸਾਲਾਂ ਕਾਇਮ ਕਰ ਦਿੱਤੀਆਂ ਜਿਨ੍ਹਾਂ ਨੂੰ ਫਿਰ ਕੋਈ ਦੁਹਰਾ ਨਾ ਸਕਿਆ। ਜ਼ਕਰੀਆ ਖਾਨ ਦੀ ਸਰਕਾਰ ਬੌਂਦਲੀ ਪਈ ਸੀ ਕਿ ਜਿਨ੍ਹਾਂ ਸਿੱਖਾਂ ਨੂੰ ਉਹਨਾਂ ਮਾਰ-ਮਾਰ ਕੇ ਪੰਜਾਬੋਂ ਬਾਹਰ ਧੱਕ ਦਿੱਤਾ ਹੈ, ਇਹ ਕਿੱਧਰੋਂ ਆ ਗਏ ਹਨ। ਉਹਨਾਂ ਦਿਨਾਂ ਵਿੱਚ ਸਾਰੇ ਦੇਸ਼ ਵਿੱਚ ਛੋਟੇ ਵੱਡੇ ਜਥੇ ਮਾਰੋ ਮਾਰ ਕਰਦੇ ਫਿਰਦੇ ਸਨ। ਰਾਤ ਨੂੰ ਸ਼ਾਹੀ ਫੌਜ ਵਿੱਚ ਤਰਥੱਲੀ ਮਚਾਈ ਰੱਖਦੇ, ਦਿਨੇ ਘਾਹ ਜਲ ਜੰਗਲ ਵੇਖ ਕੇ ਗੁਜ਼ਾਰਾ ਕਰਦੇ, ਲੁੱਟ ਦੇ ਮਾਲ ਦਾ ਮਲੀਦਾ ਕੁੱਟ-ਕੁੱਟ ਆਪ ਛਕਦੇ ਅਤੇ ਆਪਣੇ ਘੋੜਿਆਂ ਨੂੰ ਵੀ ਖਵਾਉਂਦੇ ਅਤੇ ਸੰਘਣੀਆਂ ਛਾਵਾਂ ਵਿੱਚ ਸੌਂ ਜਾਂਦੇ। ਜਦ ਕੁਝ ਨਾ ਮਿਲਦਾ ਤਾਂ ਸ਼ਿਕਾਰ ਖੇਡ ਕੇ ਮਨ ਭਾਉਂਦਾ ਡੰਗ ਟਪਾਉਂਦੇ। ਆਪ ਭਾਵੇਂ ਫਾਕੇ ਕੱਟ ਲੈਣ, ਪਰ ਆਪਣੇ ਇਲਾਕਿਆਂ ਦਾ ਪੂਰਾ ਖਿਆਲ ਰੱਖਦੇ ਅਤੇ ਉਹਨਾਂ ਦੀ ਖੂਬ ਟਹਿਲ ਕਰਦੇ। ਉਹਨਾਂ ਦੇ ਘੋੜੇ ਵੀ ਉਹਨਾਂ ਵਾਂਗ ਸਖਤ ਜਾਨ ਸਨ। 80-80, 100-100 ਕੌਹ ਦੀ ਮੰਜ਼ਲ ਮਾਰ ਜਾਂਦੇ। ਮਗਰ ਪੈ ਕੇ ਗਸ਼ਤੀ ਫੌਜਾਂ ਉਹਨਾਂ ਨੂੰ ਨਹੀਂ ਸੀ ਮਿਲ ਸਕਦੀਆਂ। ਜੇ ਕਿਤੇ ਘਿਰ ਜਾਂਦੇ ਤਾਂ ਤੇਗਾਂ ਨੇਜੇ ਵਾਹੁੰਦੇ ਹੋਏ ਇੱਕ ਬਾਹੀ ਚੀਰ ਪਾੜ ਕੇ ਨਿਕਲ ਜਾਂਦੇ। ਜੰਗਲਾਂ ਵਿੱਚ ਤਾਂ ਸਿੰਘ ਗਸ਼ਤੀ ਫੌਜ ਦੇ ਕਾਬੂ ਨਹੀਂ ਸਨ ਆਉਂਦੇ, ਕਿਉਂਕਿ ਰਾਹਾਂ ਟਿਕਾਣਿਆਂ ਦੇ ਭੇਤੀ ਸਨ। ਸ਼ਾਹੀ ਫੌਜ ਨੂੰ ਜੰਗਲਾਂ ਵਿੱਚ ਵੜਨਾ ਮੌਤ ਵਿਖਾਲੀ ਦਿੰਦੀ ਸੀ। ਸਿੰਘਾਂ ਨੂੰ ਠੱਲ ਨਾ ਪੈਂਦੀ ਵੇਖ ਕੇ ਖਾਨ ਬਹਾਦਰ ਜ਼ਕਰੀਆ ਖਾਨ ਨੇ ਗਸ਼ਤੀ ਫੌਜ ਬਹੁਤ ਵਧਾ ਦਿੱਤੀ ਅਤੇ ਨਾਲ ਹੀ ਸਿੱਖਾਂ ਵਿਰੁੱਧ ਹੁਕਮ ਹੋਰ ਜ਼ਿਆਦਾ ਸਖਤ ਕਰ ਦਿੱਤੇ। ਚਵਿੰਡੇ ਵਿੱਚ ਸਿੰਘਣੀਆਂ ਨੇ ਫੌਜ ਅੱਗੇ ਲਾ ਲਈ। ਚਵਿੰਡੇ ਦੇ ਜਥੇਦਾਰ ਬਹਾਦਰ ਸਿੰਘ ਦੇ ਪੁੱਤਰ ਦਾ ਵਿਆਹ ਸੀ ਅਤੇ ਇਸ ਮੌਕੇ ਤੇ ਬਹੁਤ ਸਾਰੇ ਸਿੰਘ ਇਕੱਠੇ ਹੋਏ ਸਨ। ਬਹੁਤ ਸਾਰੇ ਸਿੰਘ ਜੰਝ ਚੜ੍ਹ ਗਏ ਅਤੇ ਬਾਕੀ ਥੋੜੇ ਜਿਹੇ ਪਿੱਛੇ ਰਹੇ। ਲਾਗਲੇ ਪਿੰਡ ਮਾੜੀ ਦੇ ਮੁਖਬਰ ਥਾਣੇ ਇਤਲਾਹ ਦੇ ਕੇ ਫੌਜ ਦਾ ਦਸਤਾ ਚੜ੍ਹਾ ਲਿਆਈ। ਫੌਜ ਨੇ ਆ ਕੇ ਪਿੰਡ ਨੂੰ ਘੇਰ ਲਿਆ ਅਤੇ ਸਿੰਘਾਂ ਨੂੰ ਫੜਨਾ ਚਾਹਿਆ। ਉਹ ਕਦ ਕਾਬੂ ਆਉਣ ਵਾਲੇ ਸਨ। 30 ਕੁ ਬੰਦੇ ਫੌਜ ਦੇ ਮਾਰ ਕੇ ਅਤੇ ਇੰਨੇ ਕੁ ਜ਼ਖਮੀ ਕਰਕੇ ਘੇਰਾ ਤੋੜ ਕੇ ਨਿਕਲ ਗਏ। ਫੌਜ ਨੂੰ ਬੜੀ ਚਿੱਪ ਚੜ੍ਹੀ। ਜਦ ਸਿੰਘਾਂ ਦੇ ਬਾਲ ਬੱਚੇ ਨੂੰ ਹੱਥ ਪਾਉਣ ਲੱਗੇ ਤਾਂ ਜੋ ਵਿਆਹ ਵਾਲੇ ਘਰ ਵਿੱਚ ਬਹੁਤ ਸਾਰੀਆਂ ਜਨਾਨੀਆਂ ਇਕੱਠੀਆਂ ਹੋ ਰਹੀਆਂ ਸਨ, ਉਹਨਾਂ ਸੋਟੇ ਅਤੇ ਇੱਟ ਵੱਟਾ ਫੜ ਲਿਆ। ਉਹਨਾਂ ਨੂੰ ਵੇਖ ਕੇ ਹੋਰ ਜੱਟੀਆਂ ਵੀ ਸੋਟੇ ਸਲੰਗਾਂ ਜੋ ਜਿਸ ਦੇ ਹੱਥ ਆਇਆ ਫੜ ਕੇ ਉੱਠ ਪਈਆਂ। ਮਾਰ ਮਾਰ ਕੇ ਫੌਜ ਨੂੰ ਅੱਗੇ ਲਾ ਕੇ ਪਿੰਡੋਂ ਦੂਰ ਕੱਢ ਆਈਆਂ। ਇਹੋ ਜਿਹੀਆਂ ਝੜਪਾਂ ਅਨੇਕਾਂ ਪਿੰਡ ਵਿੱਚ ਨਿੱਤ ਹੁੰਦੀਆਂ ਰਹਿੰਦੀਆਂ ਸਨ। ਰਾਮੇ ਰੰਧਾਵੇ ਨੇ ਸਿੰਘ ਮਾਰ ਕੇ ਇਨਾਮ ਲਏ। ਪਡੋਲ ਕਟੂਹੇ ਵੱਲੋਂ 20 ਕੁ ਸਿੰਘ ਅੰਮ੍ਰਿਤਸਰ ਨੂੰ ਦਰਸ਼ਨ ਕਰਨ ਲਈ ਆ ਰਹੇ ਸਨ। ਇਹ ਰਾਤ ਕੱਟਣ ਲਈ ਪਿੰਡ
ਘਨਈਏ ਕੇ ਰੰਧਾਵਿਆਂ ਦੇ ਆਣ ਉਤਰੇ। ਰਾਮੇ ਰੰਧਾਵੇ ਨੂੰ ਇਹਨਾਂ ਦੀ ਖਬਰ ਕਿਸੇ ਜਾ ਪਹੁੰਚਾਈ। ਰਾਮਾ ਰੰਧਾਵਾ ਇਸ ਤੱਪੇ ਦਾ ਚੌਧਰੀ, ਸਰਕਾਰ ਦਾ ਹਮਦਰਦ, ਵੱਡਾ ਚੁਗਲ ਅਤੇ ਸਿੱਖਾਂ ਦਾ ਪੁੱਜ ਕੇ ਵੈਰੀ ਫੌਜ ਚੜ੍ਹਾ ਕੇ ਲੈ ਆਇਆ। ਚੌਧਰੀ ਰਾਮੇ ਦਾ ਫੌਜੀ ਦਸਤਾ ਕਾਫੀ ਗਿਣਤੀ ਵਿੱਚ ਸੀ। ਸਿੰਘਾਂ ਨੇ ਡਟ ਕੇ ਟਾਕਰਾ ਕੀਤਾ ਅਤੇ ਆਪਣੇ ਨਾਲੋਂ ਕਿਤੇ ਵੱਧ ਗਿਣਤੀ ਨੂੰ ਮਾਰ ਕੇ ਇਹ 20 ਸਿੰਘ ਸ਼ਹੀਦ ਹੋ ਗਏ। ਰਾਮੇ ਚੌਧਰੀ ਨੇ ਇਹਨਾਂ ਦੇ ਸਿਰ ਵੱਢ ਕੇ ਲਾਹੌਰ ਪਹੁੰਚਾਏ ਅਤੇ ਇਨਾਮ ਲੈ ਲਿਆ। ਜ਼ਕਰੀਆ ਖਾਂ ਵੀ ਸਿੰਘਾਂ ਨੂੰ ਦਬਾਉਣ ਵਿੱਚ ਅਸਫਲ। ਭਾਈ ਤਾਰਾ ਸਿੰਘ ਜੀ ਦੀ ਸ਼ਹਾਦਤ ਤੋਂ ਪਿੱਛੋਂ ਕਈ ਸਾਲਾਂ ਤੱਕ ਇਹ ਰਾਜ ਰੌਲਾ ਮਚਿਆ ਰਿਹਾ। ਗਸ਼ਤੀ ਫੌਜ ਸਿੰਘਾਂ ਨੂੰ ਦਬਾਉਣ ਵਿੱਚ ਸਫਲ ਨਾ ਹੋ ਸਕੀ। ਇਸ ਰਾਮ ਰੌਲੇ ਨੇ ਰੁਕਣਾ ਤਾਂ ਕੀ ਸੀ, ਉਲਟਾ ਵੱਧਦਾ ਹੀ ਗਿਆ। ਸਿੰਘਾਂ ਨੂੰ ਸਰਕਾਰੀ ਮਾਲ ਅਸਬਾਬ ਅਤੇ ਖਜ਼ਾਨਿਆਂ ਦੀ ਲੁੱਟਮਾਰ ਕਰਦਿਆਂ ਨੂੰ ਵੇਖ ਕੇ ਸਾਰੇ ਮੁਲਕ ਦੇ ਲੁਟੇਰੇ, ਕੀ ਹਿੰਦੀ ਕੀ ਮੁਸਲਮਾਨ, ਇੱਕ ਦੂਸਰੇ ਨੂੰ ਲੁੱਟਣ ਉੱਠ ਪਏ। ਸਾਰੇ ਪੰਜਾਬ ਅਤੇ ਮਾਲਵੇ ਵਿੱਚ ਦਿਨ ਰਾਤ ਬੰਦੂਕਾਂ ਚੱਲਦੀਆਂ ਅਤੇ ਠਾਠਾ ਹੁੰਦੀ ਰਹੀ। ਪਸ਼ੂਆਂ, ਡੰਗਰ, ਘਰੇਲੂ ਚੀਜ਼ ਵਸਤ, ਖੇਤ ਫਸਲ, ਤੀਵੀਂ, ਮੁੰਡਾ ਕੁੜੀ ਕਿਸੇ ਦਾ ਸੁਰੱਖਿਅਤ ਨਾ ਰਿਹਾ। ਰਾਤ ਦਿਨ ਕਟਕ ਪਏ ਚੜ੍ਹਨ, ਛੋਟੇ ਪਿੰਡ ਉਜੜ ਗਏ। ਬਾਰੀ ਕੋਹੀ ਦੀਵਾ ਬਲਣ ਲੱਗਾ। ਬੁਰਜਾਂ ਉੱਤੇ ਟਮਕ ਜਾਂ ਢੋਲ ਨਗਾਰੇ ਰੱਖੇ ਜਾਂਦੇ। ਵਾਰੀ ਸਿਰ ਪਿੰਡ ਦੇ ਲੋਕ ਬੁਰਜਾਂ ਜਾਂ ਉੱਚੇ ਉੱਚੇ ਰੁੱਖਾਂ ਤੇ ਟਾਂਗੂ ਬੈਠੇ ਰਹਿੰਦੇ। ਜਦ ਕਿਸੇ ਪਾਸਿਓਂ ਕਟਕ ਆਉਣ ਦੀ ਧੂੜ ਗਰਦ ਦਿਸਦੀ, ਟਾਂਗੂ ਟਮਕ ਕੇ ਚੋਟ ਲਾ ਦਿੰਦੇ, ਜਿਸ ਨੂੰ ਸੁਣ ਕੇ ਲੋਕ ਬੰਦੂਕਾਂ, ਤੀਰ ਕਮਾਨ, ਗੋਪੀਏ, ਨੇਜੇ, ਬਰਸ਼ੇ, ਤਲਵਾਰਾਂ ਅਤੇ ਇੱਟ ਵੱਟਾ ਲੈ ਕੇ ਬਾਰੀ ਕੋਟ ਉੱਤੇ ਬਣੇ ਮੋਰਚਿਆਂ ਵਿੱਚ ਜਾ ਬੈਠਦੇ। ਧਾੜਵੀ ਜਦ ਲਾਗੇ ਢੁਕਦੇ ਤਾਂ ਮੋਰਚਿਆਂ ਵਾਲੇ ਆਪਣੇ ਹਥਿਆਰਾਂ ਨਾਲ ਵਾਰ ਕਰਦੇ ਅਤੇ ਜੇ ਜ਼ੋਰ ਪੈ ਜਾਂਦਾ ਤਾਂ ਕਟਕ ਵਾਲੇ ਮਾਰ ਖਾ ਕੇ ਪਿਛਾਂਹ ਹਟ ਜਾਂਦੇ। ਜਿੱਥੇ ਧਾੜਵੀਆਂ ਦਾ ਬਲ ਪੈ ਜਾਂਦਾ, ਉਹ ਮੋਰਚੇ ਤੋੜ ਕੇ ਪਿੰਡ ਦੇ ਅੰਦਰ ਜਾ ਵੜਦੇ। ਕਈ ਆਦਮੀ ਮਾਰੇ ਜਾਂਦੇ। ਜੋ ਜਿਸ ਦੇ ਹੱਥ ਆਉਂਦਾ ਲੈ ਕੇ ਰਾਹੇ ਪੈਂਦਾ। ਕਈ ਵਾਰ ਅੱਗ ਲਾ ਕੇ ਪਿੰਡ ਹੀ ਸਾੜ ਦਿੱਤਾ ਜਾਂਦਾ। ਕਈ ਥਾਈਂ ਇੰਜ ਵੀ ਹੁੰਦਾ ਕਿ ਆਪਣੀ ਜਾਨ, ਮਾਲ ਅਤੇ ਇੱਜ਼ਤ ਆਬਰੂ ਨੂੰ ਬਚਾ ਲੈਣ ਲਈ ਪਿੰਡ ਦੇ ਬਹਾਦਰ ਲੋਕ ਢੋਲ ਵਜਾ ਕੇ ਪਿੰਡੋਂ ਬਾਹਰ ਨਿਕਲ ਕੇ ਕਟਕ ਤੇ ਟੁੱਟ ਪੈਂਦੇ। ਮਾਰੋ ਮਾਰ ਕਰਕੇ ਕਟਕ ਨੂੰ ਹੀ ਲੁੱਟ ਲੈਂਦੇ। ਜੋ ਕਾਬੂ ਆਉਂਦਾ ਮਾਰ ਭੁੰਕਾਉਂਦੇ ਜਾਂ ਲੱਤਾਂ ਬਾਹਾਂ ਭੰਨ ਕੇ ਥਾਣੇ ਵਿੱਚ ਜਾ ਸੁੱਟਦੇ। ਦਿਨ ਰਾਤ ਡਾਕੇ, ਧਾੜੇ, ਖੂਨ ਹੁੰਦੇ ਰਹਿੰਦੇ। ਇਸ ਮੰਦੀ ਹਾਲਤ ਦੀ ਰੋਕਥਾਮ ਅਤੇ ਬੰਦੋਬਸਤ ਕਰ ਲੈਣ ਕਿਸੇ ਹਾਕਮ ਦੇ ਵੱਸ ਦੀ ਗੱਲ ਨਹੀਂ ਸੀ। ਦਿਨ ਛਿਪਦੇ ਸਾਰ ਪਿੰਡ ਦੇ ਦਰਵਾਜ਼ੇ ਲੱਗ ਜਾਂਦੇ ਅਤੇ 4 ਘੜੀ ਦਿਨ ਚੜ੍ਹਦੇ ਖੁੱਲ੍ਹਦੇ। ਘਰੋਂ ਬਾਹਰ ਗਏ ਕਿਸੇ ਦੀ ਵੀ ਆਸ ਨਾ ਰਹਿੰਦੀ ਕਿ ਭੌਂ ਕੇ ਜਿਉਂਦਾ ਘਰ ਪਰਤੂ ਕਿ ਨਾ। ਬਾਹਰ ਚਰਨ ਗਿਆ ਮਾਲ ਜੇ ਸਹੀ ਸਲਾਮਤ ਵਾਪਸ ਆ ਜਾਂਦਾ ਤਾਂ ਆਪਣਾ ਸਮਝ ਲਿਆ ਜਾਂਦਾ। ਇਸੇ ਤਰ੍ਹਾਂ ਔਰਤਾਂ, ਮੁੰਡੇ, ਕੁੜੀਆਂ ਦਾ ਹਾਲ ਸੀ। ਜੋ ਜਿਸ ਦੇ ਹੱਥ ਆਇਆ ਸੋਈ ਲੈ ਕੇ ਉਡਣ ਸ਼ੂ ਹੋ ਗਿਆ। ਬਾਹਰੋਂ ਗਊਆਂ, ਮੱਝਾਂ ਨੂੰ ਕਟਕ ਲੈ ਜਾਂਦਾ। ਘਰ ਕਟਰੂ ਵੱਛਰੂ ਅਰੜਾ ਕੇ ਮਰ ਜਾਂਦੇ। ਕਈ ਵਾਰ ਬਾਹਰ ਹਾਲੀਆਂ ਪਾਲੀਆਂ ਨੂੰ ਨਰੜ ਕੇ ਸੁੱਟ ਜਾਂਦੇ ਅਤੇ ਲੀੜਾ ਕੱਪੜਾ ਉਤਾਰ ਮਾਲ ਡੰਗਰ ਹੱਕ ਕੇ ਲੈ ਜਾਂਦੇ। ਜਿਹੜੇ ਲੋਕ ਜ਼ੋਰ ਇਤਫਾਕ ਵਾਲੇ ਅਤੇ ਮਾਰਖੋਰੇ ਸਨ, ਉਹਨਾਂ ਦਾ ਸਾਹ ਸੌਖਾ ਨਿਕਲਦਾ ਸੀ। ਦੂਸਰਿਆਂ ਦਾ ਮੂਲੋਂ ਮੰਦਾ ਹਾਲ। ਫਿਰ ਵੀ ਇੱਕ ਗੱਲ ਚੰਗੀ ਹੁੰਦੀ ਸੀ ਕਿ ਆਪਣੇ ਆਪਣੇ ਪਿੰਡ ਦੇ ਲੋਕ ਇੱਕ ਦੂਸਰੇ ਦੇ ਸਹਾਈ ਅਤੇ ਰਾਖੇ ਸਨ। ਕੋਈ ਕਿਸੇ ਨੂੰ ਨਾ ਛੇੜਦਾ। ਆਪਣੇ ਘਰੋਗੀ ਮਾਮਲੇ ਵਡੇਰੇ ਅਤੇ ਸਿਆਣੇ ਬਜ਼ੁਰਗਾਂ ਦੀ ਸਿਆਣਪ ਰਾਹੀਂ ਨਜਿੱਠ ਲੈਂਦੇ। ਬਾਹਰਲੇ ਦੁਸ਼ਮਣ ਲਈ ਸਾਰੇ ਇਕੱਠੇ ਹੋ ਜਾਂਦੇ ਸਨ ਅਤੇ ਇੱਕ ਦੂਸਰੇ ਨਾਲੋਂ ਅੱਗੇ ਵੱਧ ਕੇ ਆਪਸੀ ਰਾਖੀ ਵਾਸਤੇ ਮਾਰਦੇ ਅਤੇ ਖਾਂਦੇ। ਧਾੜੇ ਮਾਰਨ ਵਾਲੇ ਝੁੰਡ ਨੂੰ ਲੋਕ ਧਾੜ ਪੈੜਾ ਕਟਕ ਨਾਮ ਨਾਲ ਪੁਕਾਰਦੇ ਹੁੰਦੇ ਸਨ। ਇਸ ਰਾਜਗਰਦੀ ਦਾ ਮੁੱਢ ਔਰੰਗਜ਼ੇਬ ਦੇ ਰਾਜਕਾਲ ਸਮੇਂ ਬੱਝਾ ਸੀ। ਇਸ ਮੁਤੱਸਬੀ ਅਤੇ ਜਨੂਨੀ ਬਾਦਸ਼ਾਹ ਦੇ ਸਤਾਏ ਹੋਏ ਲੋਕ ਅੰਦਰੋਂ ਅੰਦਰੀ ਲੂਰੀਆਂ ਲੈ ਰਹੇ ਸਨ। ਦੱਖਣ ਵਿੱਚ ਮਰਹੱਟੇ, ਜਬਲਪੁਰ, ਗਵਾਲੀਅਰ ਆਦਿ ਥਾਵਾਂ ਤੇ ਪੰਡਾਰੇ, ਬੰਗਾਲ, ਬਿਹਾਰ, ਅਵਧ ਵਿੱਚ ਡੱਕ, ਪੰਜਾਬ ਵਿੱਚ ਸਿੱਖ ਸ਼ਸਤਰ ਚੁੱਕ ਕੇ ਮੁਗਲ ਰਾਜ ਦੇ ਵਿਰੁੱਧ ਉੱਠ ਖੜੇ ਹੋਏ। ਜਿਉਂ-ਜਿਉਂ ਇਹ ਜ਼ੁਲਮ ਵਧਿਆ, ਵਿਦਰੋਹ ਤੇਜ਼ ਹੁੰਦਾ ਗਿਆ। ਸਭ ਤੋਂ ਜ਼ਿਆਦਾ ਸਖਤੀ ਅਤੇ ਅਤਿਆਚਾਰ ਸਿੱਖਾਂ ਤੇ ਹੋਇਆ। ਇਸੇ ਲਈ ਪੰਜਾਬ ਵਿੱਚ ਹੀ ਸਭ ਤੋਂ ਵੱਧ ਸਾਕੇ ਹੋਏ। ਮੁਗਲਾਂ ਵਿੱਚ ਇੰਨਾ ਸਾਹ ਸੱਤ ਨਹੀਂ ਸੀ ਰਹਿ ਗਿਆ ਕਿ ਇਹਨਾਂ ਦਾ ਮੁਕਾਬਲਾ ਕਰ ਸਕਦੇ। ਰਾਜ ਸਿਮਟ ਕੇ ਦਿੱਲੀ ਦੇ ਲਾਲ ਕਿਲੇ ਦੀਆਂ ਦੀਵਾਰਾਂ ਤੱਕ ਰਹਿ ਗਿਆ। ਸਾਰਾ ਦੇਸ਼
ਲੁਟੇਰਿਆਂ ਧਾੜਵੀਆਂ ਦੇ ਰਹਿਮ ਤਰਸ ਤੇ ਸੀ। ਇਹ ਲਹਿਰਾਂ ਮੁਗਲ ਰਾਜ ਦਾ ਭੋਗ ਪਾ ਕੇ ਹਟੀਆਂ। ਨਾਦਰ ਸ਼ਾਹ ਅਤੇ ਫਿਰ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਹੁੰਦੇ ਰਹੇ ਤਾਂ ਵੀ ਇਹ ਲੁਟੇਰਿਆਂ ਦਾ ਗਦਰ ਬਣਿਆ ਰਿਹਾ। ਔਰੰਗਜ਼ੇਬ ਦੇ ਮਰਨ ਤੋਂ 60 ਸਾਲ ਬਾਅਦ ਤੱਕ ਇਹ ਰਾਮ ਰੌਲਾ ਉਸੇ ਤਰ੍ਹਾਂ ਚੱਲਦਾ ਰਿਹਾ। ਲੋਟੂਆਂ ਧਾੜੂਆਂ ਦੇ ਖੂਬ ਦਾ ਫੱਬਦੇ ਰਹੇ। ਇਹਨਾਂ ਨੂੰ ਪੰਜਾਬ ਵਿੱਚ ਉਦੋਂ ਨੱਥ ਪਈ ਜਦ ਮੁਗਲ ਰਾਜ ਨੂੰ ਖਤਮ ਕਰਕੇ ਸਿੱਖ ਮਿਸਲਾਂ ਨੇ ਇਲਾਕੇ ਮੱਲ ਲਏ ਅਤੇ ਆਪਣਾ ਆਪਣਾ ਬੰਦੋਬਸਤ ਕਾਇਮ ਕਰ ਲਿਆ। ਇਹੋ ਨਿੱਕੇ ਨਿੱਕੇ ਰਾਜ ਰਲ ਕੇ ਫਿਰ ਸਿੱਖ ਰਾਜ ਬਣਿਆ। ਪਿਛਲੇ 60 ਕੁ ਸਾਲਾਂ ਵਿੱਚ ਜੋ ਹਜ਼ਾਰਾਂ ਪਿੰਡ ਉਜੜ ਗਏ ਸਨ ਮੁੜ ਆਣ ਵਸੇ ਅਤੇ ਪੰਜਾਬ ਵਿੱਚ ਪੂਰੀ ਤਰ੍ਹਾਂ ਅਮਨ ਚੈਨ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਾਂ ਬੇਸ਼ੱਕ ਕੋਈ ਜਨਾਨੀ ਛੱਜੀ ਗਹਿਣਾ ਪਾ ਕੇ ਕਿਤੇ ਤੁਰੀ ਫਿਰੇ, ਕੀ ਮਜਾਲ ਸੀ ਕੋਈ ਅੱਖ ਭਰ ਕੇ ਹੀ ਵੇਖ ਸਕੇ। ਸ਼ੇਰ ਬੱਕਰੀ ਇੱਕ ਘਾਟ ਪਾਣੀ ਪੀਂਦੇ ਸਨ। ਜਦ ਮਿਸਲਾਂ ਨੇ ਇਲਾਕੇ ਮਾਰੇ ਤਾਂ ਸਭ ਤੋਂ ਪਹਿਲਾਂ ਉਹਨਾਂ ਲੁਟੇਰਿਆਂ ਨੂੰ ਹੀ ਨੱਥ ਪਾਈ ਸੀ। ਪਚਾਂਦੇ, ਭੱਟੀ, ਡੋਗਰ, ਬਲੋਚ, ਉਂਡ, ਖਰਲ, ਬਰਾੜ ਆਦਿ ਐਸੇ ਸਿੱਧੇ ਕੀਤੇ ਕਿ ਉੱਚੀ ਸਾਹ ਨਾ ਲੈਣ। ਪੰਜਾਬ ਵਿੱਚ ਇਸ ਤੋਂ ਪਹਿਲਾਂ ਜਿਉਂ-ਜਿਉਂ ਮੁਸਲਮਾਨ ਹਾਕਮ ਸਿੱਖਾਂ ਉੱਤੇ ਜ਼ੁਲਮ ਕਰਦੇ ਰਹੇ, ਉਹਨਾਂ ਦੇ ਮੁਕਾਬਲੇ ਵਿੱਚ ਸਿੱਖ ਲਹਿਰ ਉਨੀ ਹੀ ਤਿੱਖੀ ਤੋਂ ਵੀ ਤਿੱਖੀ ਹੁੰਦੀ ਗਈ ਅਤੇ ਰਾਮ ਰੌਲਾ ਵੱਧਦਾ ਗਿਆ। ਫੌਜ ਤਾਂ ਸਿੰਘਾਂ ਨਾਲ ਉਲਝੀ ਹੋਈ ਸੀ, ਜਿਸ ਕਰਕੇ ਲੁਟੇਰਿਆਂ ਲਈ ਮੈਦਾਨ ਖੁੱਲ੍ਹਾ ਸੀ ਅਤੇ ਉਹਨਾਂ ਦੇ ਪੌਂ 12 ਸੀ। ਲੁਟੇਰਿਆਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ ਅਤੇ ਨਾ ਹੀ ਉਹਨਾਂ ਦਾ ਕੋਈ ਧਾਰਮਿਕ ਜਾਂ ਰਾਜਸੀ ਨਿਸ਼ਾਨਾ ਹੀ ਹੁੰਦਾ। ਉਹਨਾਂ ਦਾ ਇੱਕੋ ਪ੍ਰਮੁੱਖ ਉਦੇਸ਼ ਜ਼ਿਆਦਾ ਤੋਂ ਜ਼ਿਆਦਾ ਧਨ ਦੌਲਤ ਦਾ ਇਕੱਠਾ ਕਰਨਾ ਹੁੰਦਾ ਹੈ, ਜਿਸ ਲਈ ਉਹ ਕਿਸੇ ਨੂੰ ਮਾਰਨਾ, ਲੁੱਟਣਾ, ਬੇਪਤ ਕਰਨਾ, ਘਰ ਅਤੇ ਫਸਲ ਫੂਕਣਾ, ਮਾਲ ਡੰਗਰ ਹੱਕ ਕੇ ਲੈ ਜਾਣ ਨੂੰ ਆਪਣੀ ਕਾਰਵਾਈ ਦਾ ਅੰਗ ਸਮਝਦੇ ਹਨ। ਉਹਨਾਂ ਦੀ ਨਿਗਾਹ ਵਿੱਚ ਇਹ ਬੇਇਨਸਾਫੀ ਨਹੀਂ ਹੁੰਦੀ। ਲੋਕਾਂ ਦੇ ਤਰਲੇ ਵਾਸਤੇ ਹਾਹਾਕਾਰ, ਬੌੜੀ ਦੁਹਾਈ ਉਹਨਾਂ ਪੱਥਰ ਦਿਲਾਂ ਤੇ ਕੋਈ ਅਸਰ ਨਾ ਕਰਦੀ। ਮਾਲ ਧਨ ਇਕੱਠਾ ਕਰਨ ਵਿੱਚ ਉਹ ਬੜੇ ਬੜੇ ਜ਼ੁਲਮ ਅਤੇ ਕਹਿਰ ਕਮਾਉਣੋਂ ਨਹੀਂ ਝਿਜਕਦੇ। ਬੰਦਾ ਸਿੰਘ ਬਹਾਦਰ ਸਮੇਂ ਬਹੁਤ ਸਾਰੇ ਲੁਟੇਰੇ ਅਤੇ ਚਰਿੱਤਰਹੀਣ ਲੋਕ ਉਸ ਦੀਆਂ ਫੌਜਾਂ ਵਿੱਚ ਸ਼ਾਮਿਲ ਹੋ ਗਏ ਸਨ। ਉਸ ਪਾਸ ਹਕੂਮਤ ਚਲਾਉਣ ਲਈ ਕੋਈ ਢੁਕਵਾਂ ਅਤੇ ਯੋਗ ਕੇਡਰ ਨਹੀਂ ਸੀ। ਇਹ ਲੋਕ ਖੂਬ ਖੁੱਲ੍ਹ ਖੇੜੇ ਲੋਕਾਂ ਅਤੇ ਬੜੇ ਅਤਿਆਚਾਰ ਕੀਤੇ। ਬੜੀ ਵੱਡੀ ਪੱਧਰ ਤੇ ਲੋਕਾਂ ਦੀ ਲੁੱਟ ਖਸੁੱਟ ਹੋਈ। ਸਿੱਖ ਇਸ ਦੇ ਬਿਲਕੁਲ ਬਰਖਿਲਾਫ ਸਨ, ਪਰ ਉਹ ਲੁਟੇਰਿਆਂ ਨੂੰ ਨੱਥ ਨਾ ਪਾ ਸਕੇ। ਇਹਨਾਂ ਨੇ ਜੋ ਕੁਝ ਵੀ ਬੁਰੇ ਤੋਂ ਬੁਰਾ ਕਰਮ ਕੀਤਾ, ਸਭ ਬੰਦਾ ਸਿੰਘ ਅਤੇ ਉਸਦੇ ਸਾਥੀਆਂ ਦੇ ਨਾਂ ਵਰਿਆ। ਲਹਿਰ ਬਦਨਾਮ ਹੋਈ। ਬੰਦਾ ਸਿੰਘ ਦੇ ਸਾਰੇ ਚੰਗੇ ਕੰਮਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਸਿੱਖ ਆਮ ਮੁਸਲਮਾਨ ਵਸੋਂ ਨੂੰ ਕੁਝ ਨਹੀਂ ਸਨ ਕਹਿੰਦੇ, ਪਰ ਸਰਕਾਰ ਅਤੇ ਮੁਲਾਣਿਆਂ ਨੇ ਬੜੀ ਚਲਾਕੀ ਨਾਲ ਸਿੱਖ ਲਹਿਰ, ਜੋ ਮੁਗਲ ਸਰਕਾਰ ਦੇ ਜ਼ੁਲਮ ਖਿਲਾਫ ਲੜ ਰਹੀ ਸੀ ਅਤੇ ਜ਼ੁਲਮੀ ਚੱਕੀ ਵਿੱਚ ਮੁਸਲਮਾਨ ਆਬਾਦੀ ਵੀ ਬਰਾਬਰ ਦੀ ਪੀਸੀ ਜਾ ਰਹੀ ਸੀ, ਨੂੰ ਮੁਸਲਮਾਨ ਵਿਰੋਧੀ ਬਣਾ ਕੇ ਰੱਖ ਦਿੱਤਾ। ਆਮ ਲੋਕੀ ਜੋ ਸਰਕਾਰ ਦੇ ਸਥਾਈ ਹੋਏ ਅਤੇ ਨਿਰਪੱਖ ਸਨ, ਗਲਤ ਪ੍ਰਚਾਰ ਦਾ ਸ਼ਿਕਾਰ ਹੋ ਕੇ ਜਹਾਦ ਲਈ ਉੱਠ ਖੜੇ ਹੋਏ ਅਤੇ ਗਾਜੀ ਬਣ ਸਿੱਖਾਂ ਵਿਰੁੱਧ ਲੜਨ ਲੱਗੇ। ਤਵੱਸਬ ਵਿੱਚ ਇਹ ਲੋਕ ਇੰਨੇ ਅੰਨੇ ਕੀਤੇ ਹੋਏ ਸਨ ਕਿ ਉਹਨਾਂ ਨੂੰ ਉਦੋਂ ਵੀ ਸਮਝ ਨਾ ਆਈ ਜਦ ਉਹਨਾਂ ਅੱਖੀਂ ਵੇਖ ਲਿਆ ਸੀ ਕਿ ਜਿਨ੍ਹਾਂ ਦੇ ਖਿਲਾਫ ਉਹ ਲੜ ਰਹੇ ਹਨ, ਉਹ ਸਮਰੱਥਾ ਵਿੱਚ ਹੁੰਦੇ ਹੋਏ ਵੀ ਮੁਸਲਮਾਨ ਵਸੋਂ ਨੂੰ ਕੁਝ ਨਹੀਂ ਸਨ ਕਹਿੰਦੇ। ਪਰ ਬੁਰਾ ਹੋਵੇ ਲੁਟੇਰਿਆਂ ਦਾ, ਜਿਨ੍ਹਾਂ ਇਹ ਜ਼ੁਲਮ ਵਰਤਾਇਆ, ਅਤੇ ਨਾਲ ਹੀ ਲਾਹਨਤ ਇਹਨਾਂ ਜਨੂਨੀ ਮੁਲਾਣਿਆਂ ਤੇ, ਜਿਨ੍ਹਾਂ ਸਧਾਰਨ ਅਤੇ ਮਾਸੂਮ ਮੁਸਲਮਾਨਾਂ ਦੀ ਨਜ਼ਰ ਤੇ ਸੋਚ ਨੂੰ ਧੁੰਦਲਾ ਕਰ ਛੱਡਿਆ। ਜ਼ਕਰੀਆ ਖਾਂ ਦੇ ਸਮੇਂ ਵੀ ਲੁਟੇਰਿਆਂ ਇਹੋ ਗੁਲ ਖਿਲਾਏ। ਇਹਨਾਂ ਵਹਿਸ਼ੀ ਡਾਕੂਆਂ ਲੋਟੂਆਂ ਦੇ ਕਾਲੇ ਕਾਰਨਾਮੇ ਸਿੱਖਾਂ ਦੇ ਮੱਥੇ ਵੱਜੇ। ਮੁਲਕ ਵਿੱਚ ਫੈਲੀ ਹਨੇਰਗਰਦੀ ਜੋ ਸਿੱਖਾਂ ਸਿਰ ਲੱਗੀ ਨੂੰ ਠੱਲ ਪਾਉਣ ਲਈ ਗਸ਼ਤੀ ਫੌਜ ਸਾਰਾ ਜ਼ੋਰ ਲਾ ਹਾਰ ਥੱਕੀ, ਪਰ ਤਹਿ ਨਾ ਬਿਠਾ ਸਕੀ। ਸਰਕਾਰ ਨੇ ਸਿੱਖਾਂ ਨਾਲ ਵਧੀਕੀਆਂ ਕਰਕੇ ਇਹ ਬਿਪਤਾ ਆਪ ਸਹੇੜੀ ਸੀ। ਸਿੱਖ ਨਾ ਹਥਿਆਰ ਚੁੱਕਦੇ ਤਾਂ ਲੁਟੇਰਿਆਂ ਨੂੰ ਵੀ ਮੌਕਾ ਹੱਥ ਨਾ ਆਉਂਦਾ। ਹਕੀਕਤ ਨੂੰ ਸਮਝਣ ਦੀ ਥਾਂ ਖਾਨ ਬਹਾਦਰ ਨੇ ਹੈਂਕੜ ਵੱਸ ਹੋ ਕੇ ਸਿੱਖਾਂ ਨੂੰ ਹੀ ਮਾਰ ਮੁਕਾਉਣ ਲਈ ਲੱਕ ਬੰਨ੍ਹ ਲਿਆ। ਉਸ ਨੂੰ ਇਹ ਭਰਮ ਸੀ ਕਿ ਮੁਗਲ ਰਾਜ ਬਹੁਤ ਵਿਸ਼ਾਲ ਅਤੇ ਸ਼ਕਤੀਸ਼ਾਲੀ ਹੈ। ਇਹ ਸਿੱਖ ਕੌਣ ਵਿਚਾਰੇ ਸਨ ਜੋ ਸਾਡੇ ਮੂੰਹ ਆਉਣ। ਜਦ ਗਸ਼ਤੀ ਫੌਜ ਘੱਟਾ ਛਾਣ ਕੇ ਰਹਿ ਗਈ ਤਾਂ ਉਸ ਨੇ ਇੱਕ ਹੋਰ ਚਾਲ ਚੱਲੀ। ਸਿੱਖਾਂ ਦੀ ਸਦਾ ਲਈ ਕਤਲਾਮ ਦਾ ਹੁਕਮ ਤਾਂ ਬਾਦਸ਼ਾਹ ਬਹਾਦਰ ਸ਼ਾਹ ਹੀ ਦਸੰਬਰ 1710 ਈਸਵੀ ਵਿੱਚ ਜਾਰੀ ਕਰ ਗਿਆ ਸੀ।
ਕਤਲਾਮ ਤਾਂ ਉਦੋਂ ਦੀ ਹੀ ਜਾਰੀ ਸੀ, ਪਰ ਕਈ ਹਾਕਮਾਂ ਨੇ ਸਮੇਂ-ਸਮੇਂ ਇਸ ਉੱਤੇ ਜ਼ਿਆਦਾ ਸਖਤੀ ਨਾਲ ਕਾਰਵਾਈ ਕੀਤੀ। ਸਭ ਤੋਂ ਜ਼ਿਆਦਾ ਤੁਖਣਾ ਮੁਲਾਣੇ ਹਾਕਮਾਂ ਨੂੰ ਦਿੰਦੇ ਸਨ ਕਿ ਮੁਸਲਮਾਨੀ ਰਾਜ ਤਾਂ ਸਦੀਵੀ ਕਾਇਮ ਰਹਿ ਸਕਦਾ ਜੇ ਸਿੱਖ ਮਾਰ ਮੁਕਾਏ ਜਾਣ। ਪੱਥਰ ਦਿਲ ਅਤੇ ਖਰ ਦਿਮਾਗ ਸ਼ੈਤਾਨੀ ਨਸਲ ਮੁਲਾਣਿਆਂ ਨੇ ਸਿੱਖਾਂ ਦੀ ਮੌਤ ਨਾਲ ਇਸਲਾਮ ਦੀ ਸੇਵਾ ਅਤੇ ਸਬਾਬ ਦੇ ਝਾਂਸੇ ਦੀ ਕੁੰਡੀ ਹਰ ਮੁਸਲਮਾਨ ਦੇ ਸੰਘ ਵਿੱਚ ਬੁਰੀ ਤਰ੍ਹਾਂ ਫਸਾਈ ਹੋਈ ਸੀ, ਜਿਸ ਤੋਂ ਉਹ ਛੁਟਕਾਰਾ ਪਾ ਹੀ ਨਹੀਂ ਸਨ ਸਕਦੇ। ਹਾਕਮਾਂ ਲਈ ਇਹ ਲਾਲਚ ਅਤੇ ਝੂਠਾ ਵਾਅਦਾ, ਖੁਰਮੇ ਨਾਲੇ ਸਵਾਬ, ਸੱਤ ਮਾਰਨ ਵਾਲਾ ਐਸਾ ਨਸ਼ਾ ਸੀ ਜਿਸ ਦਾ ਕੋਈ ਤੋੜ ਹੀ ਨਹੀਂ। ਦਿਮਾਗਾਂ ਨੂੰ ਜੋ ਜੰਦਰੇ ਸਦੀਵੀ ਤੌਰ ਤੇ ਵੱਜ ਚੁੱਕੇ ਸਨ, ਉਹਨਾਂ ਦੀਆਂ ਚਾਬੀਆਂ ਮੁਫਤੀ ਮੁਲਾਣਿਆਂ ਪਾਸ ਸਨ। ਨਾ ਉਹ ਦੇਣ ਅਤੇ ਨਾ ਇਹ ਖੁੱਲ੍ਹਣ। ਮੁਸਲਮਾਨ ਦੀ ਕੁਦਰਤੀ ਅਤੇ ਸੂਖਮ ਸੋਚ ਹਿਮਾਲਿਆ ਪਹਾੜਾਂ ਉੱਤੇ ਦਫਨ ਕਰ ਦਿੱਤੀ ਗਈ ਸੀ। ਜ਼ਕਰੀਆ ਖਾਨ ਸੱਚਾਈ ਤੱਕ ਕਿਵੇਂ ਪਹੁੰਚੇ? ਉਸਨੇ ਸਾਰੇ ਪੰਜਾਬ ਵਿੱਚ ਢੰਡੋਰਾ ਪਿਟਾ ਕੇ ਇੱਕ ਐਲਾਨ ਕੱਢਿਆ ਕਿ ਜੋ ਕਿਸੇ ਸਿੱਖ ਦੀ ਦੱਸ ਪਾਵੇ ਉਸਨੂੰ 10 ਰੁਪਏ ਇਨਾਮ, ਜੋ ਪਕੜਵਾਵੇ ਉਸਨੂੰ 25 ਰੁਪਏ ਅਤੇ ਜੋ ਸਿਰ ਪੇਸ਼ ਕਰੇ ਉਸਨੂੰ 100 ਰੁਪਏ ਇਨਾਮ ਮਿਲੇਗਾ। ਸਿੱਖਾਂ ਦੀ ਅਲਖ ਮਿਟਾਉਣ ਵਿੱਚ ਜੋ ਵਧੇਰੇ ਸੇਵਾ ਕਰੇਗਾ ਉਸਨੂੰ ਜਗੀਰ ਵੀ ਦਿੱਤੀ ਜਾਵੇਗੀ। ਇਸ ਦਾ ਨਤੀਜਾ ਇਹ ਹੋਇਆ ਕਿ ਗਸ਼ਤੀ ਫੌਜਾਂ ਨਾਲ ਪਿੰਡਾਂ ਦੇ ਚੌਧਰੀ ਅਤੇ ਉਹਨਾਂ ਦੀਆਂ ਵਾਰਾਂ ਵੀ ਫਿਰਨ ਲੱਗ ਪਈਆਂ। ਇਹ ਸ਼ਿਕਾਰੀ ਕੁੱਤਿਆਂ ਵਾਂਗ ਸਿੰਘਾਂ ਦੀ ਭਾਲ ਪਿੱਛੇ ਫਿਰਨ ਲੱਗ ਪਏ। ਸਾਰਾ ਦੇਸ਼ ਉਜੜ ਗਿਆ। ਕੁਝ ਸਿੰਘਾਂ ਲੁੱਟ ਲਿਆ ਅਤੇ ਰਹਿੰਦਾ ਸ਼ਾਹੀ ਫੌਜਾਂ ਨੇ। ਅਨੇਕਾਂ ਲੋਕ ਬੇਗਾਰ ਵਿੱਚ ਫੜੇ ਗਏ। ਕੋਈ ਸਿੰਘ ਕਿਸੇ ਪਿੰਡ ਵਿੱਚ ਨਾ ਰਿਹਾ। ਬਾਲ ਬੁੱਢੇ ਅਤੇ ਜਨਾਨੀਆਂ ਦਰਿਆ ਟਪਾ ਕੇ ਮਾਲਵੇ ਛੱਡ ਆਏ ਅਤੇ ਜਵਾਨ ਸਿੰਘ ਜਥੇ ਬਣਾ ਕੇ ਫਿਰਨ ਲੱਗੇ। ਸੈਂਕੜੇ ਸਿੰਘ ਚੁਗਲਾਂ ਨੇ ਫੜਾ ਦਿੱਤੇ, ਜੋ ਲਾਹੌਰ ਲੈ ਕੇ ਜਾ ਕੇ ਕਤਲ ਕਰ ਦਿੱਤੇ ਗਏ। ਕਈ ਦੁਸ਼ਟਾਂ ਨੇ ਹਿੰਦੂਆਂ ਦੀਆਂ ਲੜਕੀਆਂ ਦੇ ਸਿਰ ਕੱਟ ਕੇ ਵਾਲਾਂ ਤੋਂ ਫੜ ਕੇ ਸਿੱਖ ਮੁੰਡਿਆਂ ਦੇ ਸਿਰ ਦੱਸ ਕੇ ਦਰੋਗਿਆਂ ਨਾਲ ਮਿਲ ਮਿਲਾ ਕੇ ਇਨਾਮ ਲਏ। ਜਿਨ੍ਹਾਂ ਮੁਖਬਰਾਂ ਨੇ ਸਿੱਖਾਂ ਨੂੰ ਫੜਾ ਕੇ ਇਨਾਮ ਲਏ, ਉਹਨਾਂ ਨੂੰ ਰਾਠ ਸਿੰਘਾਂ ਨੇ ਫੜ ਕੇ ਸੋਧਿਆ। ਕੋਈ ਸ਼ੱਕ ਨਹੀਂ ਸੀ ਕਿ ਇਸ ਕਾਰਵਾਈ ਵਿੱਚ ਬਹੁਤ ਸਾਰੇ ਸਿੱਖ ਮਾਰੇ ਗਏ, ਪਰ ਉਹਨਾਂ ਆਪਣਾ ਹੱਠ ਅਤੇ ਸੁਭਾਅ ਨਾ ਛੱਡਿਆ। ਜਦ ਸਾਰੇ ਦੇਸ਼ ਦੀ ਫਸਲਵਾੜੀ ਅਤੇ ਮਾਲ ਡੰਗਰ ਬਰਬਾਦ ਹੋ ਗਏ ਤਾਂ ਲੋਕਾਂ ਪਾਸ ਸਰਕਾਰੀ ਮਾਮਲਾ ਤਾਰਨ ਨੂੰ ਧੇਲਾ ਵੀ ਨਾ ਰਿਹਾ। ਜ਼ਕਰੀਆ ਖਾਨ ਪਾਸੋਂ ਖਿਰਾਜ ਲੈਣ ਦਿੱਲੀ ਦੀ ਫੌਜ ਦਾ ਆਉਣਾ। ਜ਼ਕਰੀਆ ਖਾਨ ਨੇ ਜ਼ੁਲਮ ਜ਼ਬਰ ਦਾ ਝੱਖੜ ਦੇਸ਼ ਤੇ ਝੁਲਾਇਆ ਹੋਇਆ ਸੀ। ਇਸ ਵਿੱਚੋਂ ਉਸਦੇ ਪੱਲੇ ਤਾਂ ਕੁਝ ਨਾ ਪਿਆ। ਲੋਕਾਂ ਦੀ ਆਰਥਿਕ ਹਾਲਤ ਤਬਾਹ ਹੋ ਗਈ। ਚਾਰ ਚੁਫੇਰੇ ਬਾਬਲਾ ਪਈ ਹੋਵੇ। ਉਹ ਆਪਣੀ ਹੈਂਕੜ ਪਗਾਉਣ ਬਦਲੇ ਕਿ ਸਿੱਖਾਂ ਦਾ ਸਿਰ ਉਸਨੇ ਕੁਚਲ ਦਿੱਤਾ ਹੈ। ਦਿੱਲੀ ਸਰਕਾਰ ਦੀ ਖੁਸ਼ਨੂਦੀ ਹਾਸਿਲ ਕਰਨ ਲਈ ਦੇਸ਼ ਦੇ ਹੋਰ ਕਾਰ ਵਿਹਾਰ ਛੱਡ ਕੇ ਸਿੱਖਾਂ ਦੇ ਮਗਰ ਪਿਆ ਹੋਇਆ ਸੀ। ਖੇਤੀਬਾੜੀ ਅਤੇ ਵਪਾਰ ਬੰਦ ਹੋ ਗਿਆ। ਖਜ਼ਾਨਾ ਗਸ਼ਤੀ ਫੌਜਾਂ ਚੱਟ ਗਈਆਂ। ਪਰਜਾ ਜਦ ਭੁੱਖੀ ਮਰਨ ਲੱਗੀ ਤਾਂ ਸਰਕਾਰੀ ਹਾਲਾ ਕਿਵੇਂ ਉਗਰੇ। ਸਿਪਾਹੀਆਂ ਦੀਆਂ ਤਨਖਾਹਾਂ ਵੀ ਨਾ ਤਰਨ। ਉਹਨਾਂ ਜ਼ਮੀਂਦਾਰਾਂ ਨੂੰ ਮਾਰ ਕੁੱਟ ਕੇ ਉਲਟਾ ਆਪਣਾ ਵੈਰੀ ਬਣਾ ਲਿਆ। ਜਿਹੜੇ ਸਿੱਖ ਪਿੰਡਾਂ ਤੋਂ ਕੱਢ ਦਿੱਤੇ ਗਏ ਸਨ, ਉਹਨਾਂ ਚੋਂ ਬਹੁਤੇ ਸਿੰਘ ਸੱਜ ਕੇ ਦਲਾਂ ਵਿੱਚ ਰਲ ਗਏ ਅਤੇ ਕਈ ਹੋਰਨਾਂ ਰਾਜਾਂ ਵਿੱਚ ਜਾ ਕੇ ਨੌਕਰੀ ਮਜ਼ਦੂਰੀ ਕਰਕੇ ਦਿਨ ਕਟੀ ਕਰਨ ਲੱਗ ਪਏ। ਜ਼ਕਰੀਆ ਖਾਨ ਨੇ ਤਾਂ ਆਪ ਹੀ ਮੁਲਕ ਬੇਚਰਾਗ ਕਰ ਦਿੱਤਾ। ਕਮਾਈ ਕੌਣ ਕਰੇ ਅਤੇ ਪੈਸਾ ਟੱਕਾ ਕਿੱਥੋਂ ਆਵੇ। 3 ਸਾਲ ਜਦ ਲਗਾਤਾਰ ਲਾਹੌਰ ਸਰਕਾਰ ਨੇ ਦਿੱਲੀ ਨੂੰ ਬਣਦਾ ਖਰਾਜ, ਜੋ ਕਈ ਕਰੋੜ ਦੀ ਰਕਮ ਬਣ ਚੁੱਕਾ ਸੀ, ਨਾ ਪਹੁੰਚਾਇਆ ਤਾਂ ਬਹਾਦਰ ਮੁਹੰਮਦ ਸ਼ਾਹ ਰੰਗੀਲੇ ਨੇ ਇਸ ਦੀ ਵਸੂਲੀ ਵਾਸਤੇ ਹੈਬਤ ਖਾਂ ਅਤੇ ਸਲਾਬਤ ਖਾਂ ਰੋਹੀਲੇ ਸਰਦਾਰ ਨੂੰ 2000 ਘੋੜ ਸਰਵਾਰ ਦੇ ਕੇ ਲਾਹੌਰ ਵੱਲ ਤੋਰਿਆ। ਉਹਨਾਂ ਨੂੰ ਹੁਕਮ ਦਿੱਤਾ ਕਿ ਜਿੰਨਾ ਚਿਰ 3 ਸਾਲਾਂ ਦੀ ਸਾਰੀ ਮਾਲਗੁਜ਼ਾਰੀ ਵਸੂਲ ਨਾ ਹੋਵੇ, ਉਹਨਾਂ ਚਿਰ ਰੋਜ਼ ਦੇ 5000 ਨਗਦ ਹਰਜਾਨਾ ਲੈਂਦੇ ਰਹੋ, ਨਾਲ ਹੀ 2000 ਫੌਜ ਦਾ ਅਤੇ ਆਪਣਾ ਖਰਚ ਲਵੋ। ਰੋਹੀਲੇ ਸਰਦਾਰਾਂ ਲਾਹੌਰ ਪੁੱਜ ਕੇ ਇੰਜ ਹੀ ਕੀਤਾ। ਕਈ ਕਰੋੜ ਦੀ ਬਣਦੀ ਰਕਮ ਖਾਨ ਬਹਾਦਰ ਕਿੱਥੋਂ ਪੈਦਾ ਕਰੇ। ਮਜਬੂਰ ਹੋ ਕੇ ਉਸਨੇ ਚੌਧਰੀਆਂ ਨੂੰ ਫੜਿਆ, ਜਿਨ੍ਹਾਂ ਸਿੱਖਾਂ ਦੇ ਫੜੋ ਫੜਾਈ ਦੇ ਨਾਂ ਤੇ ਵੱਡੇ ਵੱਡੇ ਇਨਾਮ ਲਏ ਸਨ। ਸਿੱਖਾਂ ਦਾ ਸਫਨ ਸਫਾਇਆ ਤਾਂ ਨਾ ਕਰ ਸਕੇ, ਖਜ਼ਾਨੇ ਦੀ ਸਫਾਈ ਜ਼ਰੂਰ ਕਰ ਦਿੱਤੀ। ਆ ਗਏ ਹੁਣ ਇਹ ਚੌਧਰੀ ਕਾਬੂ। ਪਹਿਲਾਂ ਜ਼ਕਰੀਆ ਖਾਨ ਨੇ ਅਤੇ ਫਿਰ ਰੋਹੀਲਿਆਂ ਨੇ ਕਾਠ ਮਾਰੇ ਅਤੇ ਛਿੱਤਰਾਂ ਨਾਲ
ਇਹਨਾਂ ਦਾ ਚੰਮ ਉਧੇੜ ਦਿੱਤਾ। ਇੱਕੋ ਗੱਲ ਕਿ ਕੱਢੋ ਬਾਹਰ ਉਹ ਪੈਸਾ ਜੋ ਖਜ਼ਾਨੇ 'ਚੋਂ ਲਿਆ ਹੈ ਅਤੇ ਨਾਲ ਹੀ ਕਰੋ ਇਕੱਠਾ ਲੋਕਾਂ ਤੋਂ। ਚੌਧਰੀ ਨੱਕ ਗੋਡੇ ਰਗੜ ਕੇ ਵਾਅਦੇ ਕਰਕੇ ਬੰਦ ਖਲਾਸ ਹੋਏ ਕਿ ਅਸੀਂ ਛੇਤੀ ਤੋਂ ਛੇਤੀ ਸਾਰੀ ਰਕਮ ਉਗਰਾ ਲਿਆਵਾਂਗੇ। ਛੁੱਟਦਿਆਂ ਸਾਰ ਇਨਾਮਾਂ ਦੀ ਸ਼ਕਲ ਵਿੱਚ ਇਹ ਖਾਧਾ ਮੁੜ ਆਣ ਉਗਲੱਛਿਆ। ਹੋਰ ਰੁਪਏ ਲਈ ਪਰਜਾ ਦੇ ਗਲ ਵਿੱਚ ਅੰਗੂਠਾ ਆਣ ਦਿੱਤਾ। ਐਵੇਂ ਹੀ ਗਰੀਬ ਗੁਰਬੇ ਨੂੰ ਮਰੋੜ ਧਾਰਿਆ। ਇਹਨਾਂ ਕੰਗਾਲਾਂ ਪਾਸ ਤਾਂ ਪਹਿਲਾਂ ਹੀ ਮਿੱਟੀ ਦੇ ਤਵੇ ਚੜੇ ਹੋਏ ਸਨ, ਕਿਉਂਕਿ ਧਾੜਵੀਆਂ ਤੇ ਲੁਟੇਰਿਆਂ ਫਸਲ ਅਤੇ ਪਸ਼ੂ ਡੰਗਰ ਰੁੰਡ ਮਰੁੰਡ ਕਰ ਛੱਡੇ ਸਨ। ਲੀੜੇ ਅਤੇ ਭਾਂਡੇ ਘਰੀ ਨਹੀਂ ਸਨ ਛੱਡੇ। ਸ਼ਾਹੂਕਾਰਾਂ ਪਾਸ ਜੋ ਕੁਝ ਸੀ ਜ਼ਮੀਨ ਵਿੱਚ ਨੱਪ ਕੇ ਦਿਵਾਲੇ ਕੱਢ ਕੇ ਬੈਠ ਗਏ। ਕਈਆਂ ਦੇ ਮੁੰਡੇ 10-10 ਰੁਪਏ ਨੂੰ ਕੌਡੀਆਂ ਦੇ ਭਾਅ ਵਿਕ ਗਏ। ਕੋਈ ਭੁੱਖੇ ਧਿਆਹੇ ਮਰ ਗਏ। ਜੋ ਘਰਾਂ ਤੋਂ ਨਿਕਲ ਕੇ ਭੱਜੇ ਰੁਲ ਰੁਲ ਕੇ ਮੰਦੇ ਹਾਲ ਹੋ ਗਏ। ਇੰਨਾ ਪੈਸਾ ਇਕੱਠਾ ਕਿੱਥੋਂ ਹੋਵੇ? ਰੁਹੇਲੇ ਵੀ ਜਿੱਦ ਦੇ ਪੱਕੇ। ਰੋਜ਼ 5,000 ਲੈ ਕੇ ਰੋਟੀ ਪੱਕਣ ਦਿੰਦੇ। ਸੂਬੇ ਨੇ ਮੂਰਖਵਤ ਸਿੰਘਾਂ ਵਿਰੁੱਧ ਗਸ਼ਤ ਫੌਜੀ ਚੜ੍ਹਾ ਕੇ ਸਿੱਖਾਂ ਦੇ ਫਿਰ ਲੁਟੇਰਿਆਂ ਹੱਥੋਂ ਮੁਲਕ ਹੀ ਵੀਰਾਨ ਕਰਵਾ ਲਿਆ ਸੀ। ਹੁਣ ਪਰਜਾ ਪੈਸਾ ਕਿੱਥੋਂ ਦੇਵੇ? ਉਸਨੇ ਮਨ ਵਿੱਚ ਕਪਟ ਰੱਖ ਕੇ ਇੱਕ ਚਾਲ ਚੱਲੀ। ਕੁਝ ਆਪਣੇ ਪਾਸੋਂ ਟਕੇ ਕੱਢੇ, ਗਹਿਣਾ ਵੇਚਿਆ, ਕਰਜ਼ਾ ਲਿਆ, ਕਈਆਂ ਤੋਂ ਡਰਾ ਧਮਕਾ ਕੇ ਲਿਆ, ਚੌਧਰੀਆਂ ਪਾਸੋਂ ਜੋ ਵਸੂਲਿਆ ਇਹ 20 ਕੁ ਲੱਖ ਹੋ ਗਿਆ। 10,000 ਰੁਹੇਲਿਆਂ ਨੂੰ ਵੱਢੀ ਦੇ ਕੇ ਨਰਮ ਕੀਤਾ। ਇਹ ਰਕਮ 80 ਗੱਡਿਆਂ ਉੱਪਰ ਲਦਵਾ ਕੇ ਗੱਡੇ ਦਿੱਲੀ ਨੂੰ ਤੋਰ ਦਿੱਤੇ। ਪਰ ਇਹ ਰੁਪਇਆ ਰੁਹੇਲੇ ਸਰਦਾਰਾਂ ਸਾਹਮਣੇ ਗਿਣ ਕੇ ਨਹੀਂ ਸੀ ਲੱਦਿਆ ਗਿਆ। ਸੋ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਸਾਰਾ ਬਕਾਇਆ ਖਰਾਜ ਜੋ ਕਈ ਕਰੋੜ ਦੀ ਰਕਮ ਬਣਦੀ ਹੈ ਦੇ ਦਿੱਤਾ ਹੈ। ਦਿੱਲੀ ਖਜ਼ਾਨੇ ਵਿੱਚ ਦਾਖਲ ਕਰਨ ਵੇਲੇ ਫਿਰ ਗਿਣਤੀ ਹੋ ਜਾਵੇਗੀ। ਖਜ਼ਾਨਾ ਲੈ ਕੇ ਰੁਹੇਲੇ ਤਾਂ ਤੁਰ ਗਏ, ਪਰ ਜ਼ਕਰੀਆ ਖਾਨ ਦਾ ਦਿਲ ਬੈਠਣ ਲੱਗਾ। ਇਹ ਸੋਚਾਂ ਵਿੱਚ ਡੁੱਬ ਗਿਆ ਕਿ ਕੀਤੇ ਫਰੇਬ ਦਾ ਪਰਦਾ ਕਿਵੇਂ ਰਹੇਗਾ। ਬੰਦਾ ਚਤੁਰ ਸੀ। ਔਖੀ ਵੇਲੇ ਚੰਗੀ ਫੁਰੀ। ਸਰਦਾਰ ਸੁਭੇਗ ਸਿੰਘ ਜੰਬਰਾਂਵਾਲਾ ਲਾਹੌਰ ਰਿਹਾ ਕਰਦਾ ਅਤੇ ਬੜਾ ਪੜ੍ਹਿਆ ਲਿਖਿਆ ਆਦਮੀ ਸੀ। ਇਹ ਵਪਾਰ ਵੀ ਕਰਦਾ ਸੀ ਅਤੇ ਸਰਕਾਰੀ ਪਿੰਡ ਠੇਕੇ ਤੇ ਲਿਆ ਕਰਦਾ ਸੀ। ਲਾਹੌਰ ਦਰਬਾਰ ਇਸ ਦਾ ਮਾਣ ਸਤਿਕਾਰ ਕਰਦਾ ਸੀ। ਖਾਨ ਬਹਾਦਰ ਨੇ ਉਸ ਨੂੰ ਬੁਲਾ ਕੇ ਆਖਿਆ ਕਿ ਸਿੰਘਾਂ ਨੂੰ ਕਹੋ ਕਿ ਖਜ਼ਾਨਾ ਦਿੱਲੀ ਨੂੰ ਨਾ ਜਾਣ ਦਿੱਤਾ ਜਾਵੇ। ਸਾਡੀ ਲਾਹੌਰੀ ਫੌਜ ਟਾਕਰਾ ਨਹੀਂ ਕਰੇਗੀ। ਇਹ ਖਜ਼ਾਨਾ ਜੇ ਦਿੱਲੀ ਨਾ ਜਾਵੇ ਤਾਂ ਮੇਰੀ ਰਹਿ ਆਉਂਦੀ ਹੈ। ਖਜ਼ਾਨਾ ਸਿੰਘਾਂ ਹੱਥੋਂ ਲੁੱਟੇ ਜਾਣ ਨਾਲ ਹੀ ਮੇਰੇ ਸਿਰੋਂ ਹਿਸਾਬ ਦੇਣ ਦੀ ਬਲਾ ਟਲਦੀ ਹੈ। ਸਰਦਾਰ ਸੁਭੇਗ ਸਿੰਘ ਨੇ ਰਾਤੋਂ ਰਾਤ ਪੁੱਜ ਕੇ ਸਿੰਘਾਂ ਦੇ ਟਿਕਾਣੇ ਤੇ ਗੱਲ ਜਾ ਦੱਸੀ। ਸਿੰਘ ਤਾਂ ਕੋਈ ਐਸਾ ਸੋਹਣਾ ਮੌਕਾ ਉਡੀਕਦੇ ਪਏ ਸਨ। ਸ਼ਿਕਾਰ ਦੀ ਦੱਸ ਪੈਂਦਿਆਂ ਹੀ ਤੱਟ ਫੱਟ ਖਬਰਾਂ ਕਰਕੇ 8,000 ਸਿੰਘ ਇਕੱਠਾ ਕਰਕੇ ਤਰਨ ਵੱਲ ਹੋ ਤੁਰੇ। ਰੁਹੇਲੇ ਸਰਦਾਰਾਂ ਦਾ ਕਾਫਲਾ ਨੂਰ ਦੀ ਸਰਾਂ ਲਾਗੇ ਉਤਰਿਆ ਹੋਇਆ ਸੀ। ਸਿੰਘ ਦੋ ਹਿੱਸੇ ਹੋ ਕੇ ਕਾਫਲੇ ਉੱਤੇ ਪਏ। ਇੱਕ ਨੇ ਲੜਾਈ ਛੇੜ ਕੇ ਰਾਖਿਆਂ ਨੂੰ ਉਲਝਾਇਆ। ਲਾਹੌਰੀ ਫੌਜ ਤਾਂ ਵੇਖਦਿਆਂ ਸਾਰ ਨੱਸ ਗਈ। ਰੁਹੇਲਿਆਂ ਕੁਝ ਟਾਕਰਾ ਕੀਤਾ। ਸਿੰਘਾਂ ਦਾ ਦੂਸਰਾ ਦਲ ਖਜ਼ਾਨੇ ਵਾਲੇ ਗੱਡੇ ਉੱਤੇ ਝਪਟਿਆ। ਜੋ ਅੜਿਆ ਸੋ ਝਾੜ ਸੁੱਟਿਆ। ਸਾਰਾ ਖਜ਼ਾਨਾ, ਘੋੜੇ ਅਤੇ ਹਥਿਆਰ, ਗੱਲ ਕੀ ਜਿੰਨਾ ਕੁਝ ਹੱਥ ਆਇਆ ਲੈ ਕੇ ਬੀੜ ਸਾਹਿਬ ਵਿੱਚ ਜਾ ਵੜੇ। ਜਿਹੜਾ ਜਥਾ ਸਾਹਮਣੇ ਲੜਦਾ ਸੀ ਉਹ ਵੀ ਘੋੜੇ ਦੌੜਾ ਗਿਆ। ਰੁਹੇਲੇ ਸਰਦਾਰ ਵੇਂਦੇ ਹੀ ਰਹਿ ਗਏ। ਮਗਰ ਪੈਣ ਦੀ ਕਿਸੇ ਨੇ ਹਿੰਮਤ ਨਾ ਕੀਤੀ। ਬੀੜ ਵਿੱਚ ਜਾ ਕੇ ਖਜ਼ਾਨੇ ਦਾ ਦਸਵੰਧ ਕੱਢ ਕੇ ਭਾਈ ਮਣੀ ਸਿੰਘ ਜੀ ਪਾਸ ਗੁਰੂ ਕੇ ਲੰਗਰ ਲਈ ਅੰਮ੍ਰਿਤਸਰ ਭੇਜ ਦਿੱਤਾ। ਬਾਕੀ ਜੋ ਬਚਿਆ ਸਾਰਿਆਂ ਸਿੰਘਾਂ ਵਿੱਚ ਬਰਾਬਰ ਵੰਡ ਦਿੱਤਾ। ਰੁਹੇਲੇ ਸਰਦਾਰ ਰੋਂਦੇ ਰੋਂਦੇ ਲਾਹੌਰ ਜ਼ਕਰੀਆ ਸਾਹਮਣੇ ਜਾ ਪਿੱਟੇ। ਸੁਣ ਕੇ ਜ਼ਕਰੀਆ ਖਾਨ ਨੇ ਸੁੱਖ ਦਾ ਸਾਹ ਲਿਆ। ਇਹ ਘਟਨਾ 1730 ਈਸਵੀ ਦੀ ਹੈ। ਲਾਹੌਰੋਂ ਦਿੱਲੀ ਨੂੰ ਜਾ ਰਿਹਾ ਖਜ਼ਾਨਾ ਲੁੱਟਣ ਵਾਲੇ ਜਥੇ ਦੇ ਮੁਖੀ ਆਗੂ ਦੀਵਾਨ ਦਰਬਾਰਾ ਸਿੰਘ ਅਤੇ ਹਰੀ ਸਿੰਘ ਸਨ। ਜ਼ਕਰੀਆ ਖਾਨ ਨੇ ਸਾਰਾ ਹਾਲ ਲਿਖ ਕੇ ਬਾਦਸ਼ਾਹ ਪਾਸ ਦਿੱਲੀ ਘਲਾਇਆ ਅਤੇ ਸਿੰਘਾਂ ਵਿਰੁੱਧ ਫੌਜ ਮੰਗੀ। ਰੁਹੇਲੇ ਅਤੇ ਜ਼ਕਰੀਆ ਖਾਨ ਦੀ ਫੌਜ ਇਕੱਠੇ ਹੋ ਕੇ ਸਿੰਘਾਂ ਮਗਰ ਪਏ ਤਾਂ ਕਿ ਥੋੜ੍ਹਾ ਬਹੁਤਾ ਲੁੱਟਿਆ ਖਜ਼ਾਨਾ ਪ੍ਰਾਪਤ ਕਰਕੇ ਅਤੇ ਨਾਲ ਜਿੰਨਾ ਕੁ ਹੋ ਸਕਣ ਸਿੰਘਾਂ ਦੇ ਸਿਰ ਲੈ ਕੇ ਜਾਣ ਅਤੇ ਇਸ ਨਾਲ ਦਿੱਲੀ ਵੜਨ ਜੋਗੇ ਹੋ ਜਾਣ। ਪਰ ਇਹ ਰੁਹੇਲੇ ਵਿਚਾਰੇ ਕੌਣ ਸਨ ਜੋ ਸਿੰਘਾਂ ਤੱਕ ਅਪੜ ਸਕਦੇ। ਕੁਝ ਦਿਨ ਇੱਧਰ ਉੱਧਰ ਖੇ ਛਾਣ ਕੇ ਲਾਹੌਰ ਮੁੜ ਆਏ। ਖਾਨ ਬਹਾਦਰ ਦੇ ਦਿਲ ਦੀ ਮੁਰਾਦ ਪੂਰੀ ਹੋ ਚੁੱਕੀ ਸੀ। ਉਸਨੇ ਬਾਦਸ਼ਾਹ ਨੂੰ ਲਿਖਿਆ ਕਿ ਮੈਂ ਤਾਂ 3 ਸਾਲਾਂ ਦਾ ਬਣਦਾ ਸਾਰਾ ਖਿਰਾਜ ਪੈਸਾ ਗਿਣ ਗੱਡਿਆਂ ਤੇ ਲੱਦ ਕੇ ਦਿੱਲੀ ਵੱਲ ਤੋਰ ਦਿੱਤਾ ਸੀ। ਸਿੰਘਾਂ ਬਿਆਸ ਦਰਿਆ ਤੱਕ ਵੀ ਨਹੀਂ ਅਪੜਨ ਦਿੱਤੇ।
ਉਰੇ ਹੀ ਸਾਰਾ ਲੁੱਟ ਲਿਆ ਹੈ। ਇਹਨਾਂ 80 ਗੱਡਿਆਂ ਜਿਨ੍ਹਾਂ ਤੇ ਖਜ਼ਾਨਾ ਲੱਦਿਆ ਸੀ, ਨਾਲ 4000 ਫੌਜ ਵੀ ਰਾਖੀ ਲਈ ਤੋਰੀ ਸੀ, ਸਿੰਘਾਂ ਕੋਈ ਪੇਸ਼ ਨਹੀਂ ਜਾਣ ਦਿੱਤੀ। ਇਹਨਾਂ ਸਾਰੇ ਸੂਬੇ ਵਿੱਚ ਹੇਠਲੀ ਉੱਤੇ ਲਿਆਂਦੀ ਹੋਈ ਹੈ। ਖੇਤੀ ਹੋਣ ਨਹੀਂ ਦਿੰਦੇ। ਰਈਅਤ ਭੁੱਖੀ ਮਰਦੀ ਕੰਗਾਲ ਹੋ ਕੇ ਉਜੜਦੀ ਜਾਂਦੀ ਹੈ। ਅੱਗੇ ਤੋਂ ਟਕਾ ਵਸੂਲ ਨਹੀਂ ਹੋਣਾ। ਮੈਂ ਸਾਰੇ ਯਤਨ ਕਰਕੇ ਹਾਰ ਚੁੱਕਾ ਹਾਂ। ਤੁਸੀਂ ਮਦਦ ਵਾਸਤੇ ਫੌਜ ਭੇਜੋਗੇ ਤਾਂ ਅਮਨ ਅਮਾਨ ਕਾਇਮ ਹੋਵੇਗਾ। ਬਾਦਸ਼ਾਹ ਇਹ ਮੰਦੀ ਖਬਰ ਅਤੇ ਖਾਨ ਬਹਾਦਰ ਦੀ ਮਦਦ ਲਈ ਅਰਜੀ ਪੜ੍ਹ ਕੇ ਕ੍ਰੋਧ ਨਾਲ ਮੱਚ ਉੱਠਿਆ। ਨਜੀਬ ਖਾਂ, ਸਫਦਰ ਖਾਂ, ਜਫਰ ਖਾਂ ਅਤੇ ਮਨੀਅਮ ਖਾਨ ਵਰਗੇ ਸਖਤ ਜਾਨ ਅਤੇ ਤੁੰਦ ਮਿਜਾਜ ਫੌਜਦਾਰ ਦੇ ਤਹਿਤ 20,000 ਫੌਜ ਦੇ ਕੇ ਪੰਜਾਬ ਨੂੰ ਤੋਰਿਆ ਕਿ ਸਿੱਖਾਂ ਦਾ ਨਾਮ ਨਿਸ਼ਾਨ ਤੱਕ ਨਾ ਰਹਿਣ ਦਿੱਤਾ ਜਾਵੇ। ਨਾਲ ਹੀ ਸਰਹੰਦ ਜਲੰਧਰ ਪੰਜਾਬ ਦੇ ਹਾਕਮਾਂ ਅਤੇ ਜਗੀਰਦਾਰਾਂ ਨੂੰ ਪ੍ਰਵਾਨੇ ਭੇਜੇ ਕਿ ਸ਼ਾਹੀ ਫੌਜਾਂ ਨਾਲ ਮਿਲ ਕੇ ਸਿੱਖਾਂ ਦੇ ਘਰ ਘਾਟ ਅਤੇ ਆਸਰੇ ਵਾਲੀਆਂ ਥਾਵਾਂ ਤਬਾਹ ਕਰ ਦਿੱਤੀਆਂ ਜਾਣ। ਪੰਜਾਬ ਵਿੱਚ ਕਿਧਰੇ ਸਿੱਖਾਂ ਦਾ ਚਿੰਨ੍ਹ ਨਾ ਛੱਡਿਆ ਜਾਵੇ। ਇਹ ਫੌਜ ਸ਼ੁਰੂ ਅਕਤੂਬਰ 1730 ਈਸਵੀ ਵਿੱਚ ਪੰਜਾਬ ਦੀ ਹੱਦ ਅੰਦਰ ਆ ਵੜੀ। ਸਿੰਘਾਂ ਇਸ ਤੋਂ ਪਹਿਲਾਂ ਹੀ ਪਹਾੜਾਂ ਵਿੱਚ ਜਾ ਲੁਕੇ ਅਤੇ ਕੁਝ ਰਾਜਸਥਾਨ ਵਿਖੇ ਚਲੇ ਗਏ। ਫੌਜ ਨੇ ਅਮਨ ਅਮਾਨ ਵਸਦੇ ਕਿਰਤੀ ਸਿੱਖਾਂ ਅਤੇ ਨਿਰਦੋਸ਼ ਹਿੰਦੂਆਂ ਉੱਤੇ ਆਪਣਾ ਸਾਰਾ ਗੁੱਸਾ ਕੱਢਿਆ। ਪਹਿਲਾਂ ਹੀ ਉਜੜੇ ਹੋਏ ਦੇਸ਼ ਨੂੰ ਹੋਰ ਤਬਾਹ ਕੀਤਾ। ਜ਼ਕਰੀਆ ਖਾਂ ਦੀ ਕੁਟਲ ਨੀਤੀ। ਜ਼ਕਰੀਆ ਖਾਂ ਸਿੱਖਾਂ ਦਾ ਢਿੱਡੋਂ ਬੜਾ ਵੱਡਾ ਵੈਰੀ ਸੀ। ਇਹਨਾਂ ਦਾ ਤਲਾ ਮੂਲ ਪੁੱਟ ਦੇਣ ਲਈ ਉਸਨੇ ਹਮੇਸ਼ਾ ਸਾਰਾ ਜ਼ੋਰ ਲਾਇਆ। ਇਹ ਵੱਖਰੀ ਗੱਲ ਹੈ ਕਿ ਸਿੱਖ ਉਸ ਦੇ ਮਾਰਨ ਗੋਚਰੇ ਨਹੀਂ ਸਨ। ਉਸ ਵੱਲੋਂ ਕਸਰ ਕੋਈ ਨਹੀਂ ਸੀ ਛੱਡੀ ਗਈ, ਪਰ ਉਹ ਦੂਜੇ ਪਾਸੇ ਦਿੱਲੀ ਦੀ ਫੌਜ ਦੀ ਜਿੱਤ ਵੀ ਨਹੀਂ ਸੀ ਹੁੰਦੀ ਵੇਖਣਾ ਚਾਹੁੰਦਾ। ਉਸ ਨੇ ਫਿਰ ਭਾਈ ਸੁਭੇਗ ਸਿੰਘ ਰਾਹੀਂ ਇਹ ਆਖ ਭਿਜਵਾਇਆ ਕਿ ਦਿੱਲੀੋਂ ਆਉਣ ਵਾਲੀ ਫੌਜ ਨੂੰ ਜਰਾ ਕਰੜੇ ਹੱਥੀਂ ਲਿਆ ਜਾਵੇ। ਅੰਦਰੋਂ ਮਨਸ਼ਾ ਇਹ ਸੀ ਕਿ ਸਿੰਘ ਫੌਜ ਨਾਲ ਟੱਕਰ ਲੈ ਕੇ ਨੁਕਸਾਨ ਉਠਾਉਣ ਤਾਂ ਵੀ ਉਸ ਲਈ ਲਾਹੇਵੰਦ, ਅਤੇ ਜੋ ਫੌਜ ਨੂੰ ਸਿੰਘਾਂ ਹੱਥੋਂ ਹਾਰ ਹੋਵੇ ਅਤੇ ਖੇਹ ਖਰਾਬੀ ਹੋਵੇ ਤਾਂ ਉਸ ਦੀ ਖਜ਼ਾਨੇ ਦੀ ਲੁੱਟ ਵਾਲੀ ਕਰਤੂਤ ਤੇ ਚੰਗਾ ਪਰਦਾ ਪਿਆ ਰਹੇਗਾ ਕਿ ਸਿੰਘ ਕੋਈ ਨਿੱਕੀ ਮੋਟੀ ਤਾਕਤ ਨਹੀਂ ਜਿਸ ਨੇ ਸ਼ਾਹੀ ਫੌਜਾਂ ਪਾਸੋਂ ਖਜ਼ਾਨਾ ਖੋਇਆ ਸੀ। ਇਸ ਰੋਲ ਘਚੋਲੇ ਵਿੱਚ ਹੀ ਉਸ ਦੀ ਸੁਰਖਰੁਈ ਸੀ। ਸਿੰਘ ਵੀ ਆਪਣੇ ਹਾਣ ਲਾਭ ਨੂੰ ਭਲੀ ਭਾਤ ਸਮਝਦੇ ਸਨ। ਉਹ ਕਦ ਇਹੋ ਜਿਹਾ ਮਕਾਰ ਅਤੇ ਕਪਟੀ ਦੇ ਹੱਥ ਚੜ੍ਹ ਸਕਦੇ ਸਨ। ਦੁਸ਼ਮਣ ਦਾ ਵਾਰ ਬਚਾਉਣਾ ਅਤੇ ਉਸ ਉੱਤੇ ਮੋੜਵਾਂ ਐਸਾ ਭਰਵਾਂ ਵਾਰ ਕਰਨਾ ਕਿ ਉੱਤੋਂ ਲੈ ਕੇ ਹੇਠਾਂ ਤੱਕ ਲੰਗਾਰ ਲੱਥ ਜਾਣ, ਇਹ ਉਹਨਾਂ ਦੀ ਨਿੱਤ ਦੀ ਖੇਡ ਸੀ। ਉਹ ਇਸ ਫੌਜ ਦੇ ਜੋ ਸਰਹੰਦ ਜਲੰਧਰ ਲਾਹੌਰ ਦੀਆਂ ਫੌਜਾਂ ਤੇ ਮੁਲਖਈਏ ਨਾਲ ਰਲ ਕੇ ਟਿੱਡੀ ਦਲ ਦਾ ਰੂਪ ਧਾਰ ਬੈਠੀ ਸੀ, ਅੱਖੀ ਘੱਟਾ ਪਾ ਗਏ। ਫੌਜ ਨੇ ਘਰ ਘਾਟ ਫਸਲਾਂ ਅਤੇ ਜੰਗਲ ਬੇਲੇ ਸਾੜ ਫੂਕੇ। ਸਿੰਘ ਨਜ਼ਰ ਨਾ ਆਏ, ਸਮਝ ਲਿਆ ਕਿ ਵਿੱਚੇ ਹੀ ਸੜ ਮਰ ਗਏ ਹੋਣਗੇ। ਇਸੇ ਨੂੰ ਆਪਣੀ ਜਿੱਤ ਮੰਨਿਆ ਗਿਆ। ਖਾਨ ਬਹਾਦਰ ਸਮਝਦਾ ਸੀ ਕਿ ਸਿੰਘ ਫੌਜ ਨੂੰ ਚਕਮਾ ਦੇ ਗਏ ਹਨ, ਪਰ ਫੌਜ ਜਿੱਤ ਦੀਆਂ ਢੀਂਗਾਂ ਮਾਰਦੀ ਕਿ ਸਿੱਖਾਂ ਦਾ ਪੰਜਾਬ 'ਚੋਂ ਸਫਾਇਆ ਕਰ ਦਿੱਤਾ ਹੈ। ਖੁਸ਼ੀ ਦੇ ਸ਼ਾਦਿਆਨੇ ਵਜਾਉਂਦੀ ਹੋਈ 1731 ਈਸਵੀ ਦੇ ਆਰੰਭ ਵਿੱਚ ਦਿੱਲੀ ਪਰਤ ਗਈ। ਸਿੰਘ ਮੁੜ ਪੰਜਾਬ ਵਿੱਚ ਪਰਤੇ ਅਤੇ ਬਦਲੇ ਲਏ। ਦਿੱਲੀ ਫੌਜ ਦੇ ਮੁੜਦਿਆਂ ਹੀ ਜਨਵਰੀ 1731 ਈਸਵੀ ਦੇ ਅਖੀਰ ਵਿੱਚ ਪਹਾੜਾਂ ਜੰਗਲਾਂ ਵਿੱਚੋਂ ਨਿਕਲ ਕੇ ਸਿੰਘ ਆਣ ਪ੍ਰਗਟ ਹੋਏ। ਝਾੜ ਵਿੱਚੋਂ ਸਿੰਘ ਨਿਕਲਦੇ ਦਿਸਣ ਲੱਗੇ। ਦਿਨਾਂ ਵਿੱਚ ਹੀ ਹਜ਼ਾਰਾਂ ਸਿੰਘ ਇਕੱਠੇ ਹੋ ਗਏ। ਹੌਲੀ ਹੌਲੀ ਬੀਕਾਨੇਰ ਰਾਜਸਥਾਨ ਵੱਲੋਂ ਵੀ ਮੋੜੇ ਘੱਤ ਆਏ। ਲਾਹੌਰ ਦੇ ਕਪਟੀ ਗਵਰਨਰ ਅਤੇ ਚੁਗਲਾਂ ਚੌਧਰੀਆਂ ਨੂੰ ਫਿਰ ਦਿਨੇ ਤਾਰੇ ਦਿਸਣ ਲੱਗੇ। ਹੁਣ ਉਹ ਅੱਗੇ ਨਾਲੋਂ ਵਧੇਰੇ ਕਰੜੇ ਹੱਥੀਂ ਮਾਰ ਧਾੜ ਕਰਨ ਲੱਗੇ। ਮੁਖਬਰਾਂ ਅਤੇ ਚੌਧਰੀਆਂ ਦੇ ਚੰਗੀ ਤਰ੍ਹਾਂ ਸੀਂਡ ਕੱਢੇ ਅਤੇ ਕੀਤੀਆਂ ਦੇ ਫਲ ਭੁਗਤਾਏ। ਜਿਹੜੇ ਢਿੱਲੇ ਮੱਠੇ ਸਿੰਘ ਅਤੇ ਹਿੰਦੂ ਮੱਲੋ ਮੱਲੀ ਮੁਹੰਮਦੀ ਬਣਾ ਲਏ ਸਨ, ਅੰਮ੍ਰਿਤ ਛਕਾ ਕੇ ਮੁੜ ਆਪਣੇ ਵਿੱਚ ਮਿਲਾ ਲਏ। ਸਗੋਂ ਹੁਣ ਬਹੁਤੇ ਸਿੱਖ ਅਤੇ ਹਿੰਦੂ ਅੰਮ੍ਰਿਤ ਛਕ ਕੇ ਸਿੰਘ ਸੱਜ ਗਏ ਅਤੇ ਅਨੇਕਾਂ ਹਥਿਆਰ ਲੈ ਕੇ ਦਲਾਂ ਵਿੱਚ ਸ਼ਾਮਿਲ ਹੋ ਗਏ। ਪੰਥ ਵਿੱਚ ਬਹੁਤ ਵਾਧਾ ਹੋਇਆ। ਅੱਜ ਤੱਕ ਜੋ ਢਿੱਲੜ ਮੱਠੜ ਸਨ, ਸਿੰਘ ਸੱਜ ਕੇ ਤਿਆਰ ਬਰ ਤਿਆਰ ਹੋ ਗਏ। ਜੂਹਾਂ ਮੈਦਾਨਾਂ ਵਿੱਚ ਸਿੰਘ ਬੜੇ ਰੌਹ ਵਿੱਚ ਫਿਰਨ ਲੱਗੇ ਅਤੇ ਦਿਨ ਰਾਤ ਜੈਕਾਰਿਆਂ ਦੀਆਂ ਗੂੰਜਾਂ ਸੁਣਾਈ ਦੇਣ ਲੱਗੀਆਂ। ਹੁਣ ਤੱਕ ਜਿਸ ਨੇ ਵੀ ਸਿੰਘ ਨਾਲ ਵਧੀਕੀਆਂ ਕੀਤੀਆਂ ਸਨ, ਬਦਲੇ ਲੈ ਲੈ ਕੇ ਸਭ ਹਿਸਾਬ ਬਰਾਬਰ ਕਰ ਦਿੱਤੇ। ਸਭ ਉੱਚਾ ਨੀਵਾਂ, ਟੋਆ ਟਿੱਬਾ,
ਚੌਖੜੇ ਦਾ ਸੁਹਾਗਾ ਫੇਰ ਕੇ ਇਕਸਾਰ ਪੱਧਰ ਕਰ ਦਿੱਤਾ। ਹੁਣ ਉਹਨਾਂ ਦੇ ਹੌਸਲੇ ਇੰਨੇ ਵੱਧ ਚੁੱਕੇ ਸਨ ਕਿ ਦਿਨ ਦੀਵੀ ਲਾਹੌਰ ਵਰਗੀ ਰਾਜਧਾਨੀ ਦੇ ਬਾਜ਼ਾਰਾਂ ਵਿੱਚ ਜਾ ਵੜਦੇ ਅਤੇ ਬਾਜ਼ਾਰਾਂ ਨੂੰ ਸੁੱਕ ਮਾਂਜ ਕਰ ਦਿੰਦੇ। ਮੁਸਲਮਾਨਾਂ ਦੀਆਂ ਰਾਤਾਂ ਦੀਆਂ ਨੀਂਦਰਾਂ ਹਰਾਮ ਹੋ ਗਈਆਂ। ਸ਼ਹਿਰ ਦੇ ਦਰਵਾਜ਼ੇ ਦਿਨ ਦੀਵੀ ਬੰਦ ਹੋ ਜਾਂਦੇ ਅਤੇ ਕਾਫੀ ਦਿਨ ਚੜ੍ਹੇ ਪਿੱਛੋਂ ਖੁੱਲ੍ਹਦੇ। ਬਾਹਰੋਂ ਆਏ ਕਾਜ਼ੀਆਂ, ਮੁਲਾਣਿਆਂ ਅਤੇ ਮੁਫਤੀਆਂ ਨੇ ਲਾਹੌਰ ਦੇ ਉੱਘੇ ਮੁਸਲਮਾਨਾਂ ਅਤੇ ਮੌਲਵੀਆਂ ਨੂੰ ਲੈ ਕੇ ਜ਼ਕਰੀਆ ਖਾਂ ਸਾਹਮਣੇ ਪੇਸ਼ ਹੋ ਕੇ ਉਹ ਹਾਲ ਪਾਰਿਆ ਕੀਤੀ ਕਿ ਮਾਨੋ ਕਿਆਮਤ ਹੀ ਆ ਗਈ ਹੈ। ਉਸ ਨੂੰ ਖਰੀਆਂ ਖਰੀਆਂ ਸੁਣਾਈਆਂ ਕਿ ਤੁਹਾਡੀ ਕਾਦੀ ਸ਼ਾਹੀ ਹੈ। ਸਿੱਖਾਂ ਇਸਲਾਮੀਆਂ ਦਾ ਜਿਉਣਾ ਹਰਾਮ ਕੀਤਾ ਹੋਇਆ ਹੈ। ਦੇਸ਼ ਛੱਡ ਕੇ ਅਸੀਂ ਕਿਧਰੇ ਦਰ ਚਲੇ ਜਾਈਏ। ਤੁਸੀਂ ਇਹਨਾਂ ਕਾਫਰਾਂ ਦੀ ਮੂਲੋਂ ਹੀ ਜੜ ਮੇਖ ਕਿਉਂ ਨਹੀਂ ਪੁੱਟ ਦਿੰਦੇ? ਇਹਨਾਂ ਉੱਤੇ ਭਰਪੂਰ ਹੱਲਾ ਕਰੋ। ਸਾਡੀਆਂ ਦੁਆਈਆਂ ਸੁਣ ਕੇ ਅੱਲਾ ਮੀਆਂ ਰਸੂਲ ਤੁਹਾਡੇ ਮਦਦਗਾਰ ਹੋਣਗੇ। ਕਿਉਂ ਢੇਰੀ ਢਾਈ ਬੈਠੇ ਹੋ? ਉੱਠੋ, ਇਨਸ਼ਾ ਅੱਲਾ ਜਿੱਤ ਇਸਲਾਮ ਦੀ ਹੋਵੇਗੀ। ਜ਼ਕਰੀਆ ਖਾਂ ਨੇ ਫਿਰ ਪੂਰੀ ਤਿਆਰੀ ਕਰਕੇ ਸਿੰਘਾਂ ਨੂੰ ਦਬਾਉਣ ਦਾ ਯਤਨ ਕੀਤਾ। ਸਿੰਘਾਂ ਦੇ ਹੌਸਲੇ ਅਤੇ ਗਿਣਤੀ ਅੱਗੇ ਨਾਲੋਂ ਕਈ ਗੁਣਾ ਵੱਧ ਚੁੱਕੀ ਸੀ। ਉਸ ਨੇ ਸਿੰਘਾਂ ਨੂੰ ਸਮਾਪਤ ਕਰ ਦੇਣ ਤੋਂ ਪਹਿਲਾਂ ਨਾਲੋਂ ਵੀ ਕਿਤੇ ਵੱਧ ਤਾਣ ਲਾਇਆ। ਜਦ ਉਸ ਨੂੰ ਆਪਣੇ ਮੰਤਵ ਵਿੱਚ ਕਾਮਯਾਬੀ ਨਾ ਹੋਈ ਤਾਂ ਜ਼ੋਰ ਨਾਲ ਸਿੰਘਾਂ ਨੂੰ ਦਬਾਉਣ ਦੀ ਥਾਂ ਉਸ ਨੇ ਨੀਤੀ ਦੀ ਇੱਕ ਹੋਰ ਨਵੀਂ ਚਾਲ ਚੱਲੀ। ਸਖਤੀ ਨਾਲ ਨਹੀਂ ਤਾਂ ਨਰਮੀ ਨਾਲ ਸਿੰਘਾਂ ਨੂੰ ਵਸ ਕਰਨਾ ਚਾਹੀਦਾ ਹੈ। ਵੈਰੀ ਜੇ ਤੁਹਾਡੀ ਤਾਕਤ ਨੂੰ ਨਹੀਂ ਮੰਨਦਾ ਤਾਂ ਉਸ ਦੀ ਸ਼ਕਤੀ ਨੂੰ ਪ੍ਰਵਾਨ ਕਰ ਲਵੋ। ਬਾਦਸ਼ਾਹ ਨੂੰ ਰਾਜ਼ੀ ਕਰਕੇ ਸਿੱਖਾਂ ਨੂੰ ਗੁਜ਼ਾਰੇ ਲਈ ਜਗੀਰ ਦੇ ਦਿੱਤੀ ਜਾਵੇ ਤਾਂ ਉਹ ਲੁੱਟਮਾਰ ਕਰਨੀ ਛੱਡ ਦੇਣਗੇ। ਇਸ ਤੋਂ ਬਗੈਰ ਹੋਰ ਭਾਵੇਂ ਕੁਝ ਵੀ ਕਰ ਲਿਆ ਜਾਵੇ ਉਹ ਮੁਲਕ ਨਹੀਂ ਵਸਣ ਦੇਣਗੇ। ਸਦਾ ਗਦਰ ਮਚਿਆ ਰਹੇਗਾ, ਕਦੀ ਵੀ ਅਮਨ ਅਮਾਨ ਨਹੀਂ ਹੋ ਸਕੇਗਾ। ਸੋ ਇਸ ਨੀਤੀ ਨੂੰ ਅਪਣਾ ਲਿਆ ਜਾਵੇ। ਮੁਗਲ ਸਰਕਾਰ ਵੱਲੋਂ ਪੰਥ ਨਾਲ ਸੁਲ੍ਹਾ ਕਰਨੀ। ਖਾਨ ਬਹਾਦਰ ਸਿੰਘਾਂ ਵਿਰੁੱਧ ਸਾਰਾ ਤਾਣ ਲਾ ਹਟਿਆ ਅਤੇ ਸਿੰਘ ਘਟਣ ਦੀ ਥਾਂ ਵੱਧਦੇ ਗਏ ਤਾਂ ਤਲਵਾਰ ਦਾ ਰਾਹ ਛੱਡ ਕੇ ਸੁਲ੍ਹਾ ਦੀ ਸੋਚੀ। ਉਸ ਨੂੰ ਯਕੀਨ ਹੋ ਗਿਆ ਕਿ ਮੁਲਕ ਤਾਂ ਹੀ ਵਸੇਗਾ ਜੇ ਸਿੰਘ ਵਸਣ ਦੇਣਗੇ। ਫੌਜ ਦੇ ਆਸਰੇ ਸਦਾ ਅਮਨ ਅਮਾਨ ਬਣਿਆ ਨਹੀਂ ਰਹਿਣਾ। ਸੋਚ ਵਿਚਾਰ ਕੇ ਸਿੰਘਾਂ ਨੂੰ ਗੁਜ਼ਾਰੇ ਲਈ ਜਗੀਰ ਆਦਿ ਦੇ ਕੇ ਸੁਲ੍ਹਾ ਸਫਾਈ ਕਰ ਲੈਣ ਦੀ ਅਰਜ਼ੀ ਲਿਖ ਕੇ ਆਪਣੇ ਮੁਤਬਰ ਵਕੀਲ ਰਾਹੀਂ ਬਾਦਸ਼ਾਹ ਪਾਸ ਦਿੱਲੀ ਭੇਜੀ। ਬੜੇ ਜ਼ੋਰਦਾਰ ਸ਼ਬਦਾਂ ਵਿੱਚ ਲਿਖਿਆ ਕਿ 6 ਸਾਲ ਤੱਕ ਮੈਂ ਇਹਨਾਂ ਸਿੱਖਾਂ ਦੇ ਆਹੂ ਲਾ ਛੱਡੇ ਹਨ। ਬੱਚੇ, ਜਵਾਨ, ਬੁੱਢੇ ਜੋ ਹੱਥ ਆਇਆ ਮੌਤ ਦੇ ਘਾਟ ਉਤਾਰ ਦਿੱਤਾ। ਫਸਲਾਂ ਅਤੇ ਘਰ-ਬਾਰ ਸਾੜ ਫੂਕ ਦਿੱਤੇ। ਸਿਰਾਂ ਦੇ ਇਨਾਮ ਦਿੱਤੇ। ਕਿਧਰੇ ਕੋਈ ਸਿੱਖ ਨਜ਼ਰ ਨਹੀਂ ਸੀ ਆਉਂਦਾ। ਪਤਾ ਨਹੀਂ ਰਾਤ ਨੂੰ ਕਿਸ ਅਸਮਾਨ ਤੋਂ ਉਤਰ ਆਉਂਦੇ ਹਨ ਕਿ ਚਾਰ ਚੁਫੇਰੇ ਹਾਹਾਕਾਰ ਮਚ ਜਾਂਦੀ ਹੈ। ਫੌਜ ਮਗਰ ਪਵੇ ਤਾਂ ਅੱਗੋਂ ਕੋਈ ਨਜ਼ਰ ਨਹੀਂ ਆਉਂਦਾ। ਲੱਗਦਾ ਆ ਕਿ ਅੱਲਾ ਪਾਕ ਆਪ ਇਹਨਾਂ ਦੀ ਮਦਦ ਤੇ ਹੈ। ਅੱਲਾ ਪਾਕ ਵਿਰੁੱਧ ਸਾਡੀ ਫੌਜ ਕਿਵੇਂ ਪੁੱਗ ਸਕਦੀ ਹੈ? ਖਜ਼ਾਨੇ ਖਾਲੀ ਹੋ ਗਏ ਹਨ। ਫੌਜ ਇਹਨਾਂ ਮਗਰ ਪੈ ਕੇ ਲੜ ਲੜ ਕੇ ਹਫ ਗਈ ਹੈ। ਉਲਟਾ ਸਾਡਾ ਨੁਕਸਾਨ ਹੁੰਦਾ ਰਿਹਾ ਹੈ। ਇਹਨਾਂ ਦਾ ਕੁਝ ਨਹੀਂ ਵਿਗੜਿਆ, ਸਗੋਂ ਇਹਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਕੁਝ ਨਾ ਰਿਹਾ ਤਾਂ ਫਿਰ ਇਹ ਦਿੱਲੀ ਵੱਲ ਹੀ ਵਾਂਗਾ ਮੋੜਨਗੇ। ਬਾਦਸ਼ਾਹ ਸਲਾਮਤ ਸਮਾਂ ਨਾ ਗਵਾਓ, ਪਹਿਲਾਂ ਹੀ ਪੇਸ਼ਬੰਦੀ ਕਰ ਲੈਣ। ਫੌਜਾਂ ਨਾਲ ਨਹੀਂ ਸਗੋਂ ਸੁਲਾਹ ਕਰਕੇ। ਮੇਰੀ ਨਜ਼ਰ ਵਿੱਚ ਹੋਰ ਕੋਈ ਚਾਰਾ ਨਹੀਂ। ਇਸ ਵਿੱਚ ਦੇਰੀ ਨਾ ਲਾਈ ਜਾਵੇ, ਸਗੋਂ ਜਿੰਨਾ ਜਲਦੀ ਹੋ ਸਕੇ ਕੀਤਾ ਜਾਵੇ। ਇਸੇ ਵਿੱਚ ਭਲਾ ਹੈ। ਮੇਰੀ ਸਲਾਹ ਹੈ ਕਿ ਇਹਨਾਂ ਨੂੰ ਪਹਿਲਾਂ ਵਾਂਗ ਜਗੀਰ ਜਿਸ ਨਾਲ ਇਹਨਾਂ ਦਾ ਖਰਚ ਚੱਲ ਸਕੇ ਦੇ ਕੇ ਟਿਕਾ ਲਿਆ ਜਾਵੇ। ਮੁਲਕ ਵਸਦਾ ਰਹੇਗਾ। ਜੇ ਜਗੀਰ ਆਦਿ ਤੋਂ ਇਹਨਾਂ ਵਿੱਚ ਆਪਸੀ ਫੁੱਟ ਪੈ ਗਈ ਤਾਂ ਫੜ ਕੇ ਅਸੀਂ ਮਾਰ ਲਵਾਂਗੇ। ਆਪਸ ਵਿੱਚ ਪਾਟੋ ਲੀਰ ਹੋਇਆਂ ਨੂੰ ਮਾਰਨਾ ਬਹੁਤ ਔਖਾ ਨਹੀਂ। ਜੇ ਇਹਨਾਂ ਵਿੱਚ ਇਕੱਠ ਕਾਇਮ ਰਹੇ ਤਾਂ ਫਿਰ ਕੋਈ ਦੁਨੀਆ ਦੀ ਤਾਕਤ ਇਹਨਾਂ ਨੂੰ ਖਤਮ ਨਹੀਂ ਕਰ ਸਕਦੀ। ਮੇਰਾ ਅਤੇ ਅੱਬਾ ਹਜੂਰ ਦਾ ਇਹੋ ਤਜਰਬਾ ਹੈ। ਬਾਦਸ਼ਾਹ ਸਲਾਮਤ, ਇਹ ਜੰਗਲ ਦੀ ਅੱਗ ਹੈ। ਛੇਤੀ ਨਾਲ ਇਸ ਨੂੰ ਪੰਜਾਬ ਵਿੱਚ ਹੀ ਰੋਕ ਕੇ ਠੰਡਾ ਕਰ ਲਓ, ਨਹੀਂ ਤਾਂ ਆਪਾਂ ਸਭ ਇਸ ਵਿੱਚ ਭੁੱਜ ਮਰਾਂਗੇ। ਮੁਹੰਮਦ ਸ਼ਾਹ ਰੰਗੀਲਾ ਬੜੀ ਕਮਜ਼ੋਰ ਬਿਰਤੀ ਦਾ ਆਦਮੀ ਸੀ। 7 ਸਾਲ ਨਜ਼ਰਬੰਦ ਰਿਹਾ ਅਤੇ ਉਹ ਉੱਚੀ ਵਿੱਦਿਆ ਪ੍ਰਾਪਤ ਨਾ ਕਰ ਸਕਿਆ ਜਿਸ ਦੀ ਤਖਤ ਤਾਜ ਦੇ ਮਾਲਕ ਨੂੰ ਅਤੀ ਲੋੜ ਹੁੰਦੀ ਹੈ। ਇਹ ਜਨਾਨਖਾਨੇ ਵਿੱਚ ਹੀ ਪਲਿਆ ਅਤੇ ਜਨਾਨੀਆਂ ਵਾਲੇ ਡਰਾਕਲ ਸੁਭਾਅ ਦਾ ਹੀ ਸੀ। ਪੱਕਾ ਅਫੀਮੀ ਅਤੇ ਹਰ ਵੇਲੇ ਮਹਿਲਾਂ ਵਿੱਚ ਹੀ ਵੜਿਆ ਰਹਿੰਦਾ ਸੀ। ਡੂਮਾਂ, ਭੰਡਾਂ ਅਤੇ ਮਸਖਰਿਆਂ ਵਿੱਚ ਹੀ ਖੁਸ਼ ਰਹਿੰਦਾ ਸੀ। ਇਹ ਲੋਕ ਹੀ
ਇਸ ਦੁਆਲੇ ਝੁਰਮੁੱਟ ਪਾਈ ਰੱਖਦੇ। ਵੱਡੇ ਵੱਡੇ ਸ਼ਾਹੀ ਅਹੁਦਿਆਂ ਤੇ ਇਹ ਡੂਮ ਭੰਡ ਅਤੇ ਸ਼ੋਧੀ ਕਿਸਮ ਦੇ ਲੋਕ ਲਾ ਦਿੱਤੇ। ਸਿਆਣੇ ਤਜਰਬਾਕਾਰ ਅਤੇ ਹਕੂਮਤ ਦੇ ਸੱਚੇ ਖੈਰਖਾਹ ਪਾਸੇ ਹੋ ਕੇ ਘਰੀਂ ਬੈਠ ਗਏ। ਸ਼ਾਹੀ ਦਰਬਾਰ ਹਾਸੇ ਠੱਠੇ ਅਤੇ ਹਿਜੜਿਆਂ ਦੀ ਧਮਾ ਚੌਂਕੜੀ ਦਾ ਅਖਾੜਾ ਬਣ ਕੇ ਰਹਿ ਗਿਆ। ਭਲਾ ਅਮਲੀ ਜਾਂ ਨਸ਼ਈ ਵੀ ਕਿਸੇ ਕੰਮ ਵਿੱਚ ਪੁੱਗ ਸਕਦੇ ਹਨ, ਫਿਰ ਬਾਦਸ਼ਾਹੀ ਚਲਾਉਣੀ ਤਾਂ ਬੜੀ ਹੀ ਔਖੀ ਘਾਟੀ ਹੈ। ਬਾਦਸ਼ਾਹ ਨੂੰ ਆਪਣੇ ਨਸ਼ੇ ਅਤੇ ਰੰਗ ਤਮਾਸ਼ੇ ਨਾਲ ਹੀ ਗਰਜ ਸੀ। ਮੁਲਕ ਭੱਠ ਵਿੱਚ ਪਵੇ। ਸੱਚੀ ਗੱਲ ਤਾਂ ਇਹ ਹੈ ਕਿ ਇਹ ਆਦਮੀ ਬਾਦਸ਼ਾਹਤ ਦੇ ਲਾਇਕ ਹੀ ਨਹੀਂ ਸੀ। ਅਰਜੀ ਵਿੱਚ ਜ਼ਕਰੀਆ ਖਾਂ ਨੇ ਇੱਕ ਹੋਰ ਫਾਨਾ ਵੀ ਲਾਇਆ ਸੀ। ਉਸਨੇ ਕਿਹਾ ਸੀ ਕਿ ਨਾਦਰ ਸ਼ਾਹ ਈਰਾਨ ਉੱਤੇ ਕਬਜ਼ਾ ਕਰ ਚੁੱਕਾ ਹੈ। ਅਜੇ ਤਾਂ ਉਹ ਆਪਣੇ ਘਰੋਗੀ ਝਮੇਲਿਆਂ ਨੂੰ ਨਜਿੱਠਣ ਵਿੱਚ ਰੁੱਝਾ ਹੈ। ਜਦ ਉੱਧਰੋਂ ਵਿਹਲਾ ਹੋ ਗਿਆ ਤਾਂ ਆਪਣੀ ਤਾਕਤ ਲੋੜੀਂਦੀ ਵਧਾ ਲਈ ਤਾਂ ਉਹ ਲਾਜ਼ਮੀ ਹਿੰਦੁਸਤਾਨ ਤੇ ਹਮਲਾ ਕਰੇਗਾ। ਜੇ ਆਇਆ ਤਾਂ ਉਹ ਉਸ ਵੇਲੇ ਵੈਰੀ ਦੀ ਬਾਂਹ ਨਾਲ ਸੱਪ ਮਾਰਨ ਵਾਂਗ ਸਿੰਘਾਂ ਨੂੰ ਉਸ ਅੱਗੇ ਝੋਕ ਦਿਆਂਗੇ। ਜਿਸ ਤਰ੍ਹਾਂ ਵੀ ਹੋ ਸਕੇ ਇਹ ਜੰਗਜੂ ਕੌਮ ਨੂੰ ਆਪਣਾ ਹਿਮਾਇਤੀ ਬਣਾ ਕੇ ਰੱਖਣਾ ਚਾਹੀਦਾ ਹੈ। ਨਾਦਰ ਸ਼ਾਹ ਅੱਗੇ ਹੋਰ ਕਿਸੇ ਨਹੀਂ ਖੜੇ ਹੋਣਾ, ਸਿਰਫ ਇਹੋ ਅੜਨਗੇ। ਅੱਗੇ ਹਜ਼ੂਰ ਦੀ ਮਰਜ਼ੀ ਹੈ, ਹੋਣਾ ਤਾਂ ਉਹ ਹੈ ਜਿਸ ਦਾ ਆਪ ਵੱਲੋਂ ਹੁਕਮ ਹੋਵੇਗਾ। ਜ਼ਕਰੀਆ ਖਾਂ ਦੀ ਚਿੱਠੀ ਪੜ੍ਹ ਕੇ ਬਾਦਸ਼ਾਹ ਨੇ ਆਪਣੇ ਵਜ਼ੀਰਾਂ ਦੀ ਸਲਾਹ ਪੁੱਛੀ। ਸਿੰਘਾਂ ਦੇ ਹੱਠ ਸਿਰੜ, ਨਿਰਭੈਤਾ, ਯੁੱਧ ਸ਼ਕਤੀ ਅਤੇ ਮੌਤ ਨਾਲ ਮਖੌਲਾਂ ਕਰਨ ਦੇ ਕਿੱਸੇ ਤਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਯੁੱਧਾਂ ਸਮੇਂ ਤੋਂ ਹੀ ਹਰ ਛੋਟੇ ਵੱਡੇ ਦੀ ਜ਼ੁਬਾਨ ਤੇ ਸਨ। ਬੰਦਾ ਸਿੰਘ ਦੀਆਂ ਲੜਾਈਆਂ ਨੂੰ ਯਾਦ ਕਰਕੇ ਤਾਂ ਅੱਜ ਵੀ ਖੱਬੀ ਖਾਂ ਦੀ ਰੂਹ ਕੰਬ ਉੱਠਦੀ ਸੀ। ਸਿੰਘਾਂ ਦੀ ਤਾਕਤ ਦਾ ਸਾਰਿਆਂ ਨੂੰ ਅਨੁਭਵ ਸੀ। ਉਹ ਸਾਰੇ ਸਿੰਘਾਂ ਦੀ ਤਾਕਤ ਦਾ ਚਮਤਕਾਰ ਬਾਦਸ਼ਾਹ ਨੂੰ ਅੱਖੀਂ ਦਿਖਾਉਣਾ ਚਾਹੁੰਦੇ ਸਨ। ਨਾਲ ਹੀ ਰੰਗ ਤਮਾਸ਼ਾ ਵੀ ਹੋ ਜਾਵੇਗਾ, ਕਿਉਂਕਿ ਜੈਸਾ ਬਾਦਸ਼ਾਹ ਤੈਸੇ ਉਸ ਦੇ ਸਲਾਹਕਾਰ। ਬਾਦਸ਼ਾਹ ਦੀ ਪੁੱਛ ਦੇ ਜਵਾਬ ਵਿੱਚ ਕਿਹਾ ਕਿ ਹਜ਼ੂਰ ਹੱਥ ਨੂੰ ਕੰਗਣ ਤਾਂ ਆਰਸੀ ਕੀ। ਸਿੰਘਾਂ ਦੀ ਭੰਡਾਂ ਪਾਸੋਂ ਨਕਲ ਕਰਵਾ ਕੇ ਆਪ ਵੇਖ ਲਵੋ ਕਿ ਇਹ ਲੋਕ ਕਿਸ ਮਿੱਟੀ ਦੇ ਬਣੇ ਹਨ ਅਤੇ ਕੀ ਕੁਝ ਕਰ ਗੁਜ਼ਰਨ ਦੀ ਸਮਰੱਥਾ ਰੱਖਦੇ ਹਨ। ਸੋ ਝੱਟ ਹੁਕਮ ਹੋਇਆ। ਭੰਡਾਂ ਨੇ ਐਸੀ ਢੁਕਵੀਂ ਨਕਲ ਕੀਤੀ ਕਿ ਬਾਦਸ਼ਾਹ ਅਸ਼-ਅਸ਼ ਕਰ ਉੱਠਿਆ। ਦਰਬਾਰ ਵਿੱਚ ਹੀ ਵਾਹ ਵਾਹ ਕਰਦਾ ਹੋਇਆ ਕਹਿਣ ਲੱਗਾ, ਜਿਨ੍ਹਾਂ ਦੀ ਨਕਲ ਇਹ ਹੈ, ਅਸਲੋਂ ਕੀ ਹੋਣਗੇ। ਸੋ ਇਸ ਨਕਲ ਦਾ ਬਾਦਸ਼ਾਹ ਦੇ ਦਿਲ ਤੇ ਡੂੰਘਾ ਅਸਰ ਹੋਇਆ। ਉਸਨੇ ਜ਼ਕਰੀਆ ਖਾਂ ਨੂੰ ਲਿਖਤੀ ਭੇਜਿਆ ਕਿ ਸਿੰਘਾਂ ਨੂੰ ਜਗੀਰ ਨਾਲ ਖੁਸ਼ ਕਰਕੇ ਆਪਣੇ ਨਾਲ ਰੱਖਿਆ ਜਾਵੇ। 1 ਲੱਖ ਦੀ ਜਗੀਰ, ਇੱਕ ਖਿਲਾਇਤ ਅਤੇ ਨਵਾਬੀ ਦਾ ਬਹੁਤ ਕੀਮਤੀ ਖਿਤਾਬ ਖਾਲਸਾ ਪੰਥ ਨੂੰ ਬਾਦਸ਼ਾਹ ਵੱਲੋਂ ਖਾਨ ਬਹਾਦਰ ਪਾਸ ਭੇਜਿਆ ਜਾਵੇ। ਖਾਨ ਬਹਾਦਰ ਨੇ ਸਰਦਾਰ ਸੁਭੇਗ ਸਿੰਘ ਝੰਬਰ ਨੂੰ ਆਪਣਾ ਵਕੀਲ ਬਣਾ ਕੇ ਉਹ ਖਿਲਾਇਤ, ਖਿਤਾਬ, ਜਗੀਰ ਦੀ ਸਨਦ ਆਦਿ ਦੇ ਕੇ ਵਿਸਾਖ ਸੰਮਤ 1790 ਬਿਕਰਮੀ ਨੂੰ ਸਿੰਘਾਂ ਪਾਸ ਭੇਜਿਆ। ਨਾਲ ਹੀ ਇਹ ਬੇਨਤੀ ਕੀਤੀ ਕਿ ਇਹ ਜਗੀਰ ਲੈ ਕੇ ਹੁਣ ਕੋਈ ਸਿੰਘ ਲੁੱਟਮਾਰ ਨਾ ਕਰੇ। ਵਿਸਾਖ ਮਨਾਉਣ ਲਈ ਸਿੰਘ ਸ਼੍ਰੀ ਅੰਮ੍ਰਿਤਸਰ ਸਾਹਿਬ ਇਕੱਠੇ ਹੋਏ ਸਨ। ਖਿਲਾਇਤ ਅਤੇ ਨਵਾਬੀ ਦੀ ਸਨਦ ਲੈ ਕੇ ਸਰਦਾਰ ਸੁਭੇਗ ਸਿੰਘ ਜੰਬਰ ਸਿੰਘਾਂ ਪਾਸ ਪਹੁੰਚਿਆ। ਪਹਿਲਾਂ ਉਸ ਨੂੰ ਤਨਖਾਹ ਲਾਈ ਗਈ ਸੀ ਕਿ ਉਹ ਜ਼ਕਰੀਆ ਖਾਨ ਵਰਗੇ ਜਾਬਰ ਹਾਕਮ, ਜੋ ਮੁਗਲਾਂ ਦੇ ਪੰਜਾਬ ਵਿੱਚ ਰਾਜ ਦਾ ਥੰਮ ਹੈ, ਦਾ ਮਿਲਾਪੀ ਹੈ। ਉਹ ਪੰਥ ਦਾ ਵੈਰੀ ਹੈ। ਉਸ ਦੇ ਮਿਲਾਪੀ ਜਾਂ ਸਾਂਝ ਰੱਖਣ ਵਾਲੇ ਨਾਲ ਵੀ ਸਾਡੀ ਦੁਸ਼ਮਣੀ ਹੈ। ਲਾਈ ਤਨਖਾਹ ਉਸ ਨੇ ਸਿਰ ਨੀਵਾਂ ਕਰਕੇ ਕਬੂਲ ਕੀਤੀ ਸੀ ਅਤੇ ਉਸੇ ਵੇਲੇ ਹਾਜ਼ਰ ਕਰ ਦਿੱਤੀ। ਨਾਲ ਹੀ 5000 ਜੋ ਖਾਨ ਬਹਾਦਰ ਨੇ ਦੇਗ ਲਈ ਭੇਟਾ ਭੇਜੀ ਸੀ, ਨਿਮਰਤਾ ਨਾਲ ਅੱਗੇ ਢੇਰੀ ਕਰ ਦਿੱਤੀ। ਫਿਰ ਸਰਦਾਰ ਸੁਭੇਗ ਸਿੰਘ ਨੇ ਆਪਣੇ ਆਉਣ ਦਾ ਮੁੱਦਾ ਦੱਸਿਆ। ਬਾਦਸ਼ਾਹ ਵੱਲੋਂ ਨਵਾਬੀ ਦੇ ਖਿਤਾਬ ਦੀ ਸਨਦ ਅਤੇ ਖਿਲਾਇਤ ਆਦਿ 1 ਲੱਖ ਦੀ ਜਗੀਰ ਸਿੰਘਾਂ ਦੇ ਗੁਜ਼ਾਰੇ ਲਈ 19 ਪਿੰਡ ਹਰਿਮੰਦਰ ਸਾਹਿਬ ਨੂੰ ਭੇਟ ਕੀਤੇ ਗਏ ਸਨ। ਉਹਨਾਂ ਦੀ ਲਿਖਤ ਪੇਸ਼ ਹੋਈ। ਜਗੀਰ ਵਿੱਚ ਦਿੱਤੇ ਜਾਣ ਵਾਲੇ ਪਿੰਡ ਸਨ ਝਬਾਲ, ਦੀਪਾਲਪੁਰ ਅਤੇ ਕੰਗਣਪੁਰ। ਪਾਕ ਪਟਣ ਲੱਗੇ। ਇਹ ਪਿਛਲੇ ਦੋਵੇਂ ਪਿੰਡ ਜੋ ਬੜੇ ਤਕੜੇ ਕਸਬੇ ਹਨ, ਹੁਣ ਪਾਕਿਸਤਾਨ ਵਿੱਚ ਹਨ। ਪੰਥ ਵਿੱਚ ਉਸ ਵੇਲੇ ਨਾਮਵਰ ਅਤੇ ਮੁਖੀ ਸਿੰਘ ਇਹ ਸਨ: ਦੀਵਾਨ ਦਰਬਾਰਾ ਸਿੰਘ, ਕਪੂਰ ਸਿੰਘ, ਦੀਪ ਸਿੰਘ ਸ਼ਹੀਦ, ਰਾਮ ਸਿੰਘ, ਦੇਵਾ ਸਿੰਘ, ਈਸ਼ਵਰ ਸਿੰਘ, ਜੱਸਾ ਸਿੰਘ ਰਾਮਗੜੀਆ, ਹਰੀ ਸਿੰਘ ਹਜੂਰੀ, ਕਰਮ ਸਿੰਘ, ਬੁੱਢਾ ਸਿੰਘ ਸ਼ੁਕਰ ਚੱਕੀਆ, ਗਰਜਾ
ਸਿੰਘ ਆਦਿਕ ਛੋਟੇ ਵੱਡੇ ਜਥੇਦਾਰਾਂ ਦੀ ਗਿਣਤੀ 32 ਸੀ। ਉਹ ਚਾਂਦੀ ਦੀ ਵੱਡੀ ਸਾਰੀ ਕਿਸ਼ਤੀ ਅਰਧ ਦਾਇਰੇ ਦੀ ਸ਼ਕਲ ਵਿੱਚ ਬੈਠੇ ਸਰਦਾਰਾਂ ਮੂਹਰੇ ਰੱਖ ਕੇ ਸੁਭੇਗ ਸਿੰਘ ਨੇ ਕੁਝ ਇਸ ਤਰ੍ਹਾਂ ਬੇਨਤੀ ਕੀਤੀ। ਦਿੱਲੀ ਅਤੇ ਲਾਹੌਰ ਦੀ ਮੁਗਲ ਸਰਕਾਰ ਪੰਥ ਨਾਲ ਸੁਲ੍ਹਾ ਕਰਨੀ ਚਾਹੁੰਦੀ ਹੈ। ਉਹਨਾਂ ਬੜੇ ਸਤਿਕਾਰ ਨਾਲ ਪੰਥ ਵਾਸਤੇ 1 ਲੱਖ ਰੁਪਏ ਸਾਲ ਦੀ ਜਗੀਰ, ਖਿਲਾਇਤ ਅਤੇ ਨਵਾਬੀ ਦਾ ਖਿਤਾਬ ਭੇਜਿਆ ਹੈ। ਪੰਥ ਉਦਾਰ ਚਿੱਤ ਹੋ ਕਿਰਪਾ ਕਰਕੇ ਇਸ ਭੇਟਾ ਨੂੰ ਪ੍ਰਵਾਨ ਕਰੇ। ਸੁਲ੍ਹਾ ਦੀ ਦਰਖਾਸਤ ਮਨਜ਼ੂਰ ਕੀਤੀ ਜਾਵੇ। ਉਸ ਵੇਲੇ ਦੀਵਾਨ ਦਾ ਜਥੇਦਾਰ ਸਰਦਾਰ ਦਰਬਾਰਾ ਸਿੰਘ ਸੀ, ਜਿਸ ਨੂੰ ਸਾਰੇ ਪੰਥ ਵਿੱਚ ਸਿਰਮੌਰ ਹਸਤੀ ਮੰਨਿਆ ਜਾਂਦਾ ਸੀ। ਉਹਨੇ ਪੰਥ ਦੇ ਬਾਕੀ ਸਰਦਾਰਾਂ ਤੋਂ ਰਾਏ ਪੁੱਛੀ। ਬਹੁ ਗਿਣਤੀ ਨੇ ਅਪਰਵਾਨਗੀ ਦੀ ਸਲਾਹ ਦਿੱਤੀ। ਦੀਵਾਨ ਦਰਬਾਰਾ ਸਿੰਘ ਨੇ ਕਿਹਾ, ਤੁਰਕਾਂ ਵੱਲੋਂ ਭੇਜੀ ਕੋਈ ਵੀ ਚੀਜ਼ ਪੰਥ ਪ੍ਰਵਾਨ ਨਹੀਂ ਕਰੇਗਾ। ਜੋ ਲਵਾਂਗੇ ਤੇਗ ਦੇ ਜ਼ੋਰ ਤੇ ਲਵਾਂਗੇ। ਅਸਾਂ ਤਾਂ ਗੁਰੂ ਮਹਾਰਾਜ ਦੇ ਬਚਨ ਅਨੁਸਾਰ ਹੰਨੇ ਕਾਠੀ ਰਾਜ ਕਾਇਮ ਕਰਨਾ ਹੈ। ਬਾਦਸ਼ਾਹੀ ਛੱਡ ਕੇ ਨਵਾਬੀ ਖਰਾਬੀ ਕਿਉਂ ਲਈਏ। ਵਕੀਲ ਨੇ ਬਹੁਤ ਕੁਝ ਸਮਝਾ ਕੇ ਫਿਰ ਬੇਨਤੀ ਕੀਤੀ ਕਿ ਨੈਤਿਕਤਾ ਅਤੇ ਰਾਜਨੀਤੀ ਮੰਗ ਕਰਦੀ ਹੈ ਕਿ ਜੋ ਚੀਜ਼ ਘਰ ਲੈ ਕੇ ਆਇਆ ਹਾਂ ਉਸ ਨੂੰ ਮੋੜਿਆ ਨਾ ਜਾਵੇ। ਸੁਲ੍ਹਾ ਵਾਸਤੇ ਖਾਲਸਾ ਪੰਥ ਨੇ ਦਰਖਾਸਤ ਨਹੀਂ ਕੀਤੀ, ਸਗੋਂ ਸਰਕਾਰ ਨੇ ਪੰਥ ਤੋਂ ਡਰ ਕੇ ਇਹ ਨਜ਼ਰਾ ਭੇਟ ਕੀਤੀ ਹੈ। ਇਸ ਵਿੱਚ ਪੰਥ ਦੀ ਸ਼ਾਨ ਅਤੇ ਅਜ਼ਮਤ ਹੈ, ਨਿਰਾਦਰੀ ਜਾਂ ਕਮਜ਼ੋਰੀ ਨਹੀਂ। ਸੋ ਜੋ ਕੁਝ ਭੇਟਾ ਆਈ ਹੈ ਸਭ ਕੁਝ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਕਿਸੇ ਸਿੰਘ ਦਾ ਆਵਾਜ਼ਾ ਆਇਆ ਕਿ ਮੁਗਲਾਂ ਨੇ ਆਪਣੀ ਬੇਟੀ ਖਾਲਸੇ ਨੂੰ ਦੇਣ ਵਾਸਤੇ ਟਿੱਕਾ ਭੇਜਿਆ ਹੈ। ਘਰ ਆਈ ਵਧਾਈ ਕਿਉਂ ਮੋੜਨੀ ਹੈ। ਇਹ ਤਾਂ ਸੰਭਾਲੋ, ਬਾਦਸ਼ਾਹੀ ਲੈਣ ਦਾ ਦਾਅਵਾ ਕਾਇਮ ਰੱਖੋ। ਸੁਭੇਗ ਸਿੰਘ ਨੇ ਫਿਰ ਬੇਨਤੀ ਦੁਹਰਾਈ। ਜਗੀਰ ਤਾਂ ਕਬੂਲ ਕਰ ਲਈ, ਪਰ ਨਵਾਬੀ ਅਤੇ ਖਿਲਾਇਤ ਨੂੰ ਕੋਈ ਹੱਥ ਵੀ ਲਾਉਣ ਨੂੰ ਤਿਆਰ ਨਾ ਹੋਵੇ। ਉਹ ਥਾਲ ਜਿਸ ਵਿੱਚ ਨਵਾਬੀ ਦੀ ਸਨਦ, ਰੁਪਏ, ਖਿਲਾਇਤ ਅਤੇ ਇੱਕ ਤਲਵਾਰ ਸਜਾਈ ਸੀ, ਜਿਸ ਜਥੇਦਾਰ ਅੱਗੇ ਰੱਖਣ ਉਹ ਪੈਰ ਨਾਲ ਧੱਕ ਕੇ ਆਪਣੇ ਅੱਗੋਂ ਪਰਾਂ ਕਰ ਦੇਵੇ। ਇੰਜ ਹੀ ਦੂਸਰਾ, ਤੀਸਰਾ ਅਤੇ ਇਹ ਥਾਲ ਇੱਕ ਸਿਰਿਓਂ ਪੈਰਾਂ ਦੀਆਂ ਠੋਕਰਾਂ ਨਾਲ ਧਕੀਂਦਾ ਹੋਇਆ ਆਖਰੀ 32ਵੇਂ ਸਰਦਾਰ ਮੂਹਰੇ ਆ ਗਿਆ। ਉਹ ਕਿਹੜਾ ਦੂਜਿਆਂ ਨਾਲੋਂ ਘੱਟ ਸੀ, ਉਸਨੇ ਵੀ ਪੈਰ ਨਾਲ ਪਰਾਂ ਰੇੜ ਦਿੱਤਾ। ਵਕੀਲ ਨੇ ਫਿਰ ਹੱਥ ਜੋੜੇ ਅਤੇ ਚੱਕ ਕੇ ਦੀਵਾਨ ਦਰਬਾਰਾ ਸਿੰਘ ਅੱਗੇ ਰੱਖ ਲਿਆ। ਪਰ ਇੱਥੇ ਲਾਲਚ ਦੀ ਖੁਦਗਰਜੀ ਨੂੰ ਕੋਈ ਥਾਂ ਹੀ ਨਹੀਂ ਸੀ। ਪਹਿਲਾਂ ਵਾਂਗ 32 ਸਰਦਾਰਾਂ ਦੇ ਠੁੱਡੇ ਖਾਂਦਾ ਅੱਧਾ ਘੇਰਾ ਕੱਟ ਕੇ ਸਿਰਿਓਂ ਪਰਾਂ ਚਲਾ ਗਿਆ। ਅਜੀਬ ਨਜ਼ਾਰਾ ਸੀ। ਸੁਭੇਗ ਸਿੰਘ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਕਿ ਖਾਲਸਾ ਪੰਥ ਇਹਨਾਂ ਚੀਜ਼ਾਂ ਤੋਂ ਬਿਲਕੁਲ ਬੇਨਿਆਜ਼ ਅਤੇ ਬੇਪਰਵਾਹ ਹੈ, ਬੜਾ ਦਿਆਲੂ ਅਤੇ ਉਦਾਰਤਾ ਭਰਿਆ ਵੀ ਹੈ। ਦਰ ਆਈ ਭੇਟ ਜ਼ਰੂਰ ਪ੍ਰਵਾਨ ਕਰੇ। ਜੇ ਕਈ ਮੁਖੀ ਸਿੰਘ ਇਸ ਨੂੰ ਨਹੀਂ ਝੱਲਦਾ ਤਾਂ ਕਿਸੇ ਟਹਿਲ ਵਾਲੇ ਨੂੰ ਦੇ ਛੱਡੋ, ਮੋੜਨਾ ਠੀਕ ਨਹੀਂ। ਸਾਰਿਆਂ ਇਸ ਰਾਏ ਨੂੰ ਪ੍ਰਵਾਨ ਕਰ ਲਿਆ। ਹੁਣ ਟਹਿਲੀਆਂ ਕਿਹੜਾ ਹੋਵੇ ਜੋ ਇਸ ਨਵਾਬੀ ਦਾ ਝਾਲੂ ਬਣੇ। ਉਸ ਵੇਲੇ ਕਪੂਰ ਸਿੰਘ ਸਜੇ ਹੋਏ ਦੀਵਾਨ ਵਿੱਚ ਪੱਖੇ ਦੀ ਸੇਵਾ ਕਮਾ ਰਿਹਾ ਸੀ। ਸਾਰਿਆਂ ਦੀ ਨਿਗਾਹ ਉਸ ਤੇ ਪਈ। ਜਦ ਉਸਨੂੰ ਨਵਾਬੀ ਪ੍ਰਵਾਨ ਕਰਨ ਲਈ ਕਿਹਾ ਗਿਆ ਤਾਂ ਉਸਨੇ ਬੜੀ ਨਿਮਰਤਾ ਪਰ ਪੂਰੀ ਦ੍ਰਿੜਤਾ ਨਾਲ ਕਿਹਾ, ਸੰਗਤ ਦੀ ਟਹਿਲ ਸੇਵਾ ਅਤੇ ਪੰਥ ਦਿਆਂ ਘੋੜਿਆਂ ਦੀ ਸੇਵਾ ਤੋਂ ਨਵਾਬੀਆਂ ਥੱਲੇ ਹਨ। ਪੰਥ ਬਖਸ਼ਿਸ਼ ਕਰੇ ਅਤੇ ਇਹੋ ਸੇਵਾ ਮੇਰੇ ਪਾਸ ਰਹਿਣ ਦੇਵੇ। ਇਸ ਤਰ੍ਹਾਂ ਸੰਗਤ ਦੇ ਫੈਸਲੇ ਨੂੰ ਕਪੂਰ ਸਿੰਘ ਵਿਰਕ ਨੇ ਸਿਰ ਝੁਕਾ ਕੇ ਮੰਨ ਲਿਆ, ਪਰ ਨਾਲ ਹੀ ਬੇਨਤੀ ਕੀਤੀ ਕਿ ਮੇਰੀ ਵੀ ਅਰਦਾਸ ਖਾਲਸਾ ਪੰਥ ਪ੍ਰਵਾਨ ਕਰੇ। ਉਸਨੇ ਕਿਹਾ ਕਿ ਇਹ ਨਵਾਬੀ ਮੈਂ ਮੁਗਲ ਸਰਕਾਰ ਤੋਂ ਨਹੀਂ ਲੈਣੀ, ਖਾਲਸਾ ਬਖਸ਼ਿਸ਼ ਕਰੇ। ਜੋ ਖਿਲਾਇਤ ਆਈ ਹੈ ਇਹ ਖਾਲਸੇ ਦੇ ਜੋੜਿਆਂ ਨਾਲ ਸੁਹਾ ਕੇ ਪਵਿੱਤਰ ਕਰਕੇ ਫਿਰ ਦਾਸ ਨੂੰ ਦਿੱਤੀ ਜਾਵੇ। ਖਾਲਸਾ ਪੰਥ ਮੈਨੂੰ ਛੋਟ ਦੇਵੇ ਕਿ ਮੁਗਲ ਦੀ ਕਚਹਿਰੀ ਵਿੱਚ ਕਦੀ ਵੀ ਹਾਜ਼ਰੀ ਦੇਣ ਨਹੀਂ ਜਾਵਾਂਗਾ। ਨਾ ਹੀ ਮੈਂ ਉਹਨਾਂ ਦੀ ਕੋਈ ਰਸਮ ਮੰਨਾਂਗਾ ਅਤੇ ਨਾ ਹੀ ਕੋਈ ਨਜ਼ਰ ਨਿਆਜ਼ ਭੇਜਾਂਗਾ। ਕਿਸੇ ਬਾਹਰਲੇ ਦੁਸ਼ਮਣ ਦੇ ਟਾਕਰੇ ਵੇਲੇ ਜੇ ਮੁਗਲਾਂ ਸਹਾਇਤਾ ਮੰਗੀ ਤਾਂ ਮੈਂ ਕਿਸੇ ਤੁਰਕ ਅਫਸਰ ਜਾਂ ਫੌਜਦਾਰ ਦੀ ਕਮਾਨ ਥੱਲੇ ਨਹੀਂ ਲੜਾਂਗਾ, ਬਲਕਿ ਖਾਲਸਾ ਪੰਥ ਦੇ ਸੂਰਬੀਰ ਇੱਕ ਆਜ਼ਾਦ ਸਹਾਇਕ ਵਾਂਗ ਦੁਸ਼ਮਣ ਦੇ ਟਾਕਰੇ ਤੇ ਨਿਤਰਨਗੇ ਅਤੇ ਕਮਾਨ
ਮੇਰੀ ਜਾਂ ਕਿਸੇ ਹੋਰ ਸਿੰਘ ਸਰਦਾਰ ਦੀ ਹੋਵੇਗੀ। ਜਿਹੜੇ ਦੁਸ਼ਮਣ ਨੂੰ ਅਸੀਂ ਚਿੱਤ ਕਰਾਂਗੇ ਉਸ ਦੇ ਹਥਿਆਰ, ਘੋੜਿਆਂ ਅਤੇ ਮਾਲ ਸਬਾਬ 'ਤੇ ਸਾਡਾ ਹੱਕ ਹੋਵੇਗਾ। ਉਸ ਵਿੱਚੋਂ ਅਸੀਂ ਤੁਰਕਾਂ ਨੂੰ ਇੱਕ ਸੂਈ ਤੱਕ ਨਹੀਂ ਦਿਆਂਗੇ। ਉਹ ਸਭ ਕੁਝ ਪੰਥ ਦਾ ਹੋਵੇਗਾ। ਕਪੂਰ ਸਿੰਘ ਦੀਆਂ ਇਹ ਮੰਗਾਂ ਸੁਣ ਕੇ ਸਾਰੇ ਵਾਹ ਵਾਹ ਕਰ ਉੱਠੇ। ਧੰਨ ਸਿੱਖੀ ਸਿਦਕ ਅਤੇ ਅਣਖ ਜਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਗਈ। ਵਕੀਲ ਨੇ ਵੀ ਸਭ ਮੰਨ ਲਿਆ ਅਤੇ ਸਰਕਾਰ ਨੂੰ ਇਹਨਾਂ ਸ਼ਰਤਾਂ 'ਤੇ ਕੋਈ ਇਤਰਾਜ਼ ਨਹੀਂ ਹੋਵੇਗਾ। ਸਭ ਮਨਜ਼ੂਰ ਹਨ। ਉਸ ਨੇ ਖਾਲਸੇ ਦਾ ਧੰਨਵਾਦ ਅਤੇ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਕੀਤਾ ਕਿ ਖਾਲਸੇ ਨੇ ਸਰਕਾਰ ਦੀ ਭੇਟਾ ਪ੍ਰਵਾਨ ਕਰਕੇ ਉਸ ਦੀ ਵੀ ਰੱਖ ਲਈ। ਉਹ ਬੜੀ ਖੁਸ਼ੀ ਲਾਹੌਰ ਨੂੰ ਵਾਪਸ ਮੁੜਿਆ। ਸਰਦਾਰ ਕਪੂਰ ਸਿੰਘ ਨੇ ਖਾਲਸਾ ਪੰਥ ਦੇ ਕਹੇ 'ਤੇ ਨਵਾਬੀ ਦਾ ਖਿਤਾਬ ਪ੍ਰਵਾਨ ਕੀਤਾ ਸੀ। ਇਸ ਲਈ ਇਸ ਦਿਨ ਤੋਂ ਉਸ ਨੂੰ ਨਵਾਬ ਕਪੂਰ ਸਿੰਘ ਕਹਿ ਕੇ ਬੁਲਾਇਆ ਜਾਣ ਲੱਗਾ। ਪਰ ਸੰਗਤ ਵਿੱਚ ਪੱਖੇ ਤੇ ਪੰਥ ਅਤੇ ਘੋੜਿਆਂ ਦੀ ਟਹਿਲ ਉਸ ਨੇ ਪਹਿਲਾਂ ਵਾਂਗ ਹੀ ਜਾਰੀ ਰੱਖੀ। ਪੰਜਾਬ ਵਿੱਚ ਅਮਨ ਅਮਾਨ ਹੋ ਗਿਆ। ਇਸ ਸੁਲ੍ਹਾ ਦਾ ਨਤੀਜਾ ਇਹ ਹੋਇਆ ਕਿ ਜਗੀਰ ਪਾ ਕੇ ਸਿੰਘ ਅਮਨ ਅਮਾਨ ਚੈਨ ਨਾਲ ਸ਼੍ਰੀ ਅੰਮ੍ਰਿਤਸਰ ਰਹਿਣ ਲੱਗੇ। ਨਵਾਬ ਕਪੂਰ ਸਿੰਘ ਜੀ ਨੇ ਸਾਰਿਆਂ ਜਥੇਦਾਰਾਂ ਨੂੰ ਕਿਹਾ ਕਿ ਹੁਣ ਸਾਰੇ ਸਿੰਘ ਸ਼ਾਂਤ ਚਿੱਤ ਰਹਿਣ, ਕਿਤੇ ਲੁੱਟ ਖਸੁੱਟ ਨਾ ਹੋਵੇ। ਲੁਟੇਰਿਆਂ ਦੇ ਰਾਹਜਨਾਂ ਨੂੰ ਫੜ ਕੇ ਚੰਗੀ ਤਰ੍ਹਾਂ ਨੱਥ ਦਿਓ। ਜੋ ਬਾਜ਼ ਨਾ ਆਵੇ ਤੁਰੰਤ ਸੋਧ ਦਿਓ। ਹੁਣ ਕੋਈ ਨਾ ਉਬਾਸਰੇ। ਇਸ ਦਾ ਨਤੀਜਾ ਇਹ ਹੋਇਆ ਕਿ ਸਭ ਚੋਰ ਉਚੱਕੇ ਅਤੇ ਲੋਟੂ ਟੋਲੇ ਥਾਂ ਥਾਣੀ ਦੜ ਵੱਟ ਗਏ। ਖੇਤੀ ਅਤੇ ਵਪਾਰ ਪ੍ਰਫੁੱਲਤ ਹੋਣ ਲੱਗੇ। ਕੋਈ ਦਿਨ ਰਾਤ ਕਿਧਰੇ ਤੁਰਿਆ ਫਿਰੇ, ਕੀ ਮਜਾਲ ਕੋਈ ਕਿਸੇ ਵੱਲ ਤੱਕ ਵੀ ਜਾਵੇ। ਵਾਤਾਵਰਨ ਐਸਾ ਸ਼ਾਂਤਮਈ ਹੋ ਗਿਆ ਕਿ ਸਭ ਲੋਕ ਅਸ਼-ਅਸ਼ ਕਰ ਉੱਠੇ। ਝਬਾਲ, ਦਿਪਾਲਪੁਰ ਅਤੇ ਕੰਗਣਪੁਰ ਸਿੰਘਾਂ ਦੀ ਜਗੀਰ ਵਿੱਚ ਸਨ। ਇਹ ਹੁਣ ਸਿੰਘਾਂ ਦੇ ਬੰਦੋਬਸਤ ਥੱਲੇ ਆ ਗਏ ਸਨ। ਕੀ ਮਜਾਲ ਚਿੜੀ ਵੀ ਨਜਾਇਜ਼ ਪਰ ਮਾਰੇ ਜਾਂ ਚੂਕੇ। ਲਾਹੌਰੋਂ ਦਿੱਲੀ ਨੂੰ ਜਾਂਦੀ ਜਰਨੈਲੀ ਸੜਕ ਉੱਤੇ, ਝਬਾਲ ਮੁਲਤਾਨੋਂ ਲਾਹੌਰ ਨੂੰ ਆਉਣ ਵਾਲੀ ਸੜਕ, ਦਿਪਾਲਪੁਰ ਪਾਸ ਦੀ ਲੰਘਦੀ ਅਤੇ ਹੇਠੋਂ ਬਹਾਵਲਪੁਰ ਰਾਜਸਥਾਨ ਗੁਜਰਾਤ ਵੱਲੋਂ ਲਾਹੌਰ ਨੂੰ ਆਉਂਦੀ ਸੜਕ ਕੰਗਣਪੁਰ ਵਿੱਚ ਦੀ ਲੰਘਦੀ ਸੀ। ਇਹ ਤਿੰਨੇ ਰਾਹ ਜੋ ਪਹਿਲਾਂ ਸਿੰਘਾਂ ਦੀ ਮਾਰ ਥੱਲੇ ਸਨ ਅਤੇ ਕਾਫਲੇ ਇੱਧਰ ਦੀ ਲੰਘਣੋਂ ਤਰਹਿਕਦੇ ਝਿਜਕਦੇ ਸਨ, ਹੁਣ ਇਹ ਰਸਤੇ ਸਿੰਘਾਂ ਦੇ ਪਹਿਰੇ ਅਤੇ ਰਾਖੀ ਥੱਲੇ ਹੋਣ ਕਰਕੇ ਬਿਲਕੁਲ ਸੁਰੱਖਿਅਤ ਹੋ ਗਏ। ਦਿਨ ਰਾਤ ਕਾਫਲੇ ਮਾਲ ਅਸਬਾਬ ਅਤੇ ਲੱਦੇ ਪੱਦੇ ਬਿਨਾਂ ਕਿਸੇ ਰੋਕ ਟੋਕ ਦੇ ਚੱਲਦੇ। ਲੋਕਾਂ ਨੂੰ ਸੁੱਖ ਦਾ ਸਾਹ ਆਇਆ। ਲੋਕਾਂ ਅਤੇ ਹਕੂਮਤ ਨੂੰ ਪਤਾ ਲੱਗ ਗਿਆ ਕਿ ਅਮਨ ਕਿਸ ਚੀਜ਼ ਦਾ ਨਾਮ ਹੈ, ਇਸ ਦੀ ਕੁੰਜੀ ਕਿਸ ਦੇ ਹੱਥ ਵਿੱਚ ਹੈ। ਜ਼ਕਰੀਆ ਖਾਨ ਦੀਆਂ ਪੁਲਿਸੀ ਧਾੜਾਂ, ਗਸ਼ਤੀ ਫੌਜਾਂ ਅਤੇ ਦਿੱਲੀ ਦੀਆਂ ਸ਼ਾਹੀ ਫੌਜਾਂ ਨੇ ਬੜਾ ਤਾਣ ਲਾਇਆ। ਬਹੁਤ ਘੱਟਾ ਛਾਣਿਆ, ਕੱਖ ਵੀ ਪੱਲੇ ਨਾ ਪਿਆ। ਤਲਵਾਰ ਦੇ ਜ਼ੋਰ ਨਾਲ ਟਿਕ ਟਿਕਾਓ ਕੌਣ ਕਰਵਾ ਸਕਦਾ ਸੀ। ਜੇ ਕਿਸੇ ਦਾ ਸੁੱਖ ਚੈਨ ਕੋਈ ਭੰਗ ਕਰੇਗਾ ਤਾਂ ਉਹ ਜਰਵਾਣੇ ਨੂੰ ਕਿੱਥੇ ਆਰਾਮ ਦੀ ਨੀਂਦ ਸੌਣ ਦੇਵੇਗਾ। ਸਿੰਘਾਂ ਨੂੰ ਜਾਬਰ ਮੁਗਲ ਸਰਕਾਰ ਨੇ ਘਰਾਂ ਘਾਟਾਂ ਤੋਂ ਉਖੇੜ ਬਾਹਰ ਕੀਤਾ। ਸਿਰਾਂ ਦੇ ਇਨਾਮ ਰੱਖੇ, ਜੀ ਭਰ ਭਰ ਜ਼ੁਲਮ ਤੋੜੇ ਅਤੇ ਫਿਰ ਅਮਨ ਕਿੱਥੋਂ ਹੋਵੇ। ਘਰੋਂ ਨਿਕਲਿਆ ਕੱਢਣ ਵਾਲਿਆਂ ਦਾ ਸ਼ਹਿਰ ਗਰਾਵਾਂ ਵਿੱਚ ਸਾਹ ਘੁੱਟ ਲਿਆ। ਸਾਰੇ ਪੰਜਾਬ ਵਿੱਚ ਭਾਂਬੜ ਬਲ ਉੱਠੇ। ਖਾਨ ਬਹਾਦਰ ਦੀ ਹੈਂਕੜ ਅਤੇ ਸਿੰਘਾਂ ਨੂੰ ਖਤਮ ਕਰਨ ਦੇ ਦਾਅਵਿਆਂ ਦੇ ਸੁਪਨੇ ਚਕਨਾਚੂਰ ਹੋ ਗਏ। ਅੰਤ ਨੂੰ ਜਦ ਸਾਰੇ ਹੀਲੇ ਵਸੀਲੇ ਅਤੇ ਜ਼ੋਰ ਜ਼ਬਰ ਕਰਕੇ ਰਾਹ ਹੁੱਟ ਗਿਆ ਅਤੇ ਸੁਲ੍ਹਾ ਦੀ ਭੀਖ ਮੰਗਣ ਲਈ ਉਹਨਾਂ ਬੇਘਰਿਆਂ ਦੇ ਅੱਗੇ ਝੋਲੀ ਅੱਡੀ ਜਿਨ੍ਹਾਂ ਨੂੰ ਮਾਰ ਮੁਕਾਉਣ ਦੀ ਸ਼ੇਖੀ ਮਾਰ ਕੇ ਬਾਦਸ਼ਾਹ ਪਾਸੋਂ ਪੰਜਾਬ ਦੀ ਸੂਬੇਦਾਰੀ ਦੀ ਸਨਦ ਲਈ ਸੀ। ਸ਼੍ਰੀ ਅੰਮ੍ਰਿਤਸਰ ਬੜੀਆਂ ਰੌਣਕਾਂ ਰਹਿਣ ਲੱਗੀਆਂ। ਖਾਲਸਾ ਪੰਥ ਦਾ ਮੁਖੀ ਆਗੂ ਨਵਾਬ ਕਪੂਰ ਸਿੰਘ ਆਪ ਇੱਥੇ ਰਹਿੰਦਾ ਸੀ। ਜਗੀਰ ਦੀ ਆਮਦਨੀ ਅਤੇ ਜੋ ਹੋਰ ਚੜ੍ਹਾਵੇ ਆਦਿ ਤੋਂ ਮਾਇਆ ਇਕੱਠੀ ਹੁੰਦੀ ਦੀਵਾਨ ਦਰਬਾਰਾ ਸਿੰਘ ਅਤੇ ਨਵਾਬ ਕਪੂਰ ਸਿੰਘ ਦੀ ਦੇਖ ਰੇਖ ਵਿੱਚ ਗੁਰੂ ਕੇ ਲੰਗਰ ਤੇ ਖਰਚ ਹੁੰਦੀ। ਸਾਰੇ ਸਿੰਘਾਂ ਦਾ ਇੱਕ ਥਾਂ ਲੰਗਰ ਸੀ। ਲੋੜਵੰਦਾਂ ਲਈ ਬਸਤਰ, ਸ਼ਸਤਰ ਅਤੇ ਅਰਾਕਿਆਂ ਦੀ ਲੋੜ ਗੁਰੂ ਕੀ ਗੋਲਕ ਚੋਂ ਪੂਰੀ ਹੁੰਦੀ। ਕੋਈ ਵਿਰਵਾ ਨਾ ਰਹਿੰਦਾ। ਗੋਲਕ ਵਿੱਚ 3 ਤਰ੍ਹਾਂ ਦੀ ਆਮਦਨੀ ਆਉਂਦੀ, ਜਗੀਰ, ਚੜ੍ਹਾਵਾ ਅਤੇ ਸਿੱਖਾਂ ਦੀ ਕਿਰਤ ਕਮਾਈ ਦਸਵੰਧ ਦੇ ਰੂਪ ਵਿੱਚ। ਮਾਰ ਧਾੜ ਦੀ ਬਿਲਕੁਲ ਆਗਿਆ ਨਹੀਂ ਸੀ, ਇਸ ਲਈ ਆਮਦਨ ਦਾ ਇਹ ਵਸੀਲਾ ਕਤਅਨ ਬੰਦ ਸੀ।
ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦੇ 247 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।